संत जरनैल सिंह जी ने खुद भी कहा सी भी भाई जी ने जाना जा सकता ते संत हासे मजाक च कहते होंदे सी भी बाद च तुहाडीਆਂ सिगड़ियां ना मैनूं लांभे देण भी साध ने मरवाता। बाबा जी दा बहुत बड़ा जिगरा सी। ਉਹ ਮਹਾਂਪੁਰਸ਼ਾਂ ਨੇ ਇਦਾਂ ਦੇ ਬਚਨ ਕਰਕੇ ਉੱਥੇ ਰਹੋ ਉਹੀ ਕਹਿੰਦੇ ਸੀ, ਸੰਤ ਕਹਿੰਦੇ ਸੀ ਜਿਹਨੇ ਸੀਸ ਵਾਰਨ ਦਾ ਅਹਿਦ ਕੀਤਾ ਹੋਇਆ। ਬਹੁਤ ਸਾਰੇ ਚਲੇ ਵੀ ਗਏ ਪਰ ਇੱਥੇ ਕੁਝ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਜਾਣਾ ਨਹੀਂ। ਰਾਗੀ ਸੀ ਇੱਕ ਗੰਜੋਗੜੀ ਵਾਲਾ ਤੇ ਉਹ ਸਿੰਘ ਉੱਥੇ ਜਦੋਂ ਹੋਈ ਤਾਂ ਬਾਲਟੀ ਚੱਕੀ ਫਿਰੇ, ਜਿਵੇਂ ਆਪਣੇ ਉੱਥੇ ਬਾਲਟੀਆਂ ਹੁੰਦੀਆਂ ਗੁਰਦੁਆਰਾ ਸਾਹਿਬ ਲੰਗਰ ਵਾਲੀਆਂ ਸੇਵਾ ਵਾਲੀਆਂ। ਉਹਨੂੰ ਕਹਿੰਦੇ ਆ ਕਿ ਕਹਿੰਦਾ ਮੈਂ ਸਿਰ ਦੇ ਉੱਤੇ ਬਾਲਟੀ ਲੈ ਲੈਣੀ ਹੈ। ਉਹ ਹੱਸਣ ਲੱਗੇ, ਕਹਿੰਦੇ ਇਹਦੇ ਨਾਲ ਤੇਰਾ ਕੀ ਬਚਾਅ ਹੋ ਜੂ? ਕਹਿੰਦੇ ਨਹੀਂ, ਮੈਂ ਮਰਨਾ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਕਿ ਜਦੋਂ ਮੇਰੇ ਸਿਰ ਤੋਂ ਬਾਲਟੀ ਜਿਹੜੀ ਹੈਗੀ ਆ ਲੱਥੇਗੀ ਉਹ ਮੇਰਾ ਚਿਹਰਾ ਸਾਫ਼ ਸੁਥਰਾ ਹੋਊਗਾ ਤੇ ਲੋਕਾਂ ਨੂੰ ਪਤਾ ਲੱਗੂਗਾ ਕਿ ਭਾਜਿਆ ਨਹੀਂ ਸੀਗਾ, ਉੱਥੇ ਹੀ ਸ਼ਹੀਦ ਹੋਇਆ ਉਹ। ਪੰਡਤ ਮੋਹਰ ਸਿੰਘ ਜੀ ਜਿਹੜੇ ਨੇ ਸੂਰੋ ਪਢਾਲੇ, ਉਹ ਪੰਡਤ ਪਰਿਵਾਰ ਚੋਂ ਸੀ ਔਰ ਉਸ ਪਰਿਵਾਰ ਦੇ 10 ਜੀ ਸਿੱਖ ਸੰਘਰਸ਼ ਦੇ ਲੇਖੇ ਲੱਗੇ, 10 ਜੀ। ਸੋ ਇੱਥੇ ਢੇਰੀਆਂ ਲਾਤੀਆਂ ਜਿਹੜੀਆਂ ਬਾਬੇ ਨੇ ਬਚਨ ਕੀਤਾ ਸੀ, ਬਾਬਾ ਜਰਨੈਲ ਸਿੰਘ ਜੀ ਨੇ ਕਿ ਆਉਣ ਦੇ ਉਸੇ ਇੱਕ ਵਾਰੀ ਢੇਰੀਆਂ ਲੱਗਣਗੀਆਂ। ਉਹ ਢੇਰੀਆਂ ਲਾਈਆਂ ਤੇ ਅੱਜ ਸਿਰ ਦੇ ਉੱਤੇ ਉਸ ਕਲਗੀਧਰ ਸ਼ਹਿਨਸ਼ਾਹ ਦਾ ਥਾਪੜਾ ਸੀਗਾ, ਦੂਜੇ ਪਾਸੇ ਬੀਬੀ ਇੰਦਰਾ ਗਾਂਧੀ ਦਾ ਥਾਪੜਾ ਲੈ ਕੇ ਆਏ ਹੋਏ, ਗੰਗੂ ਦੇ ਵਾਰਸਾਂ ਦਾ ਥਾਪੜਾ ਲੈ ਕੇ ਆਏ ਸੀ। ਇੱਥੇ ਫਿਰ ਇਹੀ ਢੇਰੀਆਂ ਲੱਗਣੀਆਂ ਸੀ, ਢੇਰੀਆਂ ਲਾਤੀਆਂ ਸਿੰਘਾਂ ਨੇ। ਡਾਇਰੈਕਟਰੀ ਬਾਰੇ ਅਸੀਂ ਖਾਸ ਕਰ ਗੱਲ ਕਰਾਂਗੇ। ਡਾਇਰੈਕਟਰੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਔਰ ਕਿੰਨੀ ਕੁ ਜਿਹੜੀ ਮਿਹਨਤ ਹੈ, ਕਿੰਨੀ ਕੁ ਟੀਮ ਨੇ ਕੰਮ ਕੀਤਾ, ਕਿੰਨੇ ਸ਼ਹੀਦਾਂ ਦੀ ਜਿਹੜੀ ਹੁਣ ਤੱਕ ਇਹਦੇ ਵਿੱਚ ਤੁਸੀਂ ਲਿਸਟ ਜਿਹੜੀ ਆ ਉਹ ਤਿਆਰ ਕਰ ਚੁੱਕੇ ਹੋ? ਜ਼ਿਆਦਾ ਜ਼ਰੂਰੀ ਆ ਇਹਦੇ ਵਿੱਚ ਉਹਨਾਂ ਦਾ ਵੇਰਵਾ ਨਹੀਂ ਹੈਗਾ ਜਿਹੜੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਏ। ਇਹਦੇ ਵਿੱਚ ਇਕੱਲੇ ਫਾਈਟਰ ਨੇ। ਮੁੱਖ ਜਿਹੜਾ ਨਿਸ਼ਾਨਾ ਸੀ ਸਾਡਾ, ਫੋਕਸ ਸੀਗਾ, ਉਹ ਉਹਨਾਂ ਸ਼ਹੀਦਾਂ ਦੀ ਜਾਣਕਾਰੀ ਦੇਣ ਦਾ ਸੀ ਇਸ ਡਾਇਰੈਕਟਰੀ ਰਾਹੀਂ ਜਿਹੜੇ ਸ਼ਹੀਦ ਲੜਦੇ ਹੋਏ, ਗਨ ਚੱਕ ਕੇ ਜੂਝਦੇ ਹੋਏ ਸ਼ਹੀਦ ਹੋਏ। ਕਿਉਂਕਿ ਇਹ ਗੱਲ ਕਹੀ ਵੀ ਮੁੱਠੀ ਪਰ ਸਾਰੀ ਸੰਗਤ ਨਹੀਂ ਸੀ। ਸੂਰਮੇ ਜਿਹੜੇ ਸੀ, ਫਾਈਟਰ ਜਿਹੜੇ ਸੀ, ਜਿਹੜੇ ਜੁਝਾਰੂ ਯੋਧੇ ਸੀ ਸਾਡੇ, ਜਿਨ੍ਹਾਂ ਨੇ ਧਰਮ ਹਿੱਤ ਸੀਸ ਵਾਰੇ, ਜਿਨ੍ਹਾਂ ਨੂੰ ਪਤਾ ਸੀ ਕਿ ਜੇ ਇੱਥੇ ਚੜ੍ਹ ਕੇ ਆਏ ਤਾਂ ਅਸੀਂ ਕੀ ਕਰਨਾ। ਇਹਦੇ ਵਿੱਚ ਇਕੱਲੇ ਉਹ ਨੇ ਜਿਹੜੇ ਦਰਬਾਰ ਸਾਹਿਬ ਦੀ ਸ਼ਾਨ ਲਈ ਜੂਝਦੇ ਹੋਏ ਸ਼ਹੀਦ ਹੋਏ। ਜਿਹੜਾ ਜਨਰਲ ਕੁਲਦੀਪ ਸਿੰਘ ਬਰਾੜ ਆ, ਜਿਹੜਾ ਇਸ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ, ਇਸ ਸਾਕੇ ਦਾ ਫੌਜ ਦਾ ਇੱਕ ਇਹੋ ਜਿਹਾ ਅਫਸਰ ਆ ਜਿਹਨੇ ਇੱਕ ਕਿਤਾਬ ਲਿਖੀ ਆ, ਟਰੂ ਸਟੋਰੀ ਆਫ ਬਲੂ ਸਟਾਰ ਆਪਰੇਸ਼ਨ, ਸਾਕਾ ਨੀਲਾ ਤਰ ਦੀ ਸੱਚੀ ਕਹਾਣੀ। ਉਹਦੇ 'ਚ ਉਹਨੇ ਲਿਖਿਆ ਕਿ ਸਾਨੂੰ ਇਹ ਸੀ ਕਿ 1500 ਜਿਹੜਾ ਹੈਗਾ ਅੰਦਰ ਜੁਝਾਰੂ ਹੋਊਗਾ, ਤੇ ਫਿਰ ਉਹਨੇ 500 ਵੀ ਲਿਖਿਆ ਵੀ ਸ਼ਾਇਦ 500 ਹੋਵੇ, ਪਰ ਨਾ ਇਹ 1500 ਸੀ ਨਾ ਇਹ 500 ਸੀ। ਅਸੀਂ ਇਹੀ ਦੱਸਣਾ ਚਾਹੁੰਦੇ ਸੀ ਕਿ ਕੁੱਲ 300 ਸਿੰਘ ਸੀਗਾ ਜਿਹਨੇ ਇੰਡੀਅਨ ਆਰਮੀ ਨੂੰ 6 ਦਿਨ ਇੱਕ ਭਾਰਤ ਦੀ ਆਰਮੀ ਨੂੰ ਅੰਦਰ ਪੈਰ ਨਹੀਂ ਧਰਨ। ਘੱਲੂਘਾਰਾ ਜੂਨ 1984 ਜੋ ਕਿ ਭਾਰਤ ਸਰਕਾਰ ਵੱਲੋਂ ਇੱਕ ਗਿਣੀ ਮਿੱਥੀ ਸਾਜ਼ਿਸ਼ ਅਧੀਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵਿੱਚ ਲਗਭਗ 40 ਗੁਰਦੁਆਰਾ ਸਾਹਿਬਾਨ ਦੇ ਉੱਤੇ ਫੌਜ ਚੜ੍ਹ ਕੇ ਕੀਤਾ ਗਿਆ ਹਮਲਾ, ਕੀਤੀ ਗਈ ਬੇਅਦਬੀ ਗੁਰਧਾਮਾਂ ਦੀ, ਜਿਹਨੂੰ ਅੱਜ 36 ਸਾਲ ਬੀਤ ਚੁੱਕੇ ਹੈ। KTV ਗਲੋਬਲ ਤੇ ਅੱਜ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਹਨੂੰ ਕੋਈ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਦਲ ਖਾਲਸਾ ਦੇ ਸੀਨੀਅਰ ਆਗੂ ਤੇ ਪੰਥਕ ਚਿੰਤਕ ਭਾਈ ਸਰਬਜੀਤ ਸਿੰਘ ਜੀ ਘੁਮਾਣ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ KTV ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਲ ਖਾਲਸਾ ਵੱਲੋਂ ਇੱਕ ਛਾਪੀ ਹੋਈ ਡਾਇਰੈਕਟਰੀ ਜਿਹੜੀ ਹੈ, ਕਿਤਾਬਚਾ, ਬਹੁਤ ਕੀਮਤੀ ਜਿਹੜਾ ਕਿ ਚੀਜ਼ ਉਹ ਮੇਰੇ ਹੱਥ 'ਚ ਜੂਨ 84 ਘੱਲੂਘਾਰੇ ਦੇ ਸ਼ਹੀਦਾਂ ਦੀ ਡਾਇਰੈਕਟਰੀ, ਜਿਹੜਾ ਕਿ ਬਹੁਤ ਹੀ ਇੱਕ ਅਹਿਮ ਕੰਮ, ਜਿਹਦੇ ਵਿੱਚ ਸਿੱਖ ਕੌਮ ਜਿਹੜੀ ਹੈ ਲਗਭਗ ਕਈ ਵਾਰ ਜਿਹੜਾ ਪਛੜੀ ਹੈ। ਬੇਸ਼ੱਕ ਉਹ 84 ਦੇ ਸੰਘਰਸ਼ ਦੇ ਵਿੱਚ ਵੀ ਪਛੜ ਚੁੱਕੀ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਜਿਨ੍ਹਾਂ ਨੂੰ ਸਾਂਭਿਆ ਨਹੀਂ ਗਿਆ, ਸ਼ਹੀਦਾਂ ਦੀਆਂ ਜਿਹੜਾ ਕਿ ਜੀਵਨੀਆਂ ਨੇ ਜਾਂ ਉਹਨਾਂ ਦੀਆਂ ਯਾਦਗਾਰਾਂ ਨੇ, ਪਰ ਫਿਰ ਵੀ ਜੋ ਦਲ ਖਾਲਸਾ ਨੇ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਬਣਦੀ ਹੈ। ਤੀਜਾ ਐਡੀਸ਼ਨ ਜੂਨ 84 ਡਾਇਰੈਕਟਰੀ ਦਾ ਅੱਜ ਅਸੀਂ ਇਸ 'ਤੇ ਚਰਚਾ ਕਰਾਂਗੇ। ਪੂਰੀ ਡਾਇਰੈਕਟਰੀ ਜਿਹੜੀ ਕਿਸ ਤਰ੍ਹਾਂ ਇਹਨਾਂ ਨੇ ਬਣਾਈ ਜੀ। ਘੁਮਾਣ ਸਾਹਿਬ, ਘੱਲੂਘਾਰਾ ਜੂਨ 84 ਨੂੰ 36 ਸਾਲ ਬੀਤ ਚੁੱਕੇ ਹੈ। ਰਹਿੰਦੀ ਦੁਨੀਆ ਤੱਕ ਜਿਹੜਾ ਸਿੱਖ ਹਿਰਦਿਆਂ ਦੇ ਵਿੱਚੋਂ ਇਹ ਗੱਲ ਕਦੇ ਵੀ ਭੁਲਾਈ ਨਹੀਂ ਜਾਏਗੀ ਕਿ ਜਿਸ ਤਰ੍ਹਾਂ ਗੰਗੂ ਬ੍ਰਾਹਮਣ ਨੇ ਗੁਰੂ ਘਰ ਦਾ ਲੂਣ ਖਾ ਕੇ ਹਰਾਮ ਕੀਤਾ, ਤਾਂ ਅੱਗੇ ਉਸੇ ਤਰ੍ਹਾਂ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੀਆਂ ਆ ਰਹੀਆਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ, ਉਹਨਾਂ ਦੇ ਜਿਹੜਾ ਕਿ ਘਰਾਣਿਆਂ ਦੇ ਵਿੱਚੋਂ ਆ ਕੇ ਅੱਗੇ ਉਸੇ ਤਰ੍ਹਾਂ ਜਿਹੜਾ ਗੁਰੂ ਦਾ ਖਾ ਕੇ ਹਰਾਮ ਕੀਤਾ। ਸੰਤ ਜਰਨੈਲ ਸਿੰਘ ਜੀ ਦਾ ਬਹਾਨਾ ਬਣਾਇਆ ਗਿਆ, ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ। ਤੁਸੀਂ ਬਹੁਤ ਸਾਰਾ ਇਸ ਬਾਰੇ ਲਿਖਦੇ ਵੀ ਹੋ, ਅਸੀਂ ਪੜ੍ਹਦੇ ਰਹਿੰਦੇ ਹਾਂ, ਬਹੁਤ ਸਾਰੇ ਨੌਜਵਾਨ ਜਿਹੜੇ ਆ ਤੁਹਾਨੂੰ ਪੜ੍ਹਦੇ ਰਹਿੰਦੇ ਆ। ਤਾਂ
ਡਾਇਰੈਕਟਰੀ ਬਾਰੇ ਅਸੀਂ ਖਾਸ ਕਰ ਗੱਲ ਕਰਾਂਗੇ। ਡਾਇਰੈਕਟਰੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਔਰ ਕਿੰਨੀ ਕੁ ਜਿਹੜੀ ਮਿਹਨਤ ਹੈ, ਕਿੰਨੀ ਕੁ ਟੀਮ ਨੇ ਕੰਮ ਕੀਤਾ, ਕਿੰਨੇ ਸ਼ਹੀਦਾਂ ਦੀ ਜਿਹੜੀ ਹੁਣ ਤੱਕ ਇਹਦੇ ਵਿੱਚ ਤੁਸੀਂ ਲਿਸਟ ਜਿਹੜੀ ਆ ਉਹ ਤਿਆਰ ਕਰ ਚੁੱਕੇ ਹੋ? ਅਸਲ ਵਿੱਚ ਅਸੀਂ ਹਰ ਸਾਲ ਜਥੇਬੰਦੀ ਵੱਲੋਂ, ਜਿਵੇਂ ਹੋਰ ਵੀ ਸਾਰੀਆਂ ਸਿੱਖ ਸੰਗਤਾਂ ਦਲ ਖਾਲਸਾ ਦੇ ਸਮਾਗਮ ਹੁੰਦੇ ਆ, ਉਵੇਂ ਬਾਕੀ ਜਥੇਬੰਦੀਆਂ ਸਮਾਗਮ ਲੀਕਦੀਆਂ ਘੱਲੂਘਾਰੇ ਦੇ ਸੰਬੰਧ 'ਚ ਜੀ 2005 ਦੇ ਮਈ ਮਹੀਨੇ ਦੇ ਵਿੱਚ ਅਸੀਂ ਇੱਕ ਮੀਟਿੰਗ ਦਲ ਖਾਲਸਾ ਦਫ਼ਤਰ ਰੱਖੀ। ਉਹਦੇ ਵਿੱਚ ਇਹ ਸਾਰੀ ਗੱਲ ਚੱਲ ਰਹੀ ਸੀਗੀ ਵੀ ਜੂਨ 84 ਦੇ ਜਿਹੜੇ ਦਿਹਾੜੇ ਆ ਇਹਨੂੰ ਅਸੀਂ ਕਿਵੇਂ ਮਨਾਈਏ, ਕੀ ਨਵਾਂ ਕਰੀਏ, ਇੱਦਾਂ ਗੱਲ ਚੱਲਦੀ ਸੀ। ਉਹ ਚੱਲਦੀ ਗੱਲ ਦੇ ਵਿੱਚ ਕਿਸੇ ਨੇ ਕਿਹਾ ਵੀ ਦੇਖ ਲਓ ਮੁੱਠੀ ਭਰ ਬੰਦੇ ਸੀਗੇ, ਮੁੱਠੀ ਭਰ ਸਿੰਘ ਸੀਗੇ, ਜਿਵੇਂ ਆਪਾਂ ਆਮ ਪੰਜਾਬ ਦੇ ਵਿੱਚ ਗੱਲ ਕਰਦੇ ਹੋਏ ਕਹਿ ਦਿੰਦੇ ਹਾਂ ਕਿ ਥੋੜ੍ਹੇ ਜਿਹੇ ਗਿਣਤੀ ਦੇ ਬੰਦੇ ਸੀ। ਤੇ ਸਾਡੇ 'ਚ ਸਤਨਾਮ ਸਿੰਘ ਪੌਂਡਾ ਸਾਹਿਬ ਸਾਡੇ ਸਤਿਕਾਰਯੋਗ ਸ਼ਖਸੀਅਤ ਆ, ਦਲ ਖਾਲਸਾ ਦੇ ਵੀ ਆਗੂ ਨੇ, ਕੌਮ ਦੇ ਵਿੱਚ ਬੜਾ ਪਿਆਰ ਸਤਿਕਾਰ ਆ। 1981 ਦੇ ਵਿੱਚ ਹਾਈਜੈਕਿੰਗ ਕਰਕੇ ਸਾਰੀ ਜਿਹੜੀ ਉਮਰ ਕੈਦ ਪਾਕਿਸਤਾਨ 'ਚ ਕੱਟੀ, ਉਹ ਬੜੇ ਜਜ਼ਬਾਤੀ ਨੇ। ਤੇ ਉਹਨਾਂ ਨੇ ਆਖਿਆ ਇੱਕਦਮ, ਕਹਿੰਦਾ ਮੈਂ ਸੁਣੀ ਜਾਂਦਾ ਤੁਸੀਂ ਕਹਿੰਦੇ ਹੋ ਮੁੱਠੀ ਭਰ, ਮੁੱਠੀ ਭਰ। ਉਹ ਮੁੱਠੀ ਭਰ ਕਿੰਨੇ ਸੀ ਦੱਸੋ ਤਾਂ ਸੀ? ਉਹ 15 ਸੀ, 50 ਸੀ, 500 ਸੀ? ਬਈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 740 ਸਿੰਘ ਸ਼ਹੀਦ ਹੋਏ ਤੇ ਆਪਾਂ ਨੂੰ 40 ਦੇ ਨਾਂ ਨਹੀਂ ਪਤਾ ਹੋਣੇ ਵੀ ਉਹ ਕਿੱਥੋਂ ਦੇ ਸੀ। ਤੇ 40 ਜਿਹੜੇ ਮੁਕਤਸਰ ਵਾਲੇ ਨੇ, ਲੜੀਵਾਰ ਕੋਈ ਛੇਤੀ ਕਿਤੇ ਸਿੱਖਾਂ ਦਾ ਨੌਜਵਾਨ ਨੂੰ ਕਹਿ ਦਈਏ ਉਹਨਾਂ ਦੇ ਨਾਂ ਨਹੀਂ ਜਾਣਦਾ ਹੁਣ। ਤੇ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘ ਸੀਗੇ, ਪਤਾ ਆਪਾਂ ਨੂੰ ਕੌਣ ਸੀ? ਉਹ ਇਸ ਤਰ੍ਹਾਂ ਜਜ਼ਬਾਤ ਦੇ ਵਿੱਚ ਜਦੋਂ ਬੋਲ ਰਹੇ ਸੀਗੇ ਤੇ ਉਹ ਕਹਿੰਦੇ ਸੀ ਵੀ ਤੁਸੀਂ ਹੁਣ ਪੜ੍ਹੇ ਲਿਖੇ ਹੋ, ਅੱਜ ਦੇ ਜ਼ਮਾਨੇ 'ਚ ਤੁਹਾਡੇ ਕੋਲ ਸਾਧਨ ਨੇ, ਤੁਹਾਡੇ ਕੋਲ ਗੱਡੀਆਂ, ਮੋਟਰ ਕਾਰਾਂ, ਸਕੂਟਰ ਸਭ ਕੁਛ ਆ, ਮੋਬਾਈਲ ਚੱਕੀ ਫਿਰਦੇ ਹੋ, ਪਰ ਜੇ ਤੁਸੀਂ ਹੁਣ ਦੇ ਜਿਹੜੇ ਦਰਬਾਰ ਸਾਹਿਬ ਦੇ ਸ਼ਹੀਦ ਨੇ ਉਹਨਾਂ ਦੀ ਵੀ ਤੁਸੀਂ ਲਿਸਟ ਨਹੀਂ ਬਣਾ ਸਕੇ, ਉਹਨਾਂ ਦਾ ਡਾਟਾ ਨਹੀਂ ਇਕੱਠਾ ਕਰ ਸਕੇ ਵੀ ਉਹ ਕੌਣ ਸੀਗੇ, ਵੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜਾਨ ਵਾਰੀ ਆ, ਉਹਦਾ ਦੱਸੋ ਤਾਂ ਸੀ ਕੌਮ ਨੂੰ ਕੌਣ ਸੀਗੇ ਬੰਦੇ। ਇੱਦਾਂ ਜਦੋਂ ਉਹ ਬੋਲ ਰਹੇ ਸੀਗੇ ਉਸ ਟਾਈਮ ਫਿਰ ਸਾਡੇ ਸਾਰਿਆਂ ਦੇ ਮਨ ਵਿੱਚ ਆਇਆ ਜਥੇਬੰਦੀ ਦੇ ਤੌਰ 'ਤੇ ਕਿ ਆਪਾਂ ਇੱਕ ਟੀਮ ਦਾ ਗਠਨ ਕਰੀਏ। ਉਹਦੇ ਵਿੱਚ ਹਰੇਕ ਦੀ ਜ਼ਿੰਮੇਵਾਰੀ ਅਲੱਗ-ਅਲੱਗ ਲੱਗੀ। ਮੇਰਾ ਵੀ ਉਹਦੇ 'ਚ ਇੱਕ ਮੇਜਰ ਰੋਲ ਸੀ, ਕਿਉਂਕਿ ਇੱਕ ਜਿਹਦੇ ਮਨ ਵਿੱਚ ਜਜ਼ਬਾ ਹੁੰਦਾ ਉਹ ਬੰਦੇ ਨੂੰ ਦਿਖਦਾ ਹੈਗਾ ਕਿ ਇਹ ਬੰਦਾ ਇਹ ਕੰਮ ਦਾ ਜ਼ਿਆਦਾ, ਮੇਰਾ ਸ਼ਹਾਦਤਾਂ ਜਾਂ ਸ਼ਹੀਦਾਂ ਪ੍ਰਤੀ ਇੱਕ ਬਹੁਤ ਮਨ ਦੇ ਵਿੱਚ ਸੱਚੇ ਪਾਤਸ਼ਾਹ ਵੱਲੋਂ ਸਤਿਕਾਰ ਹੋਣ ਕਰਕੇ ਮੈਂ ਵੀ ਇਸ ਪ੍ਰੋਜੈਕਟ ਦੇ ਨਾਲ ਜੁੜ ਗਿਆ ਜੀ। ਤੇ ਅਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਕਿ ਇੰਨਾ ਜ਼ਿਆਦਾ ਔਖਾ ਵਾ ਕੰਮ। 2005 ਚ ਮਈ ਮਹੀਨੇ 'ਚ ਜਦੋਂ ਸ਼ੁਰੂ ਹੋਇਆ ਨਾ ਜੀ, ਅਸੀਂ ਜਦੋਂ ਸ਼ਹੀਦ ਪਰਿਵਾਰਾਂ ਕੋਲੇ ਜਾਣਾ ਸ਼ੁਰੂ ਕੀਤਾ ਤੇ ਬੜੀ ਜਲਦੀ ਸਾਨੂੰ ਸਮਝ ਲੱਗ ਗਈ ਕਿ ਲੋਕ ਡਰੇ ਹੋਏ ਨੇ। ਅੱਜ 2020 ਆ ਜੀ, 2020 ਦੇ ਵਿੱਚ 15 ਸਾਲ ਪਿੱਛੇ ਦੇ ਘਟਨਾਕ੍ਰਮ ਨੂੰ ਅਸੀਂ ਦੇਖਦੇ ਹਾਂ ਕਿ ਦੁਨੀਆ ਕਿੰਨੀ ਤੇਜ਼ੀ ਨਾਲ ਬਦਲੀ। ਖਾਸ ਤੌਰ ਤੇ ਸੋਸ਼ਲ ਮੀਡੀਆ ਨੇ ਬਹੁਤ ਵੱਡਾ ਇਹਦੇ 'ਚ ਰੋਲ ਅਦਾ ਕੀਤਾ। ਅੱਗੇ ਸਾਡੇ ਨਾਲ ਲੋਕ ਮਤਲਬ ਇਸ ਗੱਲੋਂ ਹੁੰਦੇ ਸੀਗੇ ਕਿ ਸਾਡੇ ਬਾਰੇ ਜ਼ਿਆਦਾ ਨਾ ਗੱਲ ਕਰੋ, ਸਾਨੂੰ ਫਿਰ ਦੁਬਾਰਾ ਕੋਈ ਪਰੇਸ਼ਾਨੀ ਆ ਸਕਦੀ ਆ। ਸਟੇਟ ਬਰੂਟੈਲਿਟੀ ਦਾ ਜਿਹੜੇ ਸ਼ਿਕਾਰ ਹੋਏ ਨੇ ਲੋਕ, ਜਿਹੜੇ ਸਟੇਟ ਟੈਰੋਰਿਜ਼ਮ ਦਾ ਸ਼ਿਕਾਰ ਹੋਏ ਲੋਕ ਨੇ, ਉਹ ਬਹੁਤ ਘਬਰਾਉਂਦੇ ਸੀ। ਤੇ ਅੱਜ ਸਾਡੇ ਨਾਲ ਲੋਕ ਇਸ ਗੱਲੋਂ ਗੁੱਸਾ ਕਰਦੇ ਆ ਕਿ ਸਾਡਾ ਵੀ ਸਿੰਘ ਸ਼ਹੀਦ ਹੋਇਆ, ਤੁਸੀਂ ਉਹਦਾ ਜ਼ਿਕਰ ਨਹੀਂ ਕਰਦੇ। ਤਾਂ ਜਿਹੜਾ ਹਾਲਾਤ 'ਚ ਫਰਕ ਪਿਆ ਉਹਦੀ ਜੇ ਗੱਲ ਕਰੀਏ ਤਾਂ ਉਦੋਂ ਸਾਨੂੰ ਵੀ ਜਦੋਂ ਅਸੀਂ ਘਰਾਂ 'ਚ ਗਏ ਆ ਤੇ ਪਰਿਵਾਰਾਂ ਦਾ, ਕਈਆਂ ਦਾ, ਬਹੁਤਿਆਂ ਦਾ ਇਹ ਸੀ ਕਿ ਨਹੀਂ ਜੀ ਅਸੀਂ ਨਹੀਂ ਕੋਈ ਗੱਲ ਕਰਨੀ ਚਾਹੁੰਦੇ। ਮੇਰੀ ਵੈਸੇ ਵੀ ਆਦਤ, ਮੈਂ ਕੰਮ ਨਾਲ ਜ਼ਿਆਦਾ ਸੁਰਤ ਰੱਖਣ ਵਾਲਾ ਬੰਦਾ, ਤੇ ਮੈਨੂੰ ਕਈ ਨਾ ਅਜੀਬ ਜਿਹੀਆਂ ਜਿਵੇਂ ਲੋਕ ਕਰਦੇ ਆ ਕਾਰਡ ਛਪਾ ਲਿਆ, ਫੋਟੋ ਛਪਾ ਲਈ, ਇੱਦਾਂ ਨਹੀਂ ਸੀਗਾ। ਪਰ ਉਦੋਂ ਮੈਨੂੰ ਇਹ ਲੱਗਿਆ ਕਿ ਇੱਕ ਉਹ ਜਿਹੜੇ ਸਾਦੇ ਜਿਹੇ ਵਿਜ਼ਿਟਿੰਗ ਕਾਰਡ ਜਿਹੇ ਹੁੰਦੇ ਆ ਜਿਹੜੇ ਜਿਹੇ ਉੱਤੇ ਆਪਣਾ ਫੋਨ ਨੰਬਰ ਲੋਕ ਛਾਪ ਲੈਂਦੇ ਆ, ਉਵੇਂ ਦਾ ਮੈਂ ਛਾਪ ਕੇ ਉਹ ਹਰੇਕ ਸਿੰਘ ਦੇ, ਸ਼ਹੀਦ ਸਿੰਘ ਦੇ ਪਰਿਵਾਰ 'ਚ ਛੱਡ ਆਉਣਾ ਕਿ ਠੀਕ ਆ ਜੀ, ਕਦੇ ਲੋੜ ਪੈ ਜਾਂਦੀ ਆ, ਤੁਹਾਨੂੰ ਕਿਸੇ ਹੋਰ ਸਿੰਘ ਦਾ ਜੇ ਪਤਾ ਲੱਗਿਆ, ਤੁਹਾਡਾ ਨਹੀਂ ਹੈਗਾ, ਕੋਈ ਹੋਰ ਹੋਇਆ, ਉਹ ਸਾਨੂੰ ਦੱਸ ਦਿਓ। ਸੋ ਬੜੀ ਲੰਬੀ ਚੌੜੀ ਅਸੀਂ ਇਹਦੇ ਵਿੱਚ ਭੱਜ ਦੌੜ ਕਰਨ ਤੋਂ ਬਾਅਦ ਸਿਰਫ 167 ਮਤਲਬ ਸ਼ਹੀਦ ਸੀਗੇ ਜਿਹੜੇ ਪਹਿਲੀ ਵਾਰ ਅਸੀਂ ਜਿਨ੍ਹਾਂ ਦੀ ਡਾਇਰੈਕਟਰੀ ਛਾਪੀ ਸੀ ਜੀ। ਉਹਦੇ ਵਿੱਚੋਂ ਵੀ 2 ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸਾਡੀ ਉਸ ਕੈਟਾਗਰੀ 'ਚ ਨਹੀਂ ਆਉਂਦੇ ਜਿਹੜੀ ਕੈਟਾਗਰੀ ਅਸੀਂ ਚੁਣੀ ਹੋਈ ਸੀ। ਉਹ ਵੀ ਮੈਂ ਗੱਲ ਕਲੀਅਰ ਕਰਾਂਗਾ ਕਿ ਇਹ ਡਾਇਰੈਕਟਰੀ ਕਿਹਨਾਂ ਦੀ ਹੈ। ਤਾਂ 167 ਸਿੰਘਾਂ ਦੀ ਅਸੀਂ ਉਹ ਜਿਹੜੀ ਡਾਇਰੈਕਟਰੀ ਛਾਪੀ, ਉਹ ਅਸੀਂ 9 ਜੂਨ 2006 ਨੂੰ ਪਹਿਲਾ ਐਡੀਸ਼ਨ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੋਲ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨਾਲ, ਉੱਥੇ ਅਸੀਂ ਸਾਰੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਬੁਲਾਏ ਤੇ ਜਥੇਬੰਦੀਆਂ ਦੇ ਲੀਡਰਾਂ ਨੂੰ ਬੁਲਾਇਆ। ਪਰਿਵਾਰ ਉਸ ਦਿਨ ਸਾਡੇ ਲਈ ਬਹੁਤ ਇੰਪੋਰਟੈਂਟ ਸੀ। ਅਸੀਂ ਜਦੋਂ ਉਹ ਡਾਇਰੈਕਟਰੀ ਰਿਲੀਜ਼ ਕਰਨ ਦੀਆਂ ਖਬਰਾਂ, ਮੈਨੂੰ ਪਤਾ ਸੀਗਾ ਕਿ ਜਿਨ੍ਹਾਂ ਨੂੰ ਕਾਰਡ ਦੇ ਕੇ ਆਇਆ ਹੁਣ ਉਹ ਕੀ ਕਰਨਗੇ। ਅਗਲੇ ਘੱਟੋ ਘੱਟ 15 ਦਿਨ ਮੇਰਾ ਮੋਬਾਈਲ ਲਗਾਤਾਰ ਵੱਜਿਆ। ਲੋਕਾਂ ਨੇ ਕਿਹਾ ਕਿ ਭਾਜੀ ਤੁਸੀਂ ਸਾਡੇ ਕੋਲ ਆਏ ਸੀਗੇ ਪਰ ਸਾਨੂੰ ਨਹੀਂ ਸੀ ਪਤਾ, ਅਸੀਂ ਤੁਹਾਨੂੰ ਗਲਤ ਸਮਝਦੇ ਸੀਗੇ,
ਸਾਡਾ ਯਕੀਨ ਨਹੀਂ ਸੀ। ਅਸੀਂ ਬਹੁਤ, ਮੈਂ ਸਮਝਦਾ ਸੀ ਵੀ ਇਹ ਠੀਕ ਬੋਲ ਰਹੇ ਨੇ, ਕਿਉਂਕਿ ਇਹਨਾਂ ਨੇ ਬਹੁਤ ਕੁਝ ਦੇਖਿਆ। ਕੀ ਦੇਖਿਆ ਉਹਦੀ ਵੀ ਗੱਲ ਆਪਾਂ ਅੱਗੇ ਇਸ ਇੰਟਰਵਿਊ ਦੇ ਵਿੱਚ ਖੋਲਾਂਗੇ ਪੱਤੇ ਸਾਰੇ ਜੀ। ਰਾਜ਼ ਵੀ ਆ, ਕਈ ਗੁੰਝਲਤਾਈਆਂ ਨੇ ਜਿਹੜੀਆਂ ਆਮ ਬੰਦੇ ਨੂੰ ਨਹੀਂ ਉਵੇਂ ਪਰਾਂ ਬੈਠਿਆਂ ਨੂੰ ਸਮਝ ਨਹੀਂ ਲੱਗਦੀਆਂ। ਉੱਥੇ ਉਹਨਾਂ ਨੇ ਸਾਨੂੰ ਜਦੋਂ ਫਿਰ ਦੱਸਿਆ ਕਿ ਹਾਂ ਜੀ ਸਾਡਾ ਵੀ ਸਿੰਘ ਸ਼ਹੀਦ ਹੋਇਆ ਸੀ, ਤੁਸੀਂ ਆਓ ਸਾਡਾ ਡਾਟਾ ਲੈ ਕੇ ਜਾਓ। ਫਿਰ ਜਲਦੀ ਹੋਈ ਸਾਨੂੰ ਦੂਜਾ ਐਡੀਸ਼ਨ ਉਹਦਾ ਛਾਪਣਾ ਪਿਆ, ਕਿਉਂਕਿ ਇੰਨਾ ਕੁ ਡਾਟਾ ਹੋ ਗਿਆ ਸੀ। ਫਿਰ 206 ਸ਼ਹੀਦ ਹੋ ਗਏ ਜਿਹੜੇ ਪਹਿਲੋਂ ਵਾਲੇ ਸੀ ਉਹ ਪਾ ਕੇ, ਤੇ ਜਿਹੜੇ ਨਵੇਂ ਸਾਨੂੰ ਲੱਭੇ ਤਾਂ 2007 ਵਿੱਚ 1 ਸਾਲ ਬਾਅਦ ਹੀ ਅਸੀਂ ਫਿਰ ਦੂਜੀ ਐਡੀਸ਼ਨ ਜਿਹੜੀ ਸੀ ਉਹ ਜਾਰੀ ਸਾਨੂੰ ਕਰਨੀ ਪਈ। ਤੇ ਫਿਰ ਉਸ ਤੋਂ ਬਾਅਦ ਵਿੱਚ ਸਰਕਾਰ ਨੇ ਨਿਸ਼ਾਨੇ ਤੇ ਸਾਡਰਗਰ ਨੂੰ ਲੈਣਾ ਹੀ ਹੁੰਦਾ ਜਿਹੜੇ ਕੰਮ ਕਰਦੇ ਲੋਕ ਆ। ਤਾਂ ਮੇਰੇ ਤੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਦੇ ਬਹਾਨੇ ਇੱਕ ਝੂਠਾ ਕੇਸ ਫਰੇਮ ਕਰਤਾ, ਤੇ ਉਹ ਮੈਂ 3 ਸਾਲ ਮੈਨੂੰ ਜੇਲ੍ਹ ਰਹਿਣਾ ਪਿਆ। ਤੇ 2010 ਵਿੱਚ ਜਦੋਂ ਬਾਹਰ ਆਇਆ ਬਰੀ ਹੋ ਕੇ, ਫਿਰ ਦੁਬਾਰਾ ਇਹ ਪ੍ਰੋਜੈਕਟ ਨੂੰ ਸ਼ੁਰੂ ਕੀਤਾ। ਤਾਂ ਜਿੰਨੇ ਕੁ ਸਾਨੂੰ ਹੋਰ ਲੱਭਦੇ ਸੀ ਸ਼ਹੀਦ, ਉਹਨਾਂ ਦੇ ਡਾਟੇ ਨੂੰ ਇਕੱਠਾ ਕਰਕੇ 2012 ਦੇ ਵਿੱਚ ਫਿਰ ਜਿਹੜਾ ਆਖਰੀ ਐਡੀਸ਼ਨ ਤੀਜਾ ਉਹ ਛਪਿਆ ਜੂਨ 2012 ਦੇ ਵਿੱਚ। ਇਹਦੇ 'ਚ ਹੁਣ 219 ਸ਼ਹੀਦਾਂ ਦਾ ਵੇਰਵਾ ਵਾ ਜੀ। ਇਹ 219 ਜਿਹੜੇ ਸ਼ਹੀਦ ਨੇ ਇਹ ਕੌਣ ਨੇ, ਇਹਨਾਂ ਦੀ ਕੈਟਾਗਰੀ ਕੀ ਆ, ਇਹ ਦੱਸਣਾ ਸੰਗਤਾਂ ਲਈ ਜਾਣਨਾ ਜ਼ਿਆਦਾ ਜ਼ਰੂਰੀ ਆ। ਇਹਦੇ ਵਿੱਚ ਉਹਨਾਂ ਦਾ ਵੇਰਵਾ ਨਹੀਂ ਹੈਗਾ ਜਿਹੜੇ ਸਾਰੇ ਦੇ ਸਾਰੇ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਨੇ ਜੀ। ਇਹਦੇ ਵਿੱਚ ਇਕੱਲੇ ਫਾਈਟਰ ਨੇ ਜੀ। ਸਾਡੀ ਮੁੱਖ ਜਿਹੜਾ ਨਿਸ਼ਾਨਾ ਸੀ, ਸਾਡਾ ਫੋਕਸ ਸੀਗਾ, ਉਹ ਉਹਨਾਂ ਸ਼ਹੀਦਾਂ ਦੀ ਜਾਣਕਾਰੀ ਦੇਣ ਦਾ ਸੀ ਇਸ ਡਾਇਰੈਕਟਰੀ ਰਾਹੀਂ ਜਿਹੜੇ ਸ਼ਹੀਦ ਲੜਦੇ ਹੋਏ, ਗਨ ਚੱਕ ਕੇ ਜੂਝਦੇ ਹੋਏ ਸ਼ਹੀਦ ਹੋਏ ਨੇ। ਜੀ। ਕਿਉਂਕਿ ਇਹ ਗੱਲ ਕਹੀ ਉਹਦੀ ਮੁੱਠੀ ਪਰ ਸੂਰਮੇ ਸੀ, ਉਹ ਮੁੱਠੀ ਪਰ ਸੂਰਮੇ ਸਾਰੀ ਸੰਗਤ ਨਹੀਂ ਸੀ। ਸੂਰਮੇ ਜਿਹੜੇ ਸੀ, ਫਾਈਟਰ ਜਿਹੜੇ ਸੀ, ਜਿਹੜੇ ਜੁਝਾਰੂ ਯੋਧੇ ਸੀ ਸਾਡੇ, ਜਿਨ੍ਹਾਂ ਨੇ ਧਰਮ ਹਿੱਤ ਸੀਸ ਵਾਰੇ, ਜਿਨ੍ਹਾਂ ਨੂੰ ਪਤਾ ਸੀ ਕਿ ਜੇ ਇੱਥੇ ਚੜ੍ਹ ਕੇ ਆਏ ਤਾਂ ਅਸੀਂ ਕੀ ਕਰਨਾ, ਇਹ ਉਹਨਾਂ ਦਾ ਡਾਟਾ ਇਹਦੇ 'ਚ। ਤੇ ਇਹ ਡਾਟਾ ਉਹਨਾਂ ਦਾ ਨਹੀਂ ਜਿਹੜੇ ਲੜੇ ਤਾਂ ਸੀ ਪਰ ਫੜੇ ਗਏ। ਬਹੁਤ ਸਾਰੇ ਸਿੰਘ ਇਹੋ ਜਿਹੇ ਨੇ ਜਿਹੜੇ ਫੜ ਕੇ ਜੋਧਪੁਰ ਜੇਲ੍ਹ 'ਚ ਬੰਦ ਕੀਤੇ ਗਏ ਜਾਂ ਹੋਰ ਨੇ, ਉਹਨਾਂ ਦਾ ਵੀ ਇਹਦੇ 'ਚ ਕੋਈ ਡਾਟਾ ਨਹੀਂ। ਜਿਹੜੇ ਉਸ ਤਰ੍ਹਾਂ ਦਰਸ਼ਨ ਕਰਨ ਗਏ ਹੋਏ ਸੀ ਜਾਂ ਉਹ ਉਹਨਾਂ ਦਾ ਵੀ ਨਹੀਂ ਹੈਗਾ। ਜਿਹੜੀ ਆਮ ਸੰਗਤ ਸੀ, ਜਿਹੜੇ ਫੈਡਰੇਸ਼ਨ ਵਾਲੇ ਜਾਂ ਕਈ ਇਹੋ ਜਿਹੇ ਸਿੰਘ ਸੀ ਜਿਹੜੇ ਫੜੇ ਗਏ, ਜੀ ਜੀ ਜੀ, ਜਿਨ੍ਹਾਂ ਨੂੰ ਬਾਅਦ ਵਿੱਚ ਸਕਰੀਨਿੰਗ ਦੇ ਰਾਹੀਂ ਸਰਕਾਰ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਾਂ ਜੁਝਾਰੂ ਧਿਰ ਦੇ ਬੰਦੇ ਮੰਨ ਕੇ ਜੇਲ੍ਹ ਭੇਜਿਆ, ਉਹਨਾਂ ਦਾ ਵੀ ਇਹਦੇ 'ਚ ਨਹੀਂ ਹੈਗਾ ਜੀ। ਤੇ ਜਿਹੜੇ ਲੜਦੇ ਹੋਏ ਇੱਕ ਇਹੋ ਜਿਹੀ ਸਥਿਤੀ ਵਿੱਚ ਚਲੇ ਗਏ ਕਿ ਹੁਣ ਉਹਨਾਂ ਕੋਲ ਲੜਨ ਦਾ ਕੋਈ ਰਾਹ ਨਹੀਂ ਸੀ ਬਚਿਆ। ਭਾਈ ਸੁਖਦੇਵ ਸਿੰਘ ਬੱਬਰ, ਭਾਈ ਕੰਵਰ ਸਿੰਘ ਧਾਮੀ, ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ, ਜਿਹੜੇ ਕਿ ਬਾਅਦ ਵਿੱਚ ਉੱਠਣ ਵਾਲੀ ਗਰੀਲਾ ਵਾਰਫੇਅਰ ਆ, ਜਿਹੜੀ ਸਾਡੀ ਬਾਅਦ ਚ ਜੰਗ ਆ, ਗਰੀਲਾ ਖਾਲਿਸਤਾਨੀ ਸੰਘਰਸ਼ ਆ ਜਿਹੜਾ ਸਾਡਾ, ਉਹਦੇ ਵਿੱਚ ਸਭ ਤੋਂ ਸੈਂਟਰ ਐਕਸਲ, ਸਭ ਤੋਂ ਮੇਨ ਪਰਸਨੈਲਿਟੀ ਹੈ ਜਿਹੜੀ ਉਹ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ। ਇਹ ਇਹੋ ਜਿਹੇ ਬਹੁਤ ਸਾਰੇ ਸੀਗੇ ਜਿਹੜੇ ਉੱਥੋਂ ਨਿਕਲ ਗਏ, ਬਾਅਦ ਵਿੱਚ ਉਹ ਬੈਟਲਫੀਲਡ ਵਿੱਚ ਸ਼ਹੀਦ ਹੋਏ, ਉਹਨਾਂ ਦਾ ਵੀ ਇਹਦੇ ਵਿੱਚ ਜ਼ਿਕਰ ਨਹੀਂ ਹੈਗਾ ਜੀ। ਇਹਦੇ ਵਿੱਚ ਇਕੱਲੇ ਉਹ ਨੇ ਜਿਹੜੇ ਦਰਬਾਰ ਸਾਹਿਬ ਦੀ ਸ਼ਾਨ ਲਈ ਜੂਝਦੇ ਹੋਏ ਸ਼ਹੀਦ ਹੋਏ ਜੀ। ਇਹ ਗੱਲ ਇਸ ਕਰਕੇ ਵੀ ਜ਼ਰੂਰੀ ਆ ਕਿ ਮੇਜਰ ਜਿਹੜਾ ਜਨਰਲ ਕੁਲਦੀਪ ਸਿੰਘ ਬਰਾੜ ਆ, ਜਿਹੜਾ ਇਸ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ, ਇਸ ਸਾਕੇ ਦਾ ਫੌਜ ਦਾ ਇੱਕ ਇਹੋ ਜਿਹਾ ਅਫਸਰ ਆ ਜਿਹਨੇ ਇੱਕ ਕਿਤਾਬ ਲਿਖੀ ਆ, ਟਰੂ ਸਟੋਰੀ ਆਫ ਬਲੂ ਸਟਾਰ ਆਪਰੇਸ਼ਨ ਜੀ, ਸਾਕਾ ਨੀਲਾਤਰ ਦੀ ਸੱਚੀ ਕਹਾਣੀ। ਉਹਦੇ 'ਚ ਉਹਨੇ ਲਿਖਿਆ ਕਿ ਸਾਨੂੰ ਇਹ ਸੀ ਕਿ 1500 ਜਿਹੜਾ ਹੈਗਾ ਅੰਦਰ ਜੁਝਾਰੂ ਹੋਊਗਾ, ਤੇ ਫਿਰ ਉਹਨੇ 500 ਵੀ ਲਿਖਿਆ ਵੀ ਸ਼ਾਇਦ 500 ਹੋਵੇਗਾ, ਪਰ ਨਾ ਇਹ 1500 ਸੀ ਨਾ ਇਹ 500 ਸੀ। ਅਸੀਂ ਇਹੀ ਦੱਸਣਾ ਚਾਹੁੰਦੇ ਸੀ ਕਿ ਕੁੱਲ 300 ਸਿੰਘ ਸੀਗਾ ਜਿਹਨੇ ਇੰਡੀਅਨ ਆਰਮੀ ਨੂੰ 6 ਦਿਨ 1 ਜੂਨ ਤੋਂ ਲੈ ਕੇ 6 ਜੂਨ ਤੱਕ, ਹਾਲਾਂਕਿ ਉਸ ਤੋਂ ਬਾਅਦ ਵੀ ਜਿੱਦਣ ਗਿਆਨੀ ਜੈਲ ਸਿੰਘ ਮੱਥਾ ਟੇਕਣ ਆਇਆ, ਦਰਬਾਰ ਸਾਹਿਬ ਆਇਆ, ਉਸ ਦਿਨ ਵੀ ਭਾਈ ਮੇਜਰ ਸਿੰਘ ਨਾਗੋਕੇ ਹੋਣੀ ਉਦੋਂ ਤੱਕ ਵੀ 7-8 ਤਰੀਕ ਤੱਕ ਲੜ ਰਹੇ ਸੀਗੇ। ਪਰ ਮੋਟੇ ਤੌਰ ਦੇ ਉੱਤੇ ਜੇ 6 ਦਿਨ ਵੀ ਮੰਨ ਲਿਆ ਜਾਵੇ ਤਾਂ 6 ਦਿਨ ਜਿਨ੍ਹਾਂ ਸਿੰਘਾਂ ਨੇ ਭਾਰਤ ਦੀ ਆਰਮੀ ਨੂੰ ਅੰਦਰ ਪੈਰ ਨਹੀਂ ਧਰਨ ਦਿੱਤਾ, ਉਹ ਕੁੱਲ 300 ਸਿੰਘ ਵਾ, ਜਿਹਦੇ ਵਿੱਚੋਂ ਅਸੀਂ 250 ਸਿੰਘ ਦੀ ਮਤਲਬ ਲੱਗਦਾ ਮੈਨੂੰ, ਕਿਉਂਕਿ ਅਸੀਂ 219 ਦਾ ਡਾਟਾ ਹੁਣ ਤੱਕ ਦੇ ਚੁੱਕੇ ਹਾਂ। 2012 ਤੋਂ ਪਿਛਲੇ 8 ਸਾਲਾਂ ਦੇ ਵਿੱਚ ਸਾਡੇ ਕੋਲੇ ਬਹੁਤ ਸਾਰੇ ਸਿੰਘਾਂ ਦਾ ਵੇਰਵਾ ਹੁਣ ਆ ਗਿਆ ਵਾ। ਇਸ ਵਾਰ 6 ਜੂਨ ਨੂੰ ਅਸੀਂ ਜਿਹੜੀ ਇਹਦੀ ਅਗਲੀ ਚੌਥੀ ਐਡੀਸ਼ਨ ਆ ਉਹ ਹੁਣ ਰਿਲੀਜ਼ ਕਰਨੀ ਸੀ, ਪਰ ਕਰੋਨਾ ਦੇ ਕਰਕੇ ਉਹ ਸਾਰਾ ਪ੍ਰੋਜੈਕਟ ਵਿੱਚੇ ਰਹਿ ਗਿਆ, ਤੇ ਅਸੀਂ ਇਸ ਡਾਇਰੈਕਟਰੀ ਦਾ ਜਿਹੜਾ ਹੈਗਾ ਅਗਲਾ ਲਾਸਟੈਸਟ ਐਡੀਸ਼ਨ, ਚੌਥਾ ਐਡੀਸ਼ਨ, ਉਹ ਹੁਣ ਅਸੀਂ ਛਾਪਣ ਦੀ ਤਿਆਰੀ ਵਿੱਚ ਹੈ ਜੀ। ਜੀ ਬਿਲਕੁਲ। ਸੋ ਘੱਲੂਘਾਰਾ ਜੂਨ 84 ਦੇ ਵਿੱਚ ਭਾਰਤੀ ਇੱਕ ਪਾਸੇ ਫੌਜ ਹੈ, ਇੱਕ ਪਾਸੇ ਗੁਰੂ ਕੇ ਸਿੱਖ ਆ। ਫੌਜ ਦੇ ਕੋਲੇ ਹਰ ਤਰ੍ਹਾਂ ਦਾ ਜਿਹੜਾ ਸਪੋਰਟ ਆ, ਹਰ ਤਰ੍ਹਾਂ ਦਾ ਹਥਿਆਰ ਆ, ਹਰ ਤਰ੍ਹਾਂ ਦੀ ਹੱਲਾਸ਼ੇਰੀ ਹੈ, ਸਰਕਾਰ ਵੱਲੋਂ ਖੁੱਲ੍ਹਾ ਖਜ਼ਾਨਾ, ਪਰ
ਗੁਰੂ ਕੇ ਸਿੰਘਾਂ ਕੋਲ ਕੀ ਹੈ, ਬੇਸ਼ੱਕ ਗੁਰੂ ਦੀ ਬਖਸ਼ਿਸ਼ ਦੇ ਅੱਗੇ ਕਿਸੇ ਸਰਕਾਰ ਦੇ ਖਜ਼ਾਨੇ ਜਿਹੜੇ ਉਹ ਟਿਕਦੇ ਨਹੀਂ, ਪਰ ਫਿਰ ਵੀ ਜੇ ਅਸੀਂ ਸਰੀਰਕ ਤੌਰ ਤੇ ਲਾਈਏ ਤਾਂ ਉਹਨਾਂ ਕੋਲ ਕੋਈ ਬਹੁਤਾ ਉਹਨਾਂ ਹਥਿਆਰ ਜਾਂ ਨਹੀਂ, ਪਰ ਉਹਨਾਂ ਦੇ ਹੌਸਲੇ ਜਿਹੜੇ ਸੀ ਉਹ ਭਾਰਤੀ ਫੌਜ ਦੇ ਵਾਸਤੇ ਜਿਹੜਾ ਉਹਨਾਂ ਦਾ ਅੱਧੇ ਘੰਟੇ ਦਾ ਸੁਪਨਾ ਸੀ ਉਹਨੂੰ ਚੂਰ ਤਾਂ ਕੀਤਾ ਬੜੀ ਛੋਟੀ ਗੱਲ ਆ, ਬਲਕਿ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਔਰ 6 ਦਿਨ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੈ ਅੰਦਰ, ਕਿਹੜੀ ਤਾਕਤ ਜਿਹੜੀ ਆ ਬੈਠੀ ਹੈ, ਕਿੱਧਰੋਂ ਗੋਲੀਆਂ ਆਉਂਦੀਆਂ, ਕਿੱਧਰੋਂ ਜਿਹੜਾ ਅੰਦਰੋਂ ਜਕਾਰਿਆਂ ਦੀਆਂ ਗੂੰਜਾਂ ਆਉਂਦੀਆਂ ਹੈ ਨਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਜਿਹੜੀ ਅਗਵਾਈ ਦੇ ਵਿੱਚ 300 ਦੇ ਲਗਭਗ ਜਿਹੜੇ ਕਰੀਬ ਆ ਉਹ ਜੁਝਾਰੂ ਜਿਹੜੇ ਯੋਧੇ ਨੇ, ਫਾਈਟਰ ਜਿਹੜੇ ਆ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਜਿਹੜੀ ਜੰਗ ਲੜੀ, ਹੋਰ ਬਹੁਤ ਸਾਰੀ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਉਹਨਾਂ ਦਿਨਾਂ ਦੇ ਵਿੱਚ ਹੋਣ ਕਰਕੇ ਆਉਂਦੀ ਸੀ, ਉਹ ਸੰਗਤ ਨਾਲ ਵੀ ਜਿਹੜਾ ਕਿ ਫੌਜ ਨੇ ਬਹੁਤ ਜ਼ਿਆਦਾ ਜਿਹੜਾ ਬੁਰਾ ਜਿਹੜਾ ਵਿਹਾਰ, ਸ਼ਬਦ ਸ਼ਾਇਦ ਬਹੁਤ ਛੋਟਾ ਹੋਏਗਾ, ਭੱਦਾ ਵਿਹਾਰ ਜਿਹੜਾ, ਐਡਾ ਸ਼ਰਮਨਾਕ ਗੱਲਾਂ ਜਿਹੜੀਆਂ ਅਸੀਂ ਇੱਥੇ ਕਹਿ ਵੀ ਨਹੀਂ ਸਕਦੇ। ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਫੌਜ ਨੇ ਜੋ ਕਰਤੂਤਾਂ ਕੀਤੀਆਂ ਉਹ ਅਸੀਂ ਉਹ ਵੀ ਗੱਲਬਾਤ ਕਰਾਂਗੇ। ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਲੜਾਕੂ 300 ਦੇ ਲਗਭਗ ਕਰੀਬ ਸੀ, ਤਾਂ ਫੌਜ ਦੇ ਜਿਹੜੇ ਅੰਕੜੇ, ਬੇਸ਼ੱਕ ਕੁਲਦੀਪ ਬਰਾੜ ਕੁਛ ਲਿਖਦੇ ਆ, ਹੋਰ ਹਵਾਲੇ ਕੁਛ ਲਿਖਦੇ ਆ, ਕੁਛ ਜਿਹੜੇ ਲੇਖਕਾਂ ਨੇ ਕਿਤਾਬਾਂ ਲਿਖੀਆਂ ਫੌਜ ਦਾ ਇੰਨੇ ਹਜ਼ਾਰ ਮਰੀ ਆ ਜੀ, 5000 ਆ ਜੀ, 2000, ਤੁਹਾਨੂੰ ਕੀ ਲੱਗਦਾ ਅੰਦਾਜ਼ਨ ਫੌਜ ਜੇ ਸੱਚਮੁੱਚ ਗੱਲ ਕਰੋ, ਜਿਹਨੂੰ ਸਰਕਾਰ ਨੇ ਸ਼ਾਇਦ, ਕਿਉਂਕਿ ਸਰਕਾਰ ਹਮੇਸ਼ਾ ਆਪਦਾ ਨੁਕਸਾਨ ਛਪਾਉਂਦੀ ਹੈ, ਕਿੰਨੀ ਫੌਜ ਦਾ ਨੁਕਸਾਨ ਉੱਥੇ ਹੋਇਆ ਹੋਵੇਗਾ ਜੀ? ਫੌਜ ਦੇ ਨੁਕਸਾਨ ਨੂੰ ਇਸ ਗੱਲ ਨਾਲ ਮਿਲਣ ਦੀ ਲੋੜ ਆ ਕਿ ਇੰਡੀਅਨ ਸਟੇਟ ਨੇ ਪੂਰਾ ਜ਼ੋਰ ਲਾਇਆ ਹੋਇਆ ਕਿ ਅੰਦਰ ਲੜਨ ਵਾਲੇ ਯੋਧਿਆਂ ਦੀ ਪੂਰੀ ਗਿਣਤੀ ਸਾਹਮਣੇ ਨਾ ਆਵੇ। ਉਹ ਗਿਣਤੀ ਵੱਧ ਤੋਂ ਵੱਧ ਦਿਖਾਉਣ ਦੀ ਮਨਸ਼ਾ ਦੇ ਤਹਿਤ ਪਿਛਲੇ 34-35 ਸਾਲ ਤੋਂ ਬਹੁਤ ਉਹਨਾਂ ਦਾ ਖਰਚਾ ਹੋ ਰਿਹਾ। ਬੜੀ ਵੱਡੀ ਗਿਣਤੀ ਵਿੱਚ ਕੋਲੋਂ ਹਥਿਆਰ ਫੜ ਕੇ, ਕਿਉਂਕਿ ਇਹ ਉਦੋਂ ਹੀ ਚਰਚਾ ਚੱਲ ਪਈ ਸੀ ਵੀ ਨਵੇਂ ਨਕੋਰ ਬਿਲਕੁਲ ਹਥਿਆਰ ਜਿਹੜੇ ਆਰਮੀ ਕੋਲ ਹੁੰਦੇ ਨੇ ਉਹ ਵੀ ਰੱਖ ਕੇ ਢੇਰ ਦੇ ਵਿੱਚ ਦਿਖਾਉਣੇ ਪਏ ਉਹਨਾਂ ਨੂੰ ਕਿ ਅਸੀਂ ਤਾਂ ਜੀ ਬਹੁਤ ਵੱਡੀ ਹਥਿਆਰਾਂ ਵਾਲੀ ਇੱਕ ਇਹੋ ਜਿਹੀ ਤਾਕਤ ਨਾਲ ਭਿੜੇ ਆ ਅੰਦਰ, ਜਿਨ੍ਹਾਂ ਦੇ ਸਾਹਮਣੇ ਸਾਡਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ। ਸੋ ਜਿਹੜਾ ਸਾਡੇ 300 ਸਿੰਘਾਂ ਦੇ ਔਰ ਉਸ ਦਿਨ ਜਿਹੜੇ ਅਫਸਰ ਸੀਗੇ, ਉਸੇ ਦਿਨ ਜਦੋਂ ਤਾਜ਼ਾ ਇਹ ਹੋ ਕੇ ਹਟਿਆ ਐਕਸ਼ਨ, ਉਦੋਂ ਉਹ ਬਾਰ-ਬਾਰ ਇਹ ਗੱਲ ਕਹਿੰਦੇ ਸੀ ਕਿ ਜੇ ਇਹੋ ਜਿਹੀ ਫੌਜ, ਇਹੋ ਜਿਹੀ ਲੜਨ ਵਾਲੀ ਸਮਰੱਥਾ ਵਾਲੇ ਯੋਧੇ ਸਾਡੇ ਕੋਲ ਹੁਣ ਅਸੀਂ ਅੱਧੇ ਘੰਟੇ 'ਚ ਪਾਕਿਸਤਾਨ ਫਰਾਹ ਕਰ ਦਿਆਂਗੇ। ਇਹ ਸਾਰੀਆਂ ਗੱਲਾਂ ਕਿਹਨੇ ਕਹਿਣ ਲਈ ਮਜਬੂਰ ਕੀਤਾ? ਉਹਨਾਂ ਜੁਝਾਰੂਆਂ ਦੀ ਇੰਨੀ ਘੱਟ ਗਿਣਤੀ ਸੀ ਤੇ ਇੰਨੇ ਘੱਟ ਹਥਿਆਰ ਸੀ, ਪਰ ਉਹਨਾਂ ਦੇ ਲੜਨ ਦੇ ਮਰਨ ਦੇ ਚਾਅ ਨੇ। ਕਿੱਥੇ ਤਨਖਾਹਦਾਰ ਮੁਲਾਜ਼ਮ, ਬਿਲਕੁਲ, ਕਿੱਥੇ ਧਰਮ ਹਿੱਤ ਸੀਸ ਵਾਰਨ ਦਾ ਚਾਅ। ਇੱਕ ਇਹੋ ਜਿਹਾ ਸਿੰਘ ਸੀ ਭਾਈ ਗੁਰਮੁਖ ਸਿੰਘ ਗੜਵਈ, ਰਾਗੀ ਸੀ ਇੱਕ ਗੰਜੋਗੜੀ ਵਾਲਾ, ਤੇ ਉਹ ਸਿੰਘ ਉੱਥੇ ਜਦੋਂ ਹੋਈ ਤਾਂ ਬਾਲਟੀ ਚੱਕੀ ਫਿਰੇ, ਜਿਵੇਂ ਆਪਣੇ ਉੱਥੇ ਬਾਲਟੀਆਂ ਹੁੰਦੀਆਂ ਲੰਗਰ ਗੁਰਦੁਆਰਾ ਸਾਹਿਬ 'ਚ ਲੰਗਰ ਵਾਲੀਆਂ, ਸੇਵਾ ਵਾਲੀਆਂ। ਉਹਨੂੰ ਕਹਿੰਦੇ ਕਿ ਕਹਿੰਦਾ ਮੈਂ ਸਿਰ ਦੇ ਉੱਤੇ ਬਾਲਟੀ ਲੈ ਲੈਣੀ ਆ। ਉਹ ਹੱਸਣ ਲੱਗ ਗਏ, ਕਹਿੰਦੇ ਇਹਦੇ ਨਾਲ ਤੇਰਾ ਕੀ ਬਚਾਅ ਹੋ ਜੂ? ਕਹਿੰਦੇ ਨਹੀਂ, ਮੈਂ ਮਰਨਾ ਚਾਹੁੰਦਾ, ਪਰ ਮੈਂ ਇਹ ਚਾਹੁੰਦਾ ਕਿ ਜਦੋਂ ਮੇਰੇ ਸਿਰ ਤੋਂ ਬਾਲਟੀ ਜਿਹੜੀ ਹੈਗੀ ਆ ਲੱਥੇਗੀ, ਉਹ ਮੇਰਾ ਚਿਹਰਾ ਸਾਫ਼ ਸੁਥਰਾ ਹੋਊਗਾ ਤੇ ਲੋਕਾਂ ਨੂੰ ਪਤਾ ਲੱਗੂਗਾ ਕਿ ਭਾਜਿਆ ਨਹੀਂ ਸੀਗਾ, ਉੱਥੇ ਹੀ ਸ਼ਹੀਦ ਹੋਇਆ ਉਹ। ਮੈਂ ਚਾਹੁੰਦਾ ਕਿ ਮੇਰਾ ਪਤਾ ਲੱਗੇ। ਤੇ ਉਹ ਇਦਾਂ ਦੇ ਜਜ਼ਬੇ ਵਾਲੇ ਸਿੰਘਾਂ ਦੇ ਸਾਹਮਣੇ ਉਹ ਬੰਦੇ ਜਿਹੜੇ ਤਨਖਾਹਦਾਰ ਮੁਲਾਜ਼ਮ ਨੇ, ਜਿਨ੍ਹਾਂ ਨੂੰ ਜ਼ਿੰਦਗੀ ਦਾ ਚਾਅ, ਜਿਉਣ ਦਾ ਇੱਛਾ ਹੈ, ਉਹ ਕਿੱਥੇ ਖੜ ਸਕਦੇ ਸੀ? ਸੋ ਇੱਥੇ ਢੇਰੀਆਂ ਲਾਤੀਆਂ ਜਿਹੜੀਆਂ ਬਾਬੇ ਨੇ ਵਚਨ ਕੀਤਾ ਸੀ, ਬਾਬਾ ਜਰਨੈਲ ਸਿੰਘ ਜੀ ਨੇ, ਕਿ ਆਉਣ ਦਿਓ ਸਹੀ ਇੱਕ ਵਾਰੀ ਢੇਰੀਆਂ ਲੱਗਣਗੀਆਂ। ਉਹ ਢੇਰੀਆਂ ਲਾਈਆਂ ਤੇ ਅੱਜ ਇਹ ਗੱਲ ਜੱਗ ਜ਼ਾਹਿਰ ਹੋ ਚੁੱਕੀ ਆ। ਬਹੁਤ ਸਾਰੇ ਫੌਜੀ ਅਫਸਰ, ਓਂਕਾਰ ਸਿੰਘ ਗਰਾਇਆ ਤੇ ਮੇਜਰ ਜਨਰਲ ਜੰਮਵਾਲ, ਇਹ ਸਾਰੇ ਉਸ ਆਪਰੇਸ਼ਨ ਦਾ ਹਿੱਸਾ ਰਹੇ ਨੇ। ਇਹਨਾਂ ਸਾਰਿਆਂ ਨੇ ਇਹ ਗੱਲ ਐਡਮਿਟ ਕੀਤੀ ਆ ਕਿ ਅੰਦਰ ਸਾਡੀਆਂ ਮਤਲਬ ਆਹੂ ਲਾਤੇ, ਢੇਰੀਆਂ ਲਾਤੀਆਂ। ਤੇ ਉਹ ਇਸ ਗੱਲ ਨੂੰ ਬਾਰ-ਬਾਰ ਮੰਨਦੇ ਸੀ ਕਿ ਦੋ ਗੱਲਾਂ ਨੇ ਸਾਡਾ ਨੁਕਸਾਨ ਕੀਤਾ। ਇੱਕ ਤਾਂ ਇਹਨਾਂ ਸਿੰਘਾਂ ਦਾ ਜਜ਼ਬਾ, ਦੂਜੀ ਜਿਹੜੀ ਗੱਲ ਸੀ ਇਹਨਾਂ ਕੋਲੇ ਉਹ ਮੇਜਰ ਜਨਰਲ ਸਵੇਗ ਸਿੰਘ ਵਰਗੀ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹਨੇ ਪਾਕਿਸਤਾਨ, ਜਿਹੜੀ ਪੂਰਬੀ ਪਾਕਿਸਤਾਨ ਜਿਹਨੂੰ ਕਹਿੰਦੇ ਸੀ ਉਦੋਂ, ਹੁਣ ਬੰਗਲਾਦੇਸ਼ ਕਹੀਦਾ, ਜਿਹਨੇ ਬੰਗਲਾਦੇਸ਼ ਦੀ ਜਿਹੜੀ ਉਹ ਸਾਰੀ ਆਪਰੇਸ਼ਨ ਹੋਇਆ ਉਹਦੇ ਵਿੱਚ ਉਹਨੇ ਸਭ ਤੋਂ ਵੱਡਾ ਰੋਲ ਪਲੇ ਕੀਤਾ ਸੀ। ਜਿਹੜਾ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਕਿਸਤਾਨੀ ਆਰਮੀ ਤੋਂ ਹਥਿਆਰ ਛੁਡਵਾ ਸਕਦਾ ਹੈ ਤੇ ਇੱਥੇ ਕੀ ਨਹੀਂ ਸੀ ਕਰ ਸਕਦਾ? ਤੇ ਉੱਥੇ ਤਾਂ ਫੇਰ ਵੀ ਉਹਦੇ ਕੋਲੇ ਤਨਖਾਹਦਾਰ ਮੁਲਾਜ਼ਮ ਸੀ, ਇੱਥੇ ਤਾਂ ਉਹ ਸੀ ਜਿਹੜੇ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ, ਉਹ ਸੂਰਮੇ ਸੀ। ਸੋ ਬਾਬਾ ਜਰਨੈਲ ਸਿੰਘ ਨੇ ਤੇ ਭਾਈ ਸਵੇਗ ਸਿੰਘ ਨੇ, ਬਾਬਾ ਠਾਰਾ ਸਿੰਘ ਜੀ ਨੇ, ਭਾਈ ਅਮਰੀਕ ਸਿੰਘ ਜੀ ਨੇ ਇਸ ਜੰਗ ਦੀ ਅਗਵਾਈ ਕੀਤੀ। ਪਰ ਅਸਲ ਵਿੱਚ ਇਹਨਾਂ ਦੇ ਸਿਰ ਦੇ ਉੱਤੇ ਉਸ ਕਲਗੀਧਰ ਸ਼ਹਿਨਸ਼ਾਹ ਦਾ ਥਾਪੜਾ ਸੀਗਾ, ਦੂਜੇ ਪਾਸੇ ਬੀਬੀ ਇੰਦਰਾ ਗਾਂਧੀ ਦਾ ਥਾਪੜਾ ਲੈ ਕੇ ਆਏ ਹੋਏ, ਗੰਗੂ ਦੇ ਵਾਰਸਾਂ ਦਾ ਥਾਪੜਾ ਲੈ ਕੇ ਆਏ ਸੀ। ਇੱਥੇ ਫਿਰ ਇਹੀ ਢੇਰੀਆਂ ਲੱਗਣੀਆਂ ਸੀ, ਢੇਰੀਆਂ ਲਾਤੀਆਂ ਸਿੰਘਾਂ ਨੇ। ਬਿਲਕੁਲ ਜੀ। ਸੰਤ ਜਰਨੈਲ ਸਿੰਘ ਜੀ ਦਾ ਅੱਜ ਵੀ ਜਦੋਂ ਨਾਮ ਲੈਂਦੇ ਹਾਂ ਤਾਂ ਹਰ ਸਿੱਖ ਦੇ ਜਿਹੜਾ ਮਨ ਦੇ ਵਿੱਚ ਇੱਕ ਬੜਾ ਡਾਢਾ ਚਾਅ ਪੈਦਾ ਹੁੰਦਾ, ਲੂੰ ਕੰਡੇ ਵੀ ਖੜੇ ਹੋ ਜਾਂਦੇ ਆ
ਕਿਉਂਕਿ ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਉਹ ਕਹਿਣੀ ਤੇ ਕਥਨੀ ਤੇ ਪੂਰੇ ਵਾਕਿਆ ਹੀ ਜਿਹੜਾ ਉਹਨਾਂ ਦਾ ਨਾਰਾ ਸੀ ਵੀ ਜਿਉਣਾ ਅਣਖ ਨਾਲ ਮਰਨਾ ਧਰਮ ਲਈ ਹੈ ਨਾ, ਸਰੀਰ ਦੀ ਮੌਤ ਜਿਹੜੀ ਅਸਲ ਮੌਤ ਨਹੀਂ, ਜ਼ਮੀਰ ਦੀ ਮੌਤ ਜਿਹੜੀ ਅਸਲ ਮੌਤ ਆ। ਤਾਂ ਤੁਸੀਂ ਬਹੁਤ ਸਾਰੇ ਜਿਹੜਾ ਕਿ ਜਦੋਂ ਡਾਇਰੈਕਟਰੀ ਲਿਖਣ ਵਾਸਤੇ ਜਦੋਂ ਡਾਕੂਮੈਂਟ ਇਕੱਠੇ ਕੀਤੇ, ਸ਼ਹੀਦਾਂ ਦੇ ਪਰਿਵਾਰਾਂ ਕੋਲ ਗਏ, ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਜਾਂ ਕਿਸੇ ਨੇ ਕੋਈ ਯਾਦ ਇਸ ਤਰ੍ਹਾਂ ਦੀ ਸਾਂਝੀ ਕੀਤੀ ਹੋਵੇ ਕਿਸੇ ਸ਼ਹੀਦ ਦੇ ਪਰਿਵਾਰ ਨੇ, ਜਿਹੜੀ ਹੁਣ ਵੀ ਅਸੀਂ ਜਦੋਂ ਉਹਨੂੰ ਚੇਤੇ ਕਰੀਏ, ਕਿਉਂਕਿ ਵੈਸੇ ਤਾਂ ਇੱਕ ਸ਼ਹੀਦੀ ਹੋਏਗੀ ਪਰ ਉਦੋਂ ਮੀਡੀਆ ਨਹੀਂ ਸੀ, ਕੈਮਰੇ ਨਹੀਂ ਸੀ, ਅਤੇ ਜਿਹੜੇ ਉਹ ਲੜਨ ਵਾਲੇ ਸਾਰੇ ਯੋਧੇ ਤਕਰੀਬਨ ਉਹ ਆਮ ਘਰਾਂ 'ਚੋਂ ਹੀ ਸੀ। ਸੰਤ ਜਰਨੈਲ ਸਿੰਘ ਜੀ ਬੜੇ ਸਾਦੇ ਘਰ 'ਚੋਂ ਸਾਦਗੀ ਸੀ। ਜਿਹੜੀਆਂ ਤਸਵੀਰਾਂ ਵੀ ਅਸੀਂ ਦੇਖਦੇ ਹਾਂ ਉਹ ਵੀ ਗੈਰ ਬਹੁਤੇ ਸਿੱਖਾਂ ਦੀਆਂ ਜਾਂ ਗੈਰ ਪੰਜਾਬੀਆਂ ਦੁਆਰਾ ਹੀ ਖਿੱਚੀਆਂ ਹੋਈਆਂ ਜਾਂ ਕੁਛ ਬਾਹਰਲੇ ਪੱਤਰਕਾਰਾਂ ਨੇ। ਕੁਛ ਵੀ ਅਜਿਹੀ ਘਟਨਾ ਜਦੋਂ ਉਹਨਾਂ ਦਾ ਪਰਿਵਾਰ ਉੱਥੇ ਮਿਲ ਕੇ ਆਇਆ ਹੋਵੇ ਜਾਂ ਜਦੋਂ ਹਮਲਾ ਹੋਣ ਤੋਂ ਪਹਿਲਾਂ ਕੁਛ ਇਸ ਤਰ੍ਹਾਂ ਦੀ ਗੱਲ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਜਿੰਨੇ ਇਸ ਸੰਘਰਸ਼ ਦੇ ਵਿੱਚ ਅੰਦਰ ਦਰਬਾਰ ਸਾਹਿਬ 'ਚ ਜੂਝ ਕੇ ਸ਼ਹੀਦ ਹੋਏ ਸਿੰਘ ਨੇ ਨਾ ਜੀ, ਉਹਨਾਂ ਵਿੱਚੋਂ ਹਰੇਕ ਦੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਇਮੋਸ਼ਨਲ ਤੇ ਕੌਮੀ ਜਜ਼ਬੇ ਨਾਲ ਭਰੀ ਹੋਈ ਕਹਾਣੀ ਆ, ਜਿਹਦੇ ਲਈ ਬਹੁਤ ਖੁੱਲ੍ਹੇ ਸਾਨੂੰ ਵਕਤ ਦੀ ਲੋੜ ਆ। ਜਦੋਂ ਅਸੀਂ ਇਸ ਸਫ਼ਰ ਦੇ ਵਿੱਚ ਪਏ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਕਿ ਸਾਨੂੰ ਏਡੇ ਵੱਡੇ ਇਤਿਹਾਸਕ ਸੱਚ ਦੇ ਨਾਲ ਦੋ ਚਾਰ ਹੋਣਾ ਪਊਗਾ। ਇਹ ਜਿਹੜੇ ਰੂਹਾਂ ਦੇ ਸਫ਼ਰ ਨੇ ਜਿਹਦੇ ਅੰਦਰ ਇੱਕ ਇਹੋ ਜਿਹੀ ਸਪਿਟ ਤੁਹਾਨੂੰ ਬੰਨ੍ਹ ਕੇ ਰੱਖ ਲੈਂਦੀ ਆ ਤੇ ਤੁਹਾਡਾ ਜਿਹੜਾ ਸਾਰਾ ਕੁਝ ਆ ਉਹਦੇ ਨਾਲ ਜੁੜ ਜਾਂਦਾ। ਜਿਵੇਂ ਗੂੰਗੇ ਨੂੰ ਮਿਠਾਈ ਖਿਲਾ ਦੀ ਉਹ ਦੱਸ ਨਹੀਂ ਸਕਦਾ, ਉਵੇਂ ਦੇ ਕੁਝ ਅਸੀਂ ਐਕਸਪੈਰੀਮੈਂਟ, ਕੁਝ ਇਹੋ ਜਿਹੇ ਅਨੁਭਵ ਸਾਡੇ ਵੀ ਹੋਏ। ਜਿਵੇਂ ਮੈਂ ਇੱਕ ਗੱਲ ਇੱਥੇ ਸਾਂਝੀ ਕਰਨੀ ਚਾਹਾਂ ਕਿ ਇੱਕ 1984 ਤੋਂ ਬਾਅਦ ਗੱਲ ਚੱਲ ਪਈ ਕਿ ਬਾਬਾ ਜਰਨੈਲ ਸਿੰਘ ਦੀ ਚੜ੍ਹਦੀ ਕਲਾ 'ਚ ਇੱਥੋਂ ਨਿਕਲ ਗਈ। ਉਹ ਗੱਲ ਕਿਹਨੇ ਚਲਾਈ, ਕਿਵੇਂ ਚਲਾਈ, ਉਹਨੂੰ ਆਪਾਂ ਪਾਸੇ ਛੱਡਦੇ ਹਾਂ। ਆਪਾਂ ਆਪਦੇ ਜੂਨ 84 ਦੇ ਸ਼ਹੀਦਾਂ ਦੀ ਡਾਇਰੈਕਟਰੀ ਦੇ ਪ੍ਰੋਜੈਕਟ ਦੇ ਹਿਸਾਬ ਨਾਲ ਮੈਂ ਜੇ ਗੱਲ ਦੱਸਾਂ ਤਾਂ ਅਸੀਂ ਇੱਕ ਪਰਿਵਾਰ ਕੋਲ ਗਏ ਅਤੇ ਮੈਂ ਆਪਦੇ ਵੇਗ ਦੇ ਵਿੱਚ ਹੀ ਕਿ ਮਾਤਾ ਜੀ ਨੂੰ ਮੈਂ ਬਿਠਾ ਕੇ ਕੋਲੇ ਪੁੱਛਿਆ, ਕਿਹਾ, ਮੈਂ ਕਿਹਾ ਜੀ ਆਪਣੇ ਜਿਹੜੇ ਸਿੰਘ ਸੀਗੇ ਭਾਈ ਸਰਜੀਤ ਸਿੰਘ ਉਹ ਦਰਬਾਰ ਸਾਹਿਬ 'ਚ ਸ਼ਹੀਦ ਹੋ ਗਏ ਸੀਗੇ, ਅਸੀਂ ਇੱਕ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕਰਨ ਲੱਗੇ ਹਾਂ ਅਤੇ ਕੁਛ ਗੱਲਾਂ ਸਿੰਘ ਬਾਰੇ ਅਤੇ ਉਹਦੀ ਸਾਨੂੰ ਫੋਟੋ ਵਗੈਰਾ ਚਾਹੀਦੀ ਹੈ। ਮੈਂ ਆਪਦੇ ਵੇਗ ਵਿੱਚ ਬੋਲੀ ਜਾ ਰਿਹਾ, ਮਾਤਾ ਨੇ ਮੇਰੇ ਹੱਥ ਫੜ ਲਏ ਅਤੇ ਉਹਦੇ ਅੱਖਾਂ ਵਿੱਚੋਂ ਹੰਝੂ ਜਿਹੜੇ ਸੀਗੇ ਉਹ ਇੱਥੇ ਮੇਰੇ ਹੱਥਾਂ 'ਤੇ ਡੁੱਲ ਰਹੇ ਸੀ। ਆਮ ਤੌਰ 'ਤੇ ਇੱਕ ਦੋ ਹੰਝੂ ਕਿਸੇ ਦੇ ਡੁੱਲਦੇ ਨੇ ਅਤੇ ਬੰਦਾ ਸੰਭਲ ਜਾਂਦਾ, ਪਰ ਉਹ ਮਾਂ ਨੇ ਥੋੜ੍ਹੇ ਸਮੇਂ 'ਚ ਹੀ ਮੇਰੇ ਹੱਥ ਜਿਹੜੇ ਸੀ ਉਹ ਐਂ ਹੋ ਗਏ ਜਿਵੇਂ ਪਾਣੀ ਨਾਲ ਧੋਤੇ ਹੁੰਦੇ ਆ, ਐਦਾਂ ਹੰਝੂ ਉਹ 'ਤੇ ਸੀ। ਕਾਹਦੇ ਲਈ? ਕਹਿੰਦੀ ਸ਼ੁਕਰ ਆ ਕੋਈ ਮੇਰੇ ਘਰ ਆਇਆ ਜਿਹੜਾ ਮੇਰੇ ਪੁੱਤ ਨੂੰ ਸ਼ਹੀਦ ਕਹਿੰਦਾ। ਮੈਂ ਕਿਹਾ ਮਾਤਾ ਜੀ ਉਹ ਸ਼ਹੀਦ ਹੋਇਆ ਅੰਦਰ ਦਰਬਾਰ ਸਾਹਿਬ ਦੇ ਵਿੱਚ, ਸਾਰਿਆਂ ਨੇ ਕਿਹਾ ਹੈਗਾ, ਜਿੱਥੋਂ ਮੈਂ ਪਤਾ ਕੀਤਾ ਤਾਂਹੀਓ ਆਏ ਹਾਂ। ਅਤੇ ਜਿਹੜੇ ਸ਼ਹੀਦ ਸਿੰਘ ਦੇ ਪਿਤਾ ਜੀ ਸੀ ਉਹ ਵੀ ਕੋਲੇ ਸੀ, ਉਹ ਕਹਿੰਦੇ ਸਾਨੂੰ ਤਾਂ ਉਦੋਂ ਦਾ ਹੀ ਪਤਾ ਪਰ ਅਸੀਂ ਕੀ ਕਰੀਏ। ਮੈਂ ਸਮਝ ਨਹੀਂ ਲੱਗਿਆ, ਮੈਂ ਕਿਹਾ ਕੀ ਹੋਇਆ ਵਾ। ਉਹ ਕਹਿੰਦੇ ਜੀ ਵੀ ਜਦੋਂ ਸਾਨੂੰ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪਤਾ ਲੱਗਿਆ ਅਸੀਂ ਆਪਦੇ ਪੁੱਤ ਦੀ ਅਖੰਡ ਪਾਠ ਪ੍ਰਕਾਸ਼ ਕਰਾਤਾ, ਜਿਵੇਂ ਸਾਡੀ ਰਵਾਇਤ ਆ ਵੀ ਸ਼ਹੀਦੀ ਦਾ ਵੀ ਉਹਦਾ ਕਰਾਈਏ। ਅਤੇ ਜਦੋਂ ਉਸੇ ਸ਼ਾਮ ਨੂੰ ਕੁਛ ਸਿੰਘ ਆਏ, ਉਹਨਾਂ ਨੇ ਕਿਹਾ ਕਿ ਸਰਜੀਤ ਸਿੰਘ ਜਿਉਂਦਾ ਆ, ਚੜ੍ਹਦੀ ਕਲਾ 'ਚ ਬਾਬਾ ਜਰਨੈਲ ਸਿੰਘ ਦੇ ਨਾਲ ਫਲਾਣੇ ਸਿੰਘ ਨੇ, ਇਹ ਆਪਣਾ ਕਾਕਾ ਉਹਨਾਂ ਦੇ ਨਾਲ ਆ। ਸਾਡਾ ਮਨ ਤਾਂ ਨਹੀਂ ਸੀ ਮੰਨਦਾ, ਪਰ ਉੱਥੇ ਇਹੋ ਜਿਹਾ ਕੁਛ ਹਾਲਾਤ ਬਣਿਆ ਕਿ ਅਸੀਂ ਫਿਰ ਜਦੋਂ ਅੰਤਮ ਅਰਦਾਸ ਜਿਹੜੀ ਉਸ ਭੋਗ ਦੀ ਕੀਤੀ, ਉਸ ਪਾਠ ਦੇ ਸਮਾਪਤੀ 'ਤੇ ਫਿਰ ਅਸੀਂ ਇਹ ਕੀਤੀ ਕਿ ਵੀ ਭਾਈ ਸਰਜੀਤ ਸਿੰਘ ਦੀ ਚੜ੍ਹਦੀ ਕਲਾ ਦੀ ਕੀਤੀ ਅਤੇ ਇਸ ਸਾਰੇ ਸਾਕੇ ਦੌਰਾਨ ਸ਼ਹੀਦ ਹੋਏ ਸਾਰੇ ਸਿੰਘਾਂ ਲਈ ਅਸੀਂ ਅਰਦਾਸ ਕਰਤੀ। ਜਦੋਂ ਇਹ ਸਾਰਾ ਹੋ ਗਿਆ ਅਤੇ ਹਰ ਸਾਲ ਅਸੀਂ ਇਸ ਗੱਲ ਦੇ ਵਿੱਚ ਵੀ ਅਸੀਂ ਆਪਦੇ ਪੁੱਤ ਦਾ ਹੁਣ ਸ਼ਹੀਦੀ ਦਿਹਾੜਾ ਵੀ ਨਹੀਂ ਮਨਾ ਸਕਦੇ, ਅਸੀਂ ਆਪਦੇ ਪੁੱਤ ਦੀ ਅੰਤਮ ਅਰਦਾਸ ਵੀ ਨਹੀਂ ਕਰ ਸਕਾਂਗੇ। ਅਤੇ ਨਾਲੇ ਸਾਨੂੰ ਚੇਤੇ ਆਇਆ ਕਰੇ ਹੋਰ ਕਿੰਨੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਆਪਦੇ ਸ਼ਹੀਦ ਹੋਏ ਪੁੱਤ ਦੀ ਵੀ ਯਾਦ ਨਹੀਂ ਮਨਾ ਸਕੇ। ਅਤੇ ਅਸੀਂ ਹੁਣ ਤੁਸੀਂ ਆਏ ਹੋ, ਤੁਸੀਂ ਕਹਿੰਦੇ ਹੋ ਸ਼ਹੀਦ ਹੋ ਗਿਆ ਅਤੇ ਸ਼ੁਕਰ ਆ ਉਹਦਾ ਡਾਟਾ ਬਣ ਜੂਗਾ, ਉਹਦਾ ਡਾਇਰੀ ਛਪ ਜੂਗੀ, ਅਸੀਂ ਉਹਦਾ ਭੋਗ ਪਾ ਸਕਾਂਗੇ। ਅਤੇ ਮੈਂ ਕਿਹਾ ਨਹੀਂ, ਆਪਾਂ ਨੂੰ ਉਹਦਾ ਭੋਗ ਪਾਉਣਾ ਚਾਹੀਦਾ, ਬਹੁਤ ਸੋਹਣਾ ਉਹਦਾ ਸਮਾਗਮ ਆਪਾਂ ਨੂੰ ਕਰਨਾ ਚਾਹੀਦਾ, ਸ਼ਹੀਦੀ ਸਮਾਗਮ। ਅਤੇ ਉਹ ਜਿਹੜੀ ਮਾਂ ਸੀ ਸ਼ਹੀਦ ਦੀ, ਉਹ ਕਹਿਣ ਲੱਗੀ ਬਈ ਮੈਂ ਤਾਂ ਇਹ ਸੋਚ ਕੇ ਕਿ ਇਹ ਉਹਨਾਂ ਨੂੰ ਮੇਰੇ ਪੁੱਤ ਨੂੰ ਚੜ੍ਹਦੀ ਕਲਾ 'ਚ ਸਮਝਦੇ ਆ, ਸ਼ਹੀਦ ਦੇ ਬਾਪ ਬਾਰੇ ਕਿਹਾ ਉਹਨੇ, ਅਤੇ ਇਸ ਕਰਕੇ ਮੈਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੀ ਸੀਗੀ ਮੇਰਾ ਪੁੱਤ ਹੈ ਨਹੀਂ ਗਾ, ਪਰ ਮੈਂ ਇਹ ਸੋਚ ਕੇ ਕਿ ਇਹਦੇ 4 ਦਿਨ ਜੇ ਸੌਖੇ ਲੰਘਦੇ ਆ ਅਤੇ ਕੋਈ ਗੱਲ ਨਹੀਂ, ਇਹਨੂੰ ਨਹੀਂ ਆਪਾਂ ਗੱਲ ਛੇੜਦੇ। ਅਤੇ ਉਸੇ ਟਾਈਮ ਹੀ ਉਸ ਸ਼ਹੀਦ ਦੇ ਬਾਪ ਨੇ ਵੀ ਇਹ ਗੱਲ ਕਹੀ ਵੀ ਮੈਂ ਵੀ ਇਹੀ ਸੋਚ ਕੇ ਕਹਿੰਦਾ ਰਿਹਾ ਕਿ ਜੇ ਇਹਦਾ 4 ਦਿਨ ਹੱਸ ਕੇ ਲੰਘਦੇ ਆ। ਦੋਨਾਂ ਨੂੰ ਹੀ ਪਤਾ ਸੀ ਕਿ ਪੁੱਤ ਹੈ ਨਹੀਂ ਗਾ, ਪਰ ਦੋਨੇ ਜਾਣੇ ਇਸ ਗੱਲ ਦੇ
ਵਿੱਚ ਕਿ ਉੱਥੇ ਘਰੇ ਆ ਕੇ ਕੁਝ ਬੰਦੇ ਕਹਿ ਗਏ ਕਿ ਉਹ ਚੜ੍ਹਦੀ ਕਲਾ 'ਚ ਆ। ਇਦਾਂ ਦੇ ਘੱਟੋ ਘੱਟ 22-23 ਸਾਨੂੰ ਪਰਿਵਾਰ ਟੱਕਰੇ, ਜਿਨ੍ਹਾਂ ਦੇ ਘਰਾਂ 'ਚ ਜਾ ਕੇ ਬੰਦਿਆਂ ਨੇ ਇਹ ਕਿਹਾ ਕਿ ਤੁਹਾਡਾ ਜਿਹੜਾ ਸਿੰਘ ਆ ਉਹ ਸੰਤ ਜਰਨੈਲ ਸਿੰਘ ਜੀ ਦੇ ਨਾਲ ਆ। ਜਸਵਿੰਦਰ ਸਿੰਘ ਆ ਮਨਾਵੇਂ ਦੇ ਕੋਲ ਡਰਾਈਵਰ ਹੁੰਦਾ ਸੀ, ਸੰਤਾਂ ਦੇ ਕੋਲ ਡਰਾਈਵਰੀ ਇੱਥੇ ਕਰਦਾ ਰਿਹਾ, ਉਹਦਾ ਰਿਸ਼ਤਾ ਹੋਇਆ ਸੀ। ਉਹ ਕੁੜੀ ਉਹ ਕਿੰਨਾ ਚਿਰ ਬਿਠਾਈ ਰੱਖੀ ਗਈ ਇਸ ਗੱਲ ਕਰਕੇ ਕਿ ਉਹ ਸੰਤਾਂ ਦੇ ਨਾਲ ਆ ਜੀ ਕਹਿੰਦੇ। ਹੁਣ ਇਵੇਂ ਦੀਆਂ ਜਿਹੜੀਆਂ ਇਸ ਸਫ਼ਰ ਦੌਰਾਨ ਸਾਨੂੰ ਗੱਲਾਂ ਮਿਲੀਆਂ, ਅਸੀਂ ਫਿਰ ਉਹਨਾਂ ਦਾ ਉੱਥੇ ਭੋਗ ਬਾਅਦ 'ਚ ਪ੍ਰੋਗਰਾਮ ਕਰਾਇਆ ਫਤਿਹਗੜ੍ਹ ਸਾਹਿਬ ਦੇ ਕੋਲ ਆ ਪਿੰਡ ਮਾਨੂਪੁਰ, ਉੱਥੇ ਸਮਾਗਮ ਹੋਇਆ ਸੀ ਬੜਾ ਸ਼ਾਨ ਨਾਲ। ਉਹਦਾ ਸਮਾਗਮ ਸ਼ਹੀਦੀ ਦਿਹਾੜਾ ਸਾਡੇ ਸ਼ਹੀਦ ਦਾ, ਆਪਣੀ ਕੌਮ ਦੇ ਸ਼ਹੀਦ ਦਾ ਮਨਾਇਆ। ਹੋਰ ਵੀ ਬਹੁਤ ਸਾਰੇ ਸ਼ਹੀਦ ਸੀਗੇ ਜਿਨ੍ਹਾਂ ਦੇ ਬਾਰੇ ਜਿਹੜਾ ਪਰਿਵਾਰਾਂ ਨੂੰ ਨਹੀਂ ਸੀ ਪਤਾ। ਤੇ ਇੱਕ ਇਹੋ ਜਿਹੀ ਵੀ ਘਟਨਾ ਵਾਪਰੀ ਕਿ ਅਸੀਂ ਉਹ ਸ਼ਹੀਦ ਸਿੰਘ ਮੰਨ ਕੇ ਉਹਦੇ ਘਰ ਗਏ ਤਾਂ ਗਾਂ ਉਹ ਸਿੰਘ ਭਾਈ ਸਰਬਜੀਤ ਸਿੰਘ ਮਾਣੇ ਮੱਲੀਆਂ ਉਹ ਚੜ੍ਹਦੀ ਕਲਾ 'ਚ ਜਿਉਂਦਾ ਜਾਗਦਾ ਨਿਕਲਿਆ ਆ। ਤੋ ਇਹ ਇੱਕ ਅਜੀਬ ਜੀ ਕਹਾਣੀ ਸੀ ਉਸ ਦੌਰ ਦੀ ਕਿ ਜਿਨ੍ਹਾਂ ਨੂੰ ਪੰਥ ਸ਼ਹੀਦ ਮੰਨੀ ਜਾਂਦਾ। ਅੱਜ ਵੀ ਉਸ ਸਰਬਜੀਤ ਸਿੰਘ ਮਾਣੇ ਮੱਲੀਆਂ ਦੀ ਜਿਹੜੀ ਫੋਟੋ ਆ ਹਰ ਸਾਲ 6 ਜੂਨ ਨੂੰ ਸੋਸ਼ਲ ਮੀਡੀਆ ਤੇ ਘੁੰਮਦੀ ਆ, ਲੋਕ ਉਹਨੂੰ ਸ਼ਹੀਦ ਮੰਨਦੇ ਆ। ਤੇ ਉਹ ਜਿਉਂਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਰਿਹਾਇਸ਼ ਆ ਉਹਦੀ ਸਰਬਜੀਤ ਸਿੰਘ ਮਾਣੇ ਮੱਲੀਆਂ ਦੀ। ਤੇ ਦੂਜੇ ਪਾਸੇ ਕਈ ਇਹੋ ਜਿਹੇ ਨੇ ਜਿਹੜੇ ਸ਼ਹੀਦ ਹੋ ਚੁੱਕੇ ਸੀ ਪਰ ਉਹਨਾਂ ਨੂੰ ਇਹ ਵਹਿਮ ਪਾਤਾ, ਘਰਦਿਆਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡਾ ਸਿੰਘ ਜਿਹੜਾ ਹੈਗਾ ਉਹ ਚੜ੍ਹਦੀ ਕਲਾ 'ਚ ਆ। ਦੋ ਜਿਹੜੀਆਂ ਗੱਲਾਂ ਨੇਗੀਆਂ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਚੇਤੇ ਰੱਖਣ ਦੀ ਲੋੜ ਆ ਕਿ ਜਿਹੜੇ ਕਾਰ ਸੇਵਾ ਵਾਲੇ ਸਿੰਘ ਸੀਗੇ, 35 ਸਿੰਘ ਕਾਰ ਸੇਵਾ ਵਾਲੇ ਹਜੂਰ ਸਾਹਿਬ ਤੋਂ ਆਏ, ਉਹਨਾਂ ਨੇ ਆ ਕੇ ਇੱਥੇ ਇਸ ਧਰਮ ਯੁੱਧ ਦੇ ਵਿੱਚ ਹਿੱਸਾ ਲਿਆ ਤੇ ਇੱਥੇ ਉਹਨਾਂ ਨੇ ਸ਼ਹਾਦਤਾਂ ਪਾਈਆਂ, ਜਿਨ੍ਹਾਂ ਚੋਂ ਸਿਰਫ 5 ਸਿੰਘ ਬਚੇ ਆ। 30 ਸਿੰਘ ਅੰਦਰ ਇੱਥੇ ਸ਼ਹੀਦ ਹੋਏ ਨੇ। ਉਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ ਪੰਥ ਵਿੱਚ। ਉਹ ਵੀ ਸਾਨੂੰ ਇਸ ਸ਼ਹੀਦੀ ਡਾਇਰੈਕਟਰੀ ਦੇ ਦੌਰਾਨ ਪਤਾ ਲੱਗਿਆ ਕਿ ਇਦਾਂ ਉੱਥੋਂ ਪਰਣ ਕਰਕੇ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਕਰਕੇ ਕਿ ਅਸੀਂ ਕੌਮ ਦੇ ਲੇਖੇ ਸੀਸ ਲਾਉਣੇ ਆ। ਇੱਥੇ ਜਿਉਣ ਦੀਆਂ ਗੱਲਾਂ, ਆਰਟ ਆਫ ਲਿਵਿੰਗ ਦੀਆਂ ਗੱਲਾਂ ਕਰਨ ਵਾਲੀ ਦੁਨੀਆ, ਤੇ ਕਿੱਥੇ ਸਾਡੇ ਇੱਥੇ ਇਹੋ ਜਿਹੇ ਸਿੰਘ ਜਿਹੜੇ ਇਹ ਕਹਿ ਕੇ ਤੁਰੇ ਕਿ ਅਸੀਂ ਆਪਦੇ ਸੀਸ ਜਿਹੜੇ ਆ ਗੁਰੂ ਚਰਨਾਂ 'ਚ ਅਰਪਣ ਕਰਦੇ ਆ। ਇਵੇਂ ਹੀ ਜਿਹੜੇ ਇੱਥੇ ਅੰਦਰ ਭਾਈ ਅਮਰਜੀਤ ਸਿੰਘ ਖੇਮਕਰਨ ਵਰਗੇ ਤੇ ਕੁਝ ਇਹੋ ਜਿਹੇ ਭਾਈ ਸਾਹਿਬ, ਭਾਈ ਅਮਰੀਕ ਸਿੰਘ ਜਿਹੜੇ ਫੈਡਰੇਸ਼ਨ ਦੇ ਪ੍ਰਧਾਨ ਸੀ ਸਾਡੇ, ਇਹਨਾਂ ਨੇ ਆਪਦੇ ਪਰਿਵਾਰਾਂ ਨੂੰ ਜਦੋਂ 5-10 ਦਿਨ ਪਹਿਲਾਂ ਕਿਹਾ ਕਿ ਕਿਸੇ ਨੂੰ 2 ਤਰੀਕ ਨੂੰ, ਕਿਸੇ ਨੂੰ 1 ਤਰੀਕ ਨੂੰ ਕਿਹਾ, ਕਿਸੇ ਨੂੰ ਮਈ ਦੇ ਲਾਸਟ ਵੀਕ 'ਚ ਕਿਹਾ ਕਿ ਤੁਸੀਂ ਹੁਣ ਚਲੇ ਜਾਓ ਇੱਥੋਂ। ਬਹੁਤ ਸਾਰੇ ਚਲੇ ਵੀ ਗਏ ਪਰ ਇੱਥੇ ਕੁਝ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਕਿਹਾ ਕਿ ਨਹੀਂ ਅਸੀਂ ਜਾਣਾ ਨਹੀਂ। ਜਿਹੜੇ ਅੰਦਰ ਸਾਰੀ ਗੱਲ ਨੂੰ ਫਿਰ ਉਹਨਾਂ ਨੇ ਅੱਖੀਂ ਦੇਖਿਆ। ਭਾਈ ਪੰਡਤ ਮੋਹਰ ਸਿੰਘ ਜੀ ਜਿਹੜੇ ਨੇ ਸੂਰੋ ਪਢਾਲੇ, ਉਹ ਪੰਡਤ ਪਰਿਵਾਰ 'ਚੋਂ ਸੀ ਔਰ ਉਸ ਪਰਿਵਾਰ ਦੇ 10 ਜੀ ਸਿੱਖ ਸੰਘਰਸ਼ ਦੇ ਲੇਖੇ ਲੱਗੇ। 10 ਜੀ ਪੰਡਤ ਮੋਹਰ ਸਿੰਘ ਦੇ 10 ਜੀ ਪਰਿਵਾਰ ਦੇ ਲੇਖੇ ਲੱਗੇ। ਉਹਦੀਆਂ ਦੋਨੇ ਧੀਆਂ ਤੇ ਉਹਦੀ ਸਿੰਘਣੀ ਇੱਥੇ ਦਰਬਾਰ ਸਾਹਿਬ 'ਚ ਸ਼ਹੀਦ ਹੋਏ ਨੇ। ਤੇ ਉਸ ਟਾਈਮ ਦੇ ਉੱਤੇ ਇਹ ਕਿੱਡੀ ਵੱਡੀ ਗੱਲ ਆ ਕਿ ਜਦੋਂ ਉਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਨੇ ਖੁਦ ਵੀ ਕਿਹਾ ਸੀ ਵੀ ਭਾਈ ਜੀ ਨੇ ਜਾਣਾ ਜਾ ਸਕਦਾ, ਤੇ ਸੰਤ ਹਾਸੇ ਮਜ਼ਾਕ 'ਚ ਕਹਿੰਦੇ ਹੁੰਦੇ ਸੀ ਵੀ ਬਾਅਦ 'ਚ ਤੁਹਾਡੀਆਂ ਸਿੰਘਣੀਆਂ ਨਾ ਮੈਨੂੰ ਉਲਾਂਭੇ ਦੇਣ ਵੀ ਸਾਧ ਨੇ ਮਰਵਾਤਾ। ਬਾਬਾ ਜੀ ਦਾ ਬਹੁਤ ਵੱਡਾ ਜਿਗਰਾ ਸੀ। ਉਹ ਮਹਾਂਪੁਰਸ਼ਾਂ ਨੇ ਇਦਾਂ ਦੇ ਬਚਨ ਕਰਕੇ ਉੱਥੇ ਰਹੋ, ਉਹੀ ਕਹਿੰਦੇ ਸੀ ਸੰਤ ਕਹਿੰਦੇ ਸੀ ਜਿਹਨੇ ਸੀਸ ਵਾਰਨ ਦਾ ਅਹਿਦ ਕੀਤਾ ਹੋਇਆ। ਤੋ ਇਹ ਇਸ ਜਦੋਂ ਅਸੀਂ ਇਸ ਸ਼ਹੀਦੀ ਡਾਇਰੈਕਟਰੀ ਨੂੰ ਤਿਆਰ ਕਰਨ ਦੇ ਪ੍ਰੋਜੈਕਟ ਵਿੱਚ ਪਏ ਹੋਏ ਸੀਗੇ, ਬਹੁਤ ਕੁਛ ਇਹੋ ਜਿਹਾ ਦੇਖਣਾ ਪਿਆ, ਬਹੁਤ ਕੁਛ ਇਹੋ ਜਿਹਾ ਸਾਹਮਣੇ ਆਇਆ। ਉਹਨਾਂ ਦੀਆਂ ਯਾਦਾਂ ਜਿਹੜੀਆਂ ਸੀ, ਜਦੋਂ ਅਸੀਂ ਕਿਸੇ ਘਰ ਜਾਂਦੇ ਸੀਗੇ ਤਾਂ ਉਸ ਪਰਿਵਾਰ ਨੇ ਘੇਰਾ ਪਾ ਕੇ ਬਹਿ ਜਾਣਾ ਤੇ ਉਸ ਸ਼ਹੀਦ ਦੀਆਂ ਗੱਲਾਂ ਕਰਨੀਆਂ। ਸ਼ਹੀਦ ਦੇ ਦਰਬਾਰ ਸਾਹਿਬ 'ਚ ਜਾ ਕੇ ਜਦੋਂ ਮਿਲਦੇ ਹੁੰਦੇ ਸੀ ਤੇ ਕਈ ਕਹਿੰਦੇ ਨੇ ਇਸ ਤੱਕ ਕਦੇ ਸੋਚਿਆ ਹੀ ਨਹੀਂ ਸੀ ਵੀ ਸਾਡਾ ਜਿਹੜਾ, ਕਿਉਂਕਿ ਉਹਨਾਂ ਦੀਆਂ ਫੋਟੋਆਂ ਦੇਖੋ, ਉਹਨਾਂ ਦੇ ਨਾਂ ਦੇਖੋ, ਉਹਨਾਂ ਦੇ ਘਰਾਂ 'ਚ ਜਾਓ, ਉਹ ਇੰਨੇ ਸਾਦੇ ਪਰਿਵਾਰਾਂ ਦੇ ਨੇ। ਉਹਨਾਂ ਦੇ ਘਰਾਂ 'ਚ ਕਈ ਹੈਂਡ ਟੂ ਮਾਊਥ ਨੇ। ਇੱਕ ਘਰ ਅਸੀਂ ਗਏ, ਉਹ ਸਲਵਾੜ ਉੱਪਰੋਂ ਲਮਕ ਹੈ, ਸਲਵਾੜ ਕੱਚੀਆਂ ਕੰਧਾਂ, ਤੇ ਜਦੋਂ ਗਏ ਉਸ ਘਰ ਦੇ ਸਾਰੇ ਮਰਦ ਮੈਂਬਰ 1 ਮਿੰਟ 'ਚ ਦੀ ਭੱਜ ਗਏ ਘਰੋਂ। ਅਸੀਂ ਬਹਿ ਗਏ ਜਾ ਕੇ, ਅਸੀਂ ਆਖਿਆ ਵੀ ਅਸੀਂ ਇਸ ਸ਼ਹੀਦ ਸਿੰਘ ਦਾ ਘਰ ਹੀ ਆ। ਹਾਂਜੀ, ਆਲੇ ਦੁਆਲੇ। ਫਿਰ ਹੌਲੀ ਹੌਲੀ ਪਹਿਲੋਂ ਬੱਚੇ ਆਏ, ਫਿਰ ਉਹਨਾਂ ਦੀਆਂ ਜਥੇਦਾਰੀਆਂ ਘਰ ਵਾਲੀਆਂ ਜਨਾਨੀਆਂ ਵਗੈਰਾ ਆਈਆਂ। ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ਤਾਂ ਤੁਹਾਡੇ ਸ਼ਹੀਦ ਸਿੰਘ ਦੇ ਲਈ ਇੱਥੇ ਆਏ ਹਾਂ। ਉਹ ਕਹਿਣ ਲੱਗੇ ਵੀ ਅਸੀਂ ਤਾਂ ਡਰ ਗਏ ਕਿਉਂਕਿ ਸਾਡੇ ਇਸ ਇਲਾਕੇ ਦੇ ਅਕਾਲੀ ਲੀਡਰਾਂ ਨੇ ਸਾਡੀ ਜ਼ਮੀਨ ਤੇ ਕਬਜ਼ਾ ਕਰ ਲਿਆ ਵਾ ਤੇ ਸਾਡੇ ਉੱਤੇ ਨਿੱਤ ਚੱਕ ਕੇ ਸਾਡੇ ਬੰਦਿਆਂ ਤੇ ਮੁਕੱਦਮੇ ਦਰਜ ਕਰ ਦਿੰਦੇ ਆ, ਕਦੇ ਕੁਛ ਕਰਦੇ ਆ, ਕਦੇ ਕੁਛ ਕਰਦੇ ਆ। ਅਸੀਂ ਆਖਿਆ ਵੀ ਨਹੀਂ, ਅਸੀਂ ਤੁਹਾਡੇ ਉਸ ਗੱਲ ਦੇ ਵਿੱਚ ਵੀ ਨਾਲ ਖੜਾਂਗੇ ਔਰ ਖੜੇ ਵੀ ਬਾਅਦ ਉਸ ਲੜਾਈ ਦੇ ਵਿੱਚ ਵੀ ਉਹਨਾਂ ਦੇ ਨਾਲ ਅਸੀਂ ਸ਼ਾਮਲ ਹੋਏ। ਬਟ ਜਦੋਂ ਅਸੀਂ ਉੱਥੇ ਬੈਠੇ ਤਾਂ ਉਹਨਾਂ ਦੇ ਨਾਲ ਜਦੋਂ ਅਸੀਂ ਸਵਾਲ ਜਵਾਬ ਕਰਦੇ, ਜਿਹੜੇ ਸਾਡਾ ਡਾਟਾ ਲਿਖਣਾ ਹੁੰਦਾ ਸੀ, ਜਨਮ ਤਰੀਕ ਕਿੰਨੀ ਹੈ ਸਿੰਘ ਦੀ, ਉਹਦਾ ਐਡਰੈਸ ਲਿਖਣਾ, ਉਹਦੇ ਪਿਤਾ ਦਾ, ਮਾਤਾ ਦਾ ਨਾਂ, ਭੈਣ ਭਰਾ ਦਾ ਨਾਂ, ਉਹਦੀ ਜਥੇਬੰਦੀ ਕਿਹੜੀ ਸੀ, ਤੇ ਨਾਲ ਜਦੋਂ ਅਸੀਂ ਲਿਖਣਾ ਵੀ ਉਹਦਾ ਵਿਆਹ ਹੋਇਆ ਸੀ, ਔਲਾਦ ਕਿਹੜੀ ਸੀ ਉਹਦੀ। ਜਦੋਂ ਇਹ ਸਵਾਲ ਅਸੀਂ ਪੁੱਛਿਆ ਤਾਂ ਉਹ ਥੱਲੇ ਪੁੰਜੇ ਬੈਠੀਆਂ ਸੀ ਵਿਚਾਰੀਆਂ।
ਤੇ ਆਪਦੇ ਵੱਲੋਂ ਵਧੀਆ ਤੋਂ ਵਧੀਆ ਕੀਤਾ। ਸਾਨੂੰ ਉਹਨਾਂ ਨੇ ਮੂਹੜੇ ਜੇ ਦਿੱਤੇ ਸੀ, ਕੁਰਸੀਆਂ ਤੇ ਅਸੀਂ ਬੈਠੇ ਜੋ ਵੀ ਸੀ। ਉਹ ਕਹਿਣ ਲੱਗੀ ਵੀਰ ਜੇ ਕਿਤੇ ਉਹ ਵਿਆਹਿਆ ਹੁੰਦਾ, ਜੇ ਉਹਦੀ ਔਲਾਦ ਹੁੰਦੀ ਜਿਵੇਂ ਸਾਡੇ ਰੁਲ ਖੁਲ ਕੇ ਪਲੀ ਜਾਂਦੇ ਆ ਐਂ ਹੀ ਉਹਦਾ ਪਲ ਜਾਂਦਾ। ਮੈਨੂੰ ਚੇਤੇ ਆਇਆ ਕਿ ਉਸੇ ਦਿਨ ਹੀ, ਇਹ ਸ਼ਾਮ ਦੀ ਗੱਲ ਆ, ਉਸੇ ਦਿਨ ਹੀ ਸਵੇਰੇ ਅਸੀਂ ਕਿਸੇ ਹੋਰ ਸ਼ਹੀਦ ਸਿੰਘ ਦੇ ਘਰ ਗਏ ਸੀ। ਉੱਥੇ ਉਸ ਸ਼ਹੀਦ ਸਿੰਘ ਦੇ ਮਾਪਿਆਂ ਨੂੰ ਇੰਨਾ ਚਾਅ ਚੜਿਆ ਸਾਨੂੰ, ਉਹਨਾਂ ਨੇ ਆਖਿਆ ਵੀ ਠੀਕ ਹੈ ਇਹ ਤਾਂ ਸਾਰਾ ਕੁਝ ਹੋ ਗਿਆ, ਹੁਣ ਆਪਾਂ ਘਰ ਚੱਲਦੇ ਹਾਂ। ਅਸੀਂ ਉਹਨਾਂ ਦੇ ਬਾਹਰ ਹਵੇਲੀ ਸੀ, ਉੱਥੇ ਬੈਠੇ ਸੀ ਵੀ ਸਾਡੇ ਨਾਲ ਚੱਲੋ ਤੇ ਉੱਥੇ ਚਾਹ ਪਾਣੀ ਪੀ ਕੇ ਫੇਰ ਜਾਇਓ ਤੁਸੀਂ। ਜਦੋਂ ਉਹਦੇ ਘਰ ਗਏ, ਉਹ ਟੇਬਲ ਦੇ ਉੱਤੇ ਬੈਠੇ ਸੀ, ਅਜੇ ਉਹਨਾਂ ਦੇ ਘਰੋਂ ਸਾਨੂੰ ਅਜੇ ਪਾਣੀ ਮਿਲ ਰਿਹਾ ਸੀਗਾ। ਜਦ ਨੂੰ ਉਹਦਾ ਛੋਟਾ ਜਿਹਾ ਵੱਡਾ ਭਰਾ ਸੀ ਸ਼ਹੀਦ ਸਿੰਘ ਦਾ, ਉਹ ਆ ਗਿਆ ਤੇ ਪੂਰਾ ਉਹ ਅੰਦਰ ਜਦੋਂ ਵੜਿਆ ਤੇ ਉਹ ਅਜੇ ਉਹਨਾਂ ਨੇ ਦੱਸਿਆ ਚਾਅ ਨਾਲ ਬਾਪ ਨੇ ਕਿ ਇਹ ਫਲਾਨੇ ਆਪਦੇ ਬੇਟੇ ਦਾ ਨਾਂ ਲਿਆ ਸੀ, ਉਹਦਾ ਨਾਂ ਇੱਥੇ ਕਾਹਨੂੰ ਹੁਣ ਲੈਣਾ, ਉਹਦਾ ਨਾਂ ਲੈ ਕੇ ਕਿਹਾ ਕਿ ਫਲਾਨੇ ਉਹਦੇ ਲਈ ਆਏ ਨੇ ਆਪਣੇ ਲਈ, ਤੇ ਇਹ ਉੱਥੇ ਕਿਤਾਬ ਛਾਪਣਗੇ, ਇਹ ਉਹਦੀ ਡਾਇਰੀ। ਉਹਨੇ ਸਾਨੂੰ ਪਤਾ ਨਹੀਂ ਕੀ ਸਮਝਿਆ ਜਾਂ ਕੀ ਨਹੀਂ, ਪਰ ਉਹ ਉਸੇ ਪਾਲੀ ਲੱਗ ਗਿਆ। ਉਹ ਜੀ ਸਾਨੂੰ ਤਾਂ ਜੀ ਉਹਨੇ ਪੱਟਤਾ, ਅਸੀਂ ਤਾਂ ਜੀ ਇੰਜ ਹੋ ਗਏ ਉਂਝ ਹੋ ਗਏ, ਕਾਫੀ ਉਹਨੇ ਗੱਲਾਂ ਬੋਲੀਆਂ। ਤੇ ਮੈਂ ਉੱਥੇ ਪਾਣੀ ਦਾ ਗਲਾਸ ਰੱਖਤਾ, ਮੈਂ ਕਿਹਾ ਵੀ ਜੇਕਰ ਉਸ ਸ਼ਹੀਦ ਦਾ ਤੁਸੀਂ ਇਸ ਤਰੀਕੇ ਦੀ ਗੱਲ ਕਰਦੇ ਹੋ ਤਾਂ ਫਿਰ ਸਾਡਾ ਵੀ ਇਸ ਘਰ ਦੇ ਵਿੱਚ ਕੋਈ ਨਹੀਂ ਬਣਦਾ। ਤੇ ਉਹ ਫਿਰ ਉਸੇ ਸਾਡੇ ਸਾਹਮਣੇ ਹੀ ਉਹਦੇ ਬਾਪ ਨੇ ਵੀ ਕੁਝ ਗੱਲਾਂ ਕਹੀਆਂ ਕਿ ਉਹਦੀ ਪੈਲੀ ਦਾ ਹਿੱਸਾ ਸੀਗਾ, ਤੈਨੂੰ 20 ਕਿੱਲੇ ਜਿਹੜੇ ਨੇਗੇ ਉਹਦੇ ਹਿੱਸੇ ਦੇ ਮਿਲੇ ਆ। ਕਾਫੀ ਗੱਲਾਂ ਬਾਤਾਂ ਸਾਡੇ ਸਾਹਮਣੇ ਉਹਨਾਂ ਦੀਆਂ ਹੋਈਆਂ। ਮੈਂ ਜਦੋਂ ਇੱਥੇ ਸ਼ਾਮ ਨੂੰ ਪਹੁੰਚਿਆ ਜਿੱਥੇ ਆ ਸਲਵਾੜਾਂ ਵਾਲਾ ਘਰ ਸੀਗਾ, ਮੈਂ ਹੈਰਾਨ ਕੁਦਰਤ ਦੇ, ਅਕਾਲ ਪੁਰਖ ਵਾਹਿਗੁਰੂ ਦੇ ਰੰਗਾਂ ਦੇ। ਇੱਕ ਪਾਸੇ ਉਹ ਕੋਠੀਆਂ ਕਾਰਾਂ ਵਾਲੇ, ਕੰਬਾਈਨਾਂ ਖੜੀਆਂ, ਜੀਪਾਂ ਖੜੀਆਂ, ਕਾਰਾਂ ਖੜੀਆਂ ਨੇ, ਕੋਠੀ ਬੜੀ ਸ਼ਾਨਦਾਰ ਆ, ਜ਼ਮੀਨਾਂ ਜਾਇਦਾਦਾਂ ਨੇ। ਉਹ ਉੱਥੇ ਕਹਿ ਰਿਹਾ ਹੈਗਾ ਉਹਦੇ ਹਿੱਸੇ ਦਾ ਸਾਰਾ ਕੁਝ ਖਾਣ ਤੋਂ ਬਾਅਦ ਵੀ ਕਹਿ ਰਿਹਾ ਹੈਗਾ ਕਿ ਸਾਨੂੰ ਤਾਂ ਜੀ ਇੰਜ ਹੋ ਗਿਆ। ਇੱਧਰ ਮਹਾਗਰੀਬ ਪਰਿਵਾਰ ਤੇ ਥੱਲੇ ਬੈਠੀ ਆ ਉਹ ਤੇ ਕਹਿ ਰਹੀ ਆ ਜੇ ਉਹਦੀ ਵੀ ਔਲਾਦ ਹੁੰਦੀ ਜਿਵੇਂ ਸਾਡੇ ਪਲਦੇ ਆ ਐਂ ਉਹਦੇ ਪਲ ਦਿੰਦੇ। ਤੋ ਜਿਹੜੇ ਇਹ ਸਾਰੇ ਸਿੱਖੀ ਸਿਦਕ ਨਾਲ ਭਰੇ ਹੋਏ, ਹਰੇਕ ਦੀ ਜ਼ਿੰਦਗੀ ਇੱਕ ਆਪਣੇ ਆਪ 'ਚ ਸੰਪੂਰਨ ਕਥਾ। ਪਰ ਬਦਕਿਸਮਤੀ ਆ ਸਾਡੀ ਕੌਮ ਦੀ, ਅੱਜ ਸਾਡੇ ਕੋਲ ਇੰਨੇ ਸਾਧਨ ਨੇ। ਮੈਂ ਇਹ ਡਾਟਾ ਇਕੱਠਾ ਕਰ ਦਿੱਤਾ, ਦਮਦਮੀ ਟਕਸਾਲ ਸ਼ਹੀਦਾਂ ਦੀ ਇੱਥੇ ਯਾਦਗਾਰ ਬਣਾਈ, ਉਹਦੇ ਹੇਠਾਂ ਕਹਿੰਦੇ ਅਸੀਂ ਸ਼ਹੀਦੀ ਗੈਲਰੀ ਬਣਾਉਣੀ ਆ, ਉਹਦੇ ਵਿੱਚ ਫੋਟੋਆਂ ਮੰਗੀਆਂ। ਅਸੀਂ ਜਥੇਬੰਦੀ ਵੱਲੋਂ ਸਾਰੀਆਂ ਫੋਟੋਆਂ, ਸਾਰਾ ਡਾਟਾ ਉਹਨਾਂ ਨੂੰ ਦੇ ਦਿੱਤਾ ਕਿ ਅੰਦਰ ਲਾਓ ਇਹਨਾਂ ਸ਼ਹੀਦਾਂ ਦੀਆਂ। ਲੋਕਾਂ ਨੂੰ ਪਤਾ ਲੱਗੇ, ਜਦੋਂ ਦੂਰੋਂ ਨੇੜਿਓਂ ਲੋਕ ਆਉਂਦੇ ਉਹਨਾਂ ਨੂੰ ਪਤਾ ਲੱਗੇ, ਕੋਈ ਕਵੇ ਆ ਸਾਡੇ ਇੱਥੇ ਮੇਰੀ ਭੂਆ ਵਿਆਹੀ ਆ ਉਸ ਪਿੰਡ ਦਾ ਸ਼ਹੀਦ ਆ ਮੇਰੇ ਨਾਨਕਿਆਂ ਦਾ ਵਾ, ਉਹਨਾਂ ਦੇ ਮਨਾਂ 'ਚ ਬੱਚਿਆਂ ਦੇ ਚਾਅ ਆਵੇ। ਸਾਡੀ ਕੌਮ ਦੇ ਬੱਚੇ ਨੂੰ ਆ ਜਿਹੜਾ 200-250 ਸਿੰਘ ਆ, ਇਹਦੀ ਇਕੱਲੀ ਜ਼ਿੰਦਗੀ ਦੀ ਦਾਸਤਾਨ ਦੱਸਣਾ ਸਾਡਾ ਫਰਜ਼ ਵਾ ਅੱਜ ਦੇ ਸਮੇਂ 'ਚ। ਔਰ ਅਸੀਂ ਇਹ ਸਮਝਦੇ ਹਾਂ ਕਿ ਇਹਦੀ ਲੋੜ ਬੜੀ ਸੀ। ਇਹਦੀ ਇਸ ਕਰਕੇ ਲੋੜ ਆ ਕਿ ਅਸੀਂ ਦੁਨੀਆ ਨੂੰ ਇਹ ਦੱਸਣਾ ਹੈ ਕਿ ਜਿਹੜਾ ਇੰਡੀਅਨ ਮੀਡੀਆ ਲਗਾਤਾਰ ਝੂਠ ਬੋਲ ਰਿਹਾ ਕਿ ਬੜੇ ਜ਼ਾਲਮ, ਦੁਰਦਾਂਤ ਤੇ ਮਾੜੇ ਬੰਦੇ ਸੀ, ਬੜੀਆਂ ਭੈੜੀਆਂ ਗੱਲਾਂ ਉਹਨਾਂ ਨਾਲ ਜੋੜੀਆਂ ਗਈਆਂ ਕਿ ਅੰਦਰ ਜੀ ਆਹ ਮਿਲਿਆ ਉਹ ਮਿਲਿਆ। ਉਹ ਸਾਰੀਆਂ ਗੱਲਾਂ ਦਾ ਜਵਾਬ ਇਹਨਾਂ ਦੀਆਂ ਤਸਵੀਰਾਂ, ਇਹਨਾਂ ਦੀਆਂ ਜੀਵਨੀਆਂ ਦੇਣਗੀਆਂ ਕਿ ਉਹ ਗੁਰਸਿੱਖ ਪਿਆਰੇ ਸੀ, ਉਹ ਕੋਈ ਕ੍ਰਿਮੀਨਲ ਨਹੀਂ ਸੀ, ਉਹ ਧਰਮ ਹੇਤ ਸੀਸ ਵਾਰਨ ਵਾਲੇ ਗੁਰੂ ਦੇ ਪਿਆਰੇ ਸਿੱਖ ਸੀ। ਜੀ ਜੀ ਬਿਲਕੁਲ ਜੀ। 84 ਘੱਲੂਘਾਰੇ ਦੇ ਵਿੱਚ ਜੂਝ ਕੇ ਸ਼ਹੀਦ ਹੋਣ ਵਾਲਿਆਂ ਦੀ ਜਿਹੜੀ ਡਾਇਰੈਕਟਰੀ ਦੀ ਅਸੀਂ ਗੱਲਬਾਤ ਕਰ ਰਹੇ ਹਾਂ, ਕੁਮਾਨ ਸਾਹਿਬ ਨੇ ਦੱਸਿਆ ਜਦੋਂ ਸ਼ਹੀਦ ਪਰਿਵਾਰਾਂ ਦੇ ਜਿਹੜੇ ਪਿੱਛੇ ਬਚੇ ਆ, ਕੋਈ ਮਾਈ ਹੈ, ਕਿਸ ਦਾ ਬਾਪ ਹੈ, ਕਿਸੇ ਦੀ ਧੀ ਹੈ, ਕਿਸ ਦੀ ਪਤਨੀ ਹੈ, ਕਿਸ ਦੀ ਭੈਣ ਹੈ, ਉਹਨਾਂ ਕੋਲ ਗਏ ਤਾਂ ਕਿਸ ਤਰ੍ਹਾਂ ਦੀ ਜਿਹੜੀਆਂ ਯਾਦਾਂ ਸੀ ਉਹਨਾਂ ਨੇ ਦੱਸੀਆਂ। ਕਿਉਂਕਿ ਘਰਾਂ ਦੇ ਵਿੱਚੋਂ ਗਿਆ ਸੀ, ਕੋਈ ਦਰਸ਼ਨ ਕਰਨ ਗਿਆ ਸੀ, ਔਰ ਕੁਛ ਜਿਹੜੇ ਸੰਤ ਜਰਨੈਲ ਸਿੰਘ ਦੀ ਸੰਗਤ ਕਰਦੇ ਸੀ ਉਹਨਾਂ ਨੇ ਘਰੇ ਪਹਿਲਾਂ ਤੋਂ ਦੱਸ ਦਿੱਤਾ ਸੀ ਵੀ ਅਸੀਂ ਮੁੜਨਾ ਨਹੀਂ, ਜਿਹੜੇ ਰਾਹ ਤੁਰ ਪਏ ਆ। ਤਾਂ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਜਿਹੜੀਆਂ ਕਾਸ਼ ਅਸੀਂ ਇੰਨੇ ਜੋਗੇ ਹੋਈਏ ਕਿ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਤੱਕ ਪਹੁੰਚ ਕਰੀਏ ਜਾਂ ਉਹ ਪਰਿਵਾਰ ਸਾਡੇ ਨਾਲ ਬੋਲ ਸਕਣ। ਔਰ ਬਹੁਤਾਤ ਜਿਹੜੇ ਪਰਿਵਾਰ ਆ ਉਹ ਚੱਲ ਵੀ ਵਸੇ ਆ, ਜਿਨ੍ਹਾਂ ਦਾ ਕਿਉਂਕਿ 36 ਸਾਲ ਤੱਕ ਘੱਲੂਘਾਰਾ ਜੂਨ 84 ਨੂੰ ਹੀ ਹੋ ਗਿਆ, ਔਰ ਉਦੋਂ ਜਿਹੜੇ 20 22 25 30 35 ਸਾਲ ਦੇ ਜਿਹੜੇ ਜਵਾਨ ਹੋਣਗੇ ਉਹਨਾਂ ਦੇ ਬਜ਼ੁਰਗ ਮਾਪੇ ਉਦੋਂ ਬਜ਼ੁਰਗ ਹੋਣਗੇ, ਔਰ ਅੱਜ ਉਹਨਾਂ ਦੇ ਜਿਹੜੀਆਂ ਔਲਾਦਾਂ ਜਾਂ ਅੱਗੇ ਹੋਣਗੇ ਸ਼ਾਇਦ ਉਹਨਾਂ ਨੂੰ ਉਨੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਜਾਂ ਯਾਦਾਂ ਨਾ ਹੋਣ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ, ਪ੍ਰਮਾਤਮਾ ਕਿਰਪਾ ਕਰੇ। ਤਾਂ ਹੋਰ ਤੁਸੀਂ ਘੁਮਾਣ ਸਾਹਿਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? 36 ਸਾਲ ਬੀਤ ਚੁੱਕੇ ਘੱਲੂਘਾਰਾ ਜੂਨ 1984, ਦੁਨੀਆ ਦੇ ਹਰ ਜਿਹੜਾ ਕਿ ਤਗੜੇ ਤੋਂ ਤਗੜੇ ਮੁਲਕ ਦੇ ਵਿੱਚ ਸਿੱਖਾਂ ਦੀ ਅੱਜ ਵੀ ਚੜ੍ਹਦੀ ਕਲਾ, ਸਾਡੇ ਝੰਡੇ ਬੁੰਗੇ ਜਿਹੜੇ ਆ ਚੜ੍ਹਦੀ ਕਲਾ ਦੇ ਨਾਲ ਝੂਲਦੇ ਨੇ, ਪਰ ਭਾਰਤ ਦੇ ਵਿੱਚ ਅਜੇ ਵੀ ਜਿਹੜਾ ਕਿ ਇਸ ਗੱਲ ਦਾ ਸਾਨੂੰ ਅਸੀਂ ਨਿਆਂ ਨਹੀਂ ਮੰਗਦੇ ਕਿਸੇ ਤੋਂ। ਇਹ ਗੱਲ ਮੈਂ ਇੱਕ ਬਤੌਰ ਸਿੱਖ ਹੋਣ ਦੇ ਨਾਂ 'ਤੇ ਕਹਿਣਾ, ਕਿਉਂਕਿ ਨਿਆਂ ਕਰਨਾ ਖਾਲਸੇ ਨੂੰ ਆਉਂਦਾ ਔਰ ਕਰਤਾ ਸੀ ਉਸ ਤੋਂ ਕੁਝ ਮਹੀਨਿਆਂ ਬਾਅਦ। ਪਰ ਫਿਰ ਵੀ ਜਿਹੜੀ ਇਹ ਘਟਨਾ ਹੋਈ ਉਸ ਮੁਲਕ ਦੇ ਵੱਲੋਂ, ਉਸ ਮੁਲਕ ਦੇ ਜਿਹੜਾ ਕਿ ਰਾਜਿਆਂ ਵੱਲੋਂ, ਮੰਤਰੀਆਂ ਵੱਲੋਂ ਫੌਜ ਚੜ੍ਹਨੀ ਉਸ ਤਖਤ ਦੇ ਉੱਤੇ, ਜਿਸ ਤਖਤ ਤੋਂ ਉਹਨਾਂ ਦੇ ਹਿੱਤਾਂ ਖਾਤਰ ਫੈਸਲੇ ਹੁੰਦੇ ਰਹੇ, ਜਿਸ ਤਖਤ ਤੋਂ ਖਾਲਸੇ ਤੁਰ ਕੇ ਉਹਨਾਂ ਦੀਆਂ ਬਹੂ ਬੇਟੀਆਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ, ਕਿਵੇਂ ਤੁਹਾਨੂੰ ਲੱਗਦਾ ਵੀ ਉਹਨੂੰ ਅਸੀਂ
ਹੁਣ ਜਿਹੜਾ ਹੁਣ ਮੌਜੂਦਾ ਦੌਰ ਦੇ ਵਿੱਚ, ਕਿਉਂਕਿ ਇਹ ਹਥਿਆਰਬੰਦ ਸੰਘਰਸ਼ ਸੀ ਉਸ ਵਕਤ, ਉਹ ਸਮਾਂ ਸੀ, ਇਜਾਜ਼ਤ ਦਿੰਦਾ ਸੀ ਸਮਾਂ, ਸਾਡੇ ਸਿੱਖਾਂ ਨੇ ਲੜਿਆ, ਸਾਡੇ ਵੱਡ ਵਡੇਰਿਆਂ ਨੇ ਲੜਿਆ, ਔਰ ਪੰਜਾਬ ਦੇ ਹੱਕਾਂ ਦੀ ਗੱਲ ਸੀ। ਹੱਕ ਪਾਣੀ ਸੀ, ਪਾਣੀ ਸਾਰਿਆਂ ਨੇ ਹੀ ਵਰਤਣਾ ਸੀ, ਇਕੱਲੇ ਸਿੱਖਾਂ ਨੇ ਨਹੀਂ ਸੀ ਵਰਤਣਾ ਜਾਂ ਇਕੱਲੇ ਗਰਮਖਿਆਲੀਆਂ ਨੇ ਨਹੀਂ ਸੀ ਵਰਤਣਾ। ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਪੰਜਾਬ ਦੇ ਹੱਕਾਂ ਦੀ ਗੱਲ ਸੀ, ਹੋਰ ਬਹੁਤ ਜ਼ਿਆਦਾ ਅਨੰਦਪੁਰ ਦਾ ਮਤਾ ਸੀ, ਜਿਹੜੀਆਂ ਗੱਲਾਂ ਉਹਨਾਂ 'ਚ ਨਹੀਂ ਵੀ ਸੀ ਉਸ ਤੋਂ ਬਾਅਦ ਸਾਡੇ ਸਾਹਮਣੇ ਆਈਆਂ। ਕਿਸਾਨਾਂ ਦੀਆਂ ਖੁਦਕੁਸ਼ੀਆਂ ਅੱਜ ਹੋ ਰਹੀਆਂ ਨੇ, ਪੁੱਤ ਜਿਹੜੇ ਆ ਉਹ ਨਸ਼ਿਆਂ 'ਚ ਮਰ ਰਹੇ ਨੇ, ਉਹ ਸਾਰੇ ਮਰ ਰਹੇ ਨੇ, ਇਕੱਲੇ ਸਿੱਖਾਂ ਦੇ ਨਹੀਂ ਮਰ ਰਹੇ। ਤਾਂ ਤੁਹਾਨੂੰ ਕੀ ਲੱਗਦਾ, ਨਸ਼ੇ ਨੇ ਨਹੀਂ ਦੇਖਣਾ ਵੀ ਉਹ ਸਿੱਖ ਆ ਜਾਂ ਦੂਜਾ ਹੈ, ਤਾਂ ਕਿਵੇਂ ਤੁਹਾਨੂੰ ਲੱਗਦਾ ਵੀ ਹੁਣ ਅਸੀਂ ਉਸ ਗੱਲ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਲੋਕਾਂ 'ਚ ਕਿਵੇਂ ਪ੍ਰਚਾਰੀਏ ਵੀ ਜਿਹੜਾ ਅਨੰਦਪੁਰ ਦਾ ਮਤਾ ਸੀ ਉਹ ਪੰਜਾਬ ਦੇ ਹੱਕਾਂ ਵਾਸਤੇ ਸੀ? ਜਿਹੜੀਆਂ ਗੱਲਾਂ ਅੱਜ ਸਰਕਾਰਾਂ ਕਰਦੀਆਂ ਨੇ, ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀਆਂ ਗੱਲਾਂ ਕਰਦੀਆਂ ਨੇ, ਗੁਟਕਾ ਸਾਹਿਬ ਦੀਆਂ ਝੂਠੀਆਂ ਸੱਚੀਆਂ ਸਹੁੰਆਂ ਖਾਈਆਂ ਨੇ ਵੀ ਅਸੀਂ ਨਸ਼ਾ ਮੁਕਤ ਕਰਾਂਗੇ, ਉਹੀ ਤਾਂ ਸੰਤ ਜਰਨੈਲ ਸਿੰਘ ਕਹਿੰਦੇ ਸੀ। ਤਾਂ ਕਿਉਂ ਹੁਣ ਇਹ ਉਹਨਾਂ ਰਾਹਾਂ 'ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਉਦੋਂ ਇਹ ਗੱਲਾਂ ਇਹਨਾਂ ਨੂੰ ਅੱਤਵਾਦ ਲੱਗਦੀਆਂ ਸੀ? ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਇੱਕ ਵੀ ਜਿਹੜਾ ਭਾਰਤੀ ਕਾਨੂੰਨ ਅਧੀਨ ਇੱਕ ਵੀ ਸਿੰਗਲ FIR ਦਰਜ ਨਹੀਂ ਹੈਗੀ। ਤਾਂ ਤੁਹਾਨੂੰ ਕੀ ਲੱਗਦਾ? ਇਸ ਤੋਂ ਬਾਅਦ ਇੱਕ ਸਵਾਲ ਆਪਾਂ ਜਾਂਦੇ ਜਾਂਦੇ ਹੋਰ ਕਰਾਂਗੇ। ਦੇਖੋ, ਜਿਹੜੀ ਮੇਨ ਗੱਲ ਆ ਨਾ, ਉਹ ਇੱਕ ਵਾਰੀ KPS ਗਿੱਲ 1993 ਦੀ ਜਾਂ 94 ਦੀ ਇਹ ਗੱਲ ਵਾ, ਇੱਕ ਦਿੱਲੀ ਦੇ ਵਿੱਚ ਕਿਤਾਬ ਰਿਲੀਜ਼ ਕਰਨ ਦੇ ਲਈ ਸਮਾਰੋਹ ਸੀਗਾ, ਜਿਹਦੇ ਵਿੱਚ ਉਹਨੇ ਬੋਲਦਿਆਂ ਹੋਇਆਂ ਇਹ ਗੱਲ ਕਹੀ ਕਿ ਮੈਂ ਇੰਨੇ ਕੁ ਬੰਦੇ ਮਾਰ ਦਿੱਤੇ ਆ, ਹੁਣ ਸਿੱਖ ਛੇਤੀ ਕੀਤੇ ਉੱਠਣਗੇ ਨਹੀਂ। ਸਮੱਸਿਆ ਪਾਣੀਆਂ ਦੀ ਜਾਂ ਬਿਜਲਈ ਸੋਮਿਆਂ ਦੀ ਜਾਂ ਇਹ ਨਹੀਂ ਹੈ, ਸਮੱਸਿਆ ਸਿੱਖਾਂ ਨੂੰ ਬ੍ਰਾਹਮਣੀ ਗਲਵੇ ਤੋਂ, ਜਿਹੜਾ ਬ੍ਰਾਹਮਣਵਾਦ ਦਾ ਦਬਦਬਾ ਵਾ ਜੀ, ਹਿੰਦੂਤਵ ਦਾ ਜਿਹੜਾ ਸਿੱਖਾਂ ਦੇ ਉੱਤੇ ਅਸਵਾਰ ਹੋਣ ਦਾ ਜਿਹੜਾ ਜਜ਼ਬਾ ਵੀ, ਇਹ ਉਹਦੀ ਪ੍ਰੋਬਲਮ ਸੀ। ਅਸਲ ਵਿੱਚ ਜਿਹੜੀ ਸੈਮੂਅਲ P. ਹਟਿੰਗਟਨ ਨੇ ਵੀ ਗੱਲ ਆਪਦੇ ਥੀਸਿਸ ਵਿੱਚ ਲੈ ਕੇ ਆਂਦੀ, ਹੁਣ ਸਾਰੇ ਸੰਸਾਰ ਵਿੱਚ ਇਹ ਚਰਚਾ ਚੱਲ ਰਹੀ ਆ, ਨਵੇਂ ਦੌਰ ਦਾ ਸੰਸਾਰ ਜਿਹੜਾ ਬਣਿਆ, ਇਹ ਕਲੈਸ਼ ਆਫ ਸਿਵਲਾਈਜੇਸ਼ਨ ਦੀ ਹੀ ਇੱਕ ਵੰਨਗੀ ਆ, ਸਭਿਅਤਾਵਾਂ ਦਾ ਭੇੜ ਆ। ਸਿੱਖ ਸਿਵਲਾਈਜੇਸ਼ਨ ਵਰਸਜ ਹਿੰਦੂ ਸਿਵਲਾਈਜੇਸ਼ਨ ਇਹ ਜੰਗ ਵਾ, ਜਿਹਦੇ ਵਿੱਚ ਪੰਜਾਬ ਜਿਹੜਾ ਹੈ ਉਹ ਸਿੱਖ ਸਿਵਲਾਈਜੇਸ਼ਨ ਦਾ ਕੇਂਦਰ ਬਿੰਦੂ ਆ। ਜੰਗ ਹਿੰਦ ਪੰਜਾਬ ਦਾ ਜਿਹੜਾ ਹੈਗਾ ਨਾ, ਜਦੋਂ ਆਪਾਂ ਸ਼ਾਹ ਮੁਹੰਮਦ ਦਾ ਜੰਗਨਾਮਾ ਪੜ੍ਹਦੇ ਹਾਂ, ਉਹਦੇ 'ਚ ਵੀ ਜੰਗ ਹਿੰਦ ਪੰਜਾਬ ਜਿਹੜਾ ਵਾ, ਇਹਦਾ ਮਤਲਬ ਪੰਜਾਬ ਕਿਸੇ ਹੋਰ ਚੀਜ਼ ਨੂੰ ਰੀਪ੍ਰਜੈਂਟ ਕਰਦਾ, ਪੰਜਾਬ ਸਿੱਖੀ ਨੂੰ ਰੀਪ੍ਰਜੈਂਟ ਕਰਦਾ, ਤੇ ਜਿਹੜਾ ਹਿੰਦੁਸਤਾਨ ਆ ਉਹ ਹਿੰਦੂ ਨੂੰ ਰੀਪ੍ਰਜੈਂਟ ਕਰਦਾ। ਪਿਛਲੀਆਂ 5 ਸਦੀਆਂ ਦੇ ਵਿੱਚ ਉਹਦੀ ਜਿਹੜੇ ਅੰਦਰਲੀ ਨਫ਼ਰਤ ਤੇ ਕੜੱਤਣ ਸੀਗੀ, ਉਹ ਵੱਧ ਗਈ। 1947 ਤੋਂ ਬਾਅਦ ਪਹਿਲੀ ਵਾਰ ਹਿੰਦੂ ਦੇ ਹੱਥ 'ਚ ਇੱਕ ਇਹੋ ਜਿਹੀ ਤਾਕਤ ਆਈ, ਇਹੋ ਜਿਹਾ ਉਹਦਾ ਮਾਹੌਲ ਬਣਿਆ ਕਿ ਉਹ ਹੁਣ ਸੋਚਦਾ ਕਿ ਜਿਸ ਸਿੱਖੀ ਨੇ ਏਡੀ ਚੜ੍ਹਦੀ ਕਲਾ ਵਾਲੀ ਸੋਚ ਮਨੁੱਖਤਾ ਨੂੰ ਦੇਤੀ ਆ, ਜਿਹੜੀ ਸਭ ਤੋਂ ਵੱਧ ਹਿੰਦੂ ਹਿੱਤ ਲਈ ਘਾਤਕ ਆ ਜੀ। ਇੱਕ ਸਵਾਮੀ ਨਿਤਿਆਨੰਦ ਜੀ ਹੋਏ ਨੇ, ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਜੀ ਹੋਏ ਨੇ, ਇਹਨਾਂ ਸਾਰਿਆਂ ਨੇ ਗੱਲ ਨੰਗੀ ਕਰ ਦਿੱਤੀ ਆ ਕਿ ਹਿੰਦੂਇਜ਼ਮ ਦੇ ਪੱਲੇ ਕੱਖ ਨਹੀਂ, ਤੇ ਜੇਕਰ ਕੋਈ ਹਿੰਦੂ ਸਿੱਖ ਇਜ਼ਮ ਨੂੰ ਸਮਝ ਲੂਗਾ ਤਾਂ ਉਹ ਸਿੱਖ ਸਜੂਗਾ। ਹੁਣ ਇਹ ਉਹਨਾਂ ਦੇ ਹਿੱਤਾਂ ਨੂੰ ਸੱਟ ਮਾਰਦੀ ਗੱਲ ਵਾ। ਤੇ ਜਿਹੜੀ ਗੱਲ ਹੋਰ ਫਿਲਾਸਫਰਾਂ ਨੇ ਵੀ ਕਹੀ ਕਿ ਹਿੰਦੂ ਮਤ ਨੂੰ ਬਹੁਤ ਵੱਡਾ ਸਿੱਖਾਂ ਦੇ ਉੱਤੇ, ਸਿੱਖੀ ਉੱਤੇ ਰੋਸ ਆ ਕਿ ਜਾਤ ਪਾਤ ਜਿਹੜੀ ਕਿ ਬ੍ਰਾਹਮਣਵਾਦੀ ਧਰਮ ਦੀ, ਹਿੰਦੂਤਵੀ ਧਰਮ ਦੀ ਆਧਾਰਸ਼ਿਲਾ ਵਾ, ਉਹਦੀ ਸੱਟ ਸਭ ਤੋਂ ਉਹਦੇ ਉੱਤੇ ਸਿੱਖੀ ਨੇ ਮਾਰੀ ਹੈ। ਸੋ ਅਨੇਕਾਂ ਕਾਰਨਾਂ ਕਰਕੇ ਜਿਹੜਾ ਮਨ ਦੇ ਵਿੱਚ ਹਿੰਦੂ ਦੇ ਇੱਕ ਗੁੱਸਾ ਸਿੱਖੀ ਉੱਤੇ, ਉਹ ਕੱਢਣ ਦੇ ਲਈ 1947 ਤੋਂ ਬਾਅਦ ਉਹਦੇ ਹੱਥ 'ਚ ਤਾਕਤ ਆ ਗਈ ਹੈ। ਤੇ ਹੁਣ ਉਹਨੂੰ ਲੱਗਦਾ ਕਿ ਸਿੱਖੀ ਦਰੜ ਦੇਣੀ, ਸਿੱਖਾਂ ਨੂੰ ਮਲੀਆ ਮੇਟ ਕਰ ਦੇਣਾ, ਸਿੱਖਾਂ ਦਾ ਬ੍ਰਾਹਮਣੀਕਰਨ ਕਰ ਦੇਣਾ, ਸਿੱਖਾਂ ਨੂੰ ਆਪਾਂ ਜਿਵੇਂ ਕਹਿ ਦਈਏ ਵੀ ਕੇਸਾਧਾਰੀ ਹਿੰਦੂ ਬਣਾ ਦੇਣਾ, ਇਹ ਉਹਦੇ ਦਿਮਾਗ ਦੇ ਏਜੰਡੇ ਨੇ, ਪ੍ਰੋਜੈਕਟ ਨੇ। ਇਹਦੇ ਲਈ ਅਰਬਾਂ ਖਰਬਾਂ ਰੁਪਈਏ ਖਰਚੇ ਜਾ ਰਹੇ ਨੇ। ਬਾਬਾ ਜਰਨੈਲ ਸਿੰਘ ਧਰਮ ਯੁੱਧ ਮੋਰਚਾ ਜਾਂ ਉਸ ਦੌਰ ਦੇ ਜੁਝਾਰੂ, ਉਹ ਸਭ ਤੋਂ ਵੱਡੀ ਪ੍ਰੋਬਲਮ ਬਣ ਕੇ ਰਾਹ 'ਚ ਪੁੱਠੀ ਚੀਜ਼ ਬਣ ਕੇ ਖੜ ਗਏ, ਜਿਹੜਾ ਹਿੰਦੂਤਵਾ ਦਾ ਰਫ ਚੱਲ ਰਿਹਾ ਜੀ। ਸੋ ਭਾਰਤ ਦੇ ਸਾਰੇ ਨੇ, ਇੰਡੀਆ ਨੇ ਸਾਰੇ ਲੋਕਾਂ ਨੇ ਹਿੰਦੂਤਵੀ ਰਥ ਦੇ ਮੂਹਰੇ ਪੂਰੀ ਤਰ੍ਹਾਂ ਆਪਦੇ ਆਪ ਨੂੰ ਵਿਛਾ ਲਿਆ ਸੀ, ਕੋਡਾ ਕਰ ਲਿਆ ਸੀ। ਪਰ ਪੰਜਾਬ ਦੇ ਵਿੱਚ ਬਾਬਾ ਜਰਨੈਲ ਸਿੰਘ ਤੇ ਸਿੱਖ ਜੁਝਾਰੂ ਜਿਹੜੇ ਸੀ ਆਕੜ ਕੇ ਮੂਹਰੇ ਉਹਦੇ ਖੜ ਗਏ ਸੀ, ਉਸ ਰਥ ਨੂੰ ਜਿਹੜਾ ਉਹਨਾਂ ਦਾ ਚੱਲਿਆ ਜਾ ਰਿਹਾ ਸੀ ਉਹਦੇ ਤੇ ਖੜੇ ਸੀ। ਸੋ ਇਸ ਅਟੈਕ ਦੇ ਇੱਕ ਤਰਫਾ ਜੇ ਕਾਰਨ ਕਿ ਜੀ ਇਹ ਧਰਮ ਯੁੱਧ ਮੋਰਚੇ ਕਰਕੇ ਸੀ ਜਾਂ ਪੰਜਾਬ ਦੇ ਪਾਣੀਆਂ ਕਰਕੇ, ਇਹ ਗੱਲਾਂ ਸੀਗੀਆਂ, ਪਰ ਅਸਲੀ ਗੱਲ ਉਹੀ ਆ ਕਿ ਇਸ ਭਾਰਤੀ ਖਿੱਤੇ ਵਿੱਚ ਬ੍ਰਾਹਮਣਵਾਦ ਦੀ ਸਰਦਾਰੀ ਕਾਇਮ ਕਰਨੀ ਤੇ ਹਿੰਦੂ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਦੇ ਉੱਪਰ ਚੜਾਉਣਾ, ਅਸਵਾਰ ਕਰਨਾ ਉੱਤੇ, ਇਹ ਜਿਹੜੀ ਜਿੱਦ ਵਾ, ਉਹਦੇ ਵਿੱਚੋਂ ਇਹ ਹਮਲਾ ਨਿਕਲਿਆ ਕਿ ਸਿੱਖਾਂ ਨੂੰ ਇੰਨੀ ਕੁ ਬੁਰੀ ਤਰ੍ਹਾਂ ਮਾਰਿਆ ਜਾਵੇ, ਕਿ ਸਿੱਖਾਂ ਦਾ ਇੰਨੀ ਕੁ ਬੁਰੀ ਤਰ੍ਹਾਂ ਜਲੀਲ ਕੀਤਾ ਜਾਵੇ ਕਿ ਇਹ ਸਦੀਆਂ ਤੱਕ ਉੱਠ ਨਾ ਸਕਣ। ਪਰ
ਇਹ ਸਿੱਖ ਬੋਧੀ ਨਹੀਂ ਹੈਗੇ ਜੀ। ਸਿੱਖਾਂ ਕੋਲ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਉਹ ਸ਼ਕਤੀ ਹੈ ਬਈ ਜਦੋਂ ਸਾਰੇ ਹੀਲਿਆਂ ਤੋਂ ਗੱਲ ਲੰਘ ਜਾਵੇ, ਜਾਇਜ਼ ਤਦੋਂ ਹੈ ਹੱਥ ਤਲਵਾਰ ਫੜਨੀ। ਤੋਂ ਖਾਲਸੇ ਨੇ ਖੰਡਾ ਖੜਕਾ ਕੇ ਦੱਸ ਦਿੱਤਾ ਜੀ। ਇੰਦਰਾ ਗਾਂਧੀ ਤੇ ਵੈਦਿਆ ਜਦੋਂ ਕੋਈ ਲੜਾਈਆਂ ਹੁੰਦੀਆਂ, ਜੰਗਾਂ ਹੁੰਦੀਆਂ ਨੇ, ਉਦੋਂ ਰਾਜਾ ਜਾਂ ਰਾਣੀ ਹੁੰਦੇ ਆ, ਦੂਜੇ ਪਾਸੇ ਸੈਨਾਪਤੀ ਹੁੰਦੇ ਆ, ਤੇ ਬਾਕੀ ਜਿਹੜੀ ਉਹਦੀ ਸੈਨਾ ਦੇ ਵੱਡੇ ਹੁੰਦੇ ਆ, ਉਹ ਸਿੱਖਾਂ ਨੇ ਨਾਲ ਦੀ ਨਾਲ ਸੋਧੇ ਲਾ ਦਿੱਤੇ ਆ। ਤੇ ਹੁਣ ਅਗਲਾ ਦੌਰ ਜਿਹੜਾ ਹੈਗਾ ਅੱਜ ਦਾ, ਉਹਦੇ ਵਿੱਚ ਇੰਡੀਆ ਨੇ ਕੋਈ ਨਾ ਕਸਰ ਪਹਿਲਾਂ ਛੱਡੀ ਸੀ, ਨਾ ਹੁਣ ਛੱਡਣੀ ਹੈ, ਪਰ ਨਾ ਉਹ ਪਹਿਲਾਂ ਜਿੱਤੇ ਸੀ, ਨਾ ਹੁਣ ਜਿੱਤਣੇ ਆ। ਫਤਿਹ ਖਾਲਸੇ ਦੀ ਹੋਣੀ ਆ। ਸਾਰੇ ਸੰਸਾਰ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਜਿਹੜੀ ਹੋ ਰਹੀ ਆ, ਉਹਦੇ ਤੋਂ ਹਿੰਦੂਤਵਾ ਜਿਹੜਾ ਏਜੰਡਾ ਉਹ ਪੂਰੀ ਤਰ੍ਹਾਂ ਬੇਬਸ ਆ, ਲਾਚਾਰ ਆ, ਕੋਈ ਵਾਹ ਨਹੀਂ ਚੱਲ ਰਹੀ। ਹਰ ਜਿਹੜੀ ਉਹਦੀ ਸਾਜ਼ਿਸ਼ ਆ, ਹਰ ਜਿਹੜੀ ਉਹਦੀ ਗੇਮ ਆ, ਉਹ ਪੁੱਠੀ ਪੈ ਰਹੀ ਹੈ। ਤੋਂ ਖਾਲਸਾ ਦੀ ਫਤਿਹ ਦੇ ਸਫ਼ਰ ਵੱਲ ਅੱਗੇ ਵਧ ਰਿਹਾ। ਇਹ ਟੱਕਰ ਆ, ਤੇ ਖਾਲਸੇ ਦੇ ਇਤਿਹਾਸ ਦੇ ਵਿੱਚ ਕਦੇ ਕੋਈ ਇਹੋ ਜਿਹਾ ਮੌਕਾ ਆਇਆ ਹੀ ਨਹੀਂ ਜਿੱਥੇ ਸਾਨੂੰ ਸੁੱਖ ਦਾ ਸਾਹ ਟੱਕਰਿਆ ਹੋਵੇ। ਜੀ ਬਿਲਕੁਲ। ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਿਹੜਾ ਕਿ ਮੰਜੀ ਸਾਹਿਬ ਦੀਵਾਨ ਹਾਲ ਦੇ ਕੁਝ ਉਦੋਂ ਦੀਆਂ ਵੀਡੀਓਜ਼ ਜਿਹੜੀਆਂ ਬਹੁਤ ਅਣਮੁੱਲੀਆਂ ਦੇਖਦੇ ਹਾਂ, ਤਾਂ ਸੰਤ ਜਰਨੈਲ ਸਿੰਘ ਜੀ ਕਹਿੰਦੇ ਆ ਵੀ ਜੇ ਹਿੰਦੁਸਤਾਨ ਦੀ ਫੌਜ ਜਿਹੜੀ ਆ, ਜੇ ਤੁਹਾਨੂੰ ਪਤਾ ਲੱਗੇ ਵੀ ਹਿੰਦੁਸਤਾਨ ਦੀ ਫੌਜ ਨੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਤੇ ਫਿਰ ਥਾਵਾਂ-ਥਾਵਾਂ ਤੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਫਿਰ ਹਥਿਆਰ ਚੁੱਕ ਕੇ ਤੁਰ ਪਿਓ। ਤੇ ਸੱਚਮੁੱਚ ਇਹ ਗੱਲ ਉਸੇ ਤਰ੍ਹਾਂ ਹੀ ਵਾਪਰੀ ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ। ਤੇ ਸੰਤ ਜਰਨੈਲ ਸਿੰਘ ਹੀ ਖੁਦ ਨੂੰ ਵੀ ਸੰਤ ਵੀ ਅਖਵਾਉਣਾ ਪਸੰਦ ਨਹੀਂ ਸੀ ਕਰਦੇ। ਔਰ ਅੱਜ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਕਿ ਕੁਛ ਟੁਕੜੀਆਂ ਜਾਂ ਬਹੁਤ ਸਾਰੇ ਅਜਿਹੇ ਲੋਕ ਜਾਂ ਅਜਿਹੀਆਂ ਸ਼ਖਸੀਅਤਾਂ ਕਹਿ ਲਓ ਜਾਂ ਕੁਛ ਸਿਆਸੀ ਪਿੰਗਾ ਝੂਟ ਰਹੇ ਲੋਕ ਜਿਹੜੇ ਉਸ ਵਕਤ ਹੱਥ ਖੜੇ ਕਰਕੇ ਆਏ ਹੁਣ, ਅੱਜ ਉਹ ਆਪਦੇ ਨਾਵਾਂ ਦੇ ਨਾਲ ਬੇਸ਼ੱਕ ਸੰਤ ਜਾਂ ਸੰਤਾਂ ਦੇ ਜਿਹੜਾ ਕਿ ਹਮਸਫਰ ਜਾਂ ਸੰਤਾਂ ਦੀ ਸੋਚ ਦੇ ਵਾਰਸ ਤੇ ਅਖਵਾ ਲੈਣ ਕਹਿ ਸਕਦੇ ਆ, ਪਰ ਬਣਨਾ ਜਿਹੜਾ ਬਹੁਤ ਔਖਾ। ਤੁਸੀਂ ਬਹੁਤ ਨੇੜੇ ਹੋ ਕੇ ਵੇਖਿਆ ਸੰਤ ਜਰਨੈਲ ਸਿੰਘ ਜੀ ਦੇ ਨਾਲ ਜਿਹੜਾ ਕਿ ਜੰਗ ਲੜਦਿਆਂ ਜੁਝਾਰੂਆਂ ਦੇ ਪਰਿਵਾਰਾਂ ਨੂੰ ਬਹੁਤ ਸਾਰੇ ਅਜਿਹੇ ਵੀ ਸੀ ਜਿਹੜੇ 3 ਤਰੀਕ ਨੂੰ ਕਈਆਂ ਨੇ ਆਪਣੇ ਪਰਿਵਾਰ, ਅੱਜ ਅਸੀਂ ਸ਼ੁਬੇਗ ਸਿੰਘ ਜੀ ਫੌਜੀ ਉਹਨਾਂ ਦੇ ਭੁਚੰਗੀ ਕੋਲ ਜਾ ਕੇ ਆਏ, ਉਹਨਾਂ ਦੇ 3 ਤਰੀਕ ਨੂੰ ਜਿਹੜੇ ਸਿੰਘਣੀ ਸੀ ਭਾਈ ਸਾਹਿਬ ਸ਼ੁਬੇਗ ਸਿੰਘ ਜੀ ਫੌਜੀ ਦੇ, ਉਹ ਜਾ ਕੇ ਆਏ। ਉਹਨਾਂ ਨੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਚਲੇ ਜਾਓ ਤੇ ਅਸੀਂ ਨਹੀਂ ਮੁੜਾਂਗੇ, ਸੰਤ ਜਰਨੈਲ ਸਿੰਘ ਜੀ ਜੇ ਇੱਥੇ ਸ਼ਹੀਦ ਹੋਣਗੇ ਤੇ ਅਸੀਂ ਵੀ ਹੋਵਾਂਗੇ। ਸੰਤ ਜਰਨੈਲ ਸਿੰਘ ਨੇ ਅਰਦਾਸ ਕੀਤੀ ਸੀ। ਬਹੁਤ ਸਾਰੇ ਜਿਹੜੇ 5 ਤਰੀਕ ਨੂੰ ਹੱਥ ਖੜੇ ਕਰਕੇ ਆਏ ਆ, ਕੋਈ 6 ਨੂੰ, ਕੋਈ 7 ਨੂੰ। ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਹੁਣ ਸੰਤ ਜਰਨੈਲ ਜੀ ਦਾ ਤੁਸੀਂ ਕਿਹਾ ਵੀ ਉੱਥੇ ਸਿੰਘਾਂ ਦੀ ਗਿਣਤੀ ਨੂੰ ਵੱਡਾ ਕਰਕੇ ਵਿਖਾਉਣ ਦਾ ਇੱਕ ਬੜਾ ਵੱਡਾ ਤਹਈਆ ਕੀਤਾ ਜਾ ਰਿਹਾ, ਵੀ ਇਹ ਕਿਹਾ ਜਾਵੇ ਜੀ ਉੱਥੇ ਜੀ ਅੱਤਵਾਦੀ ਬੜੇ ਸੀ, 2-3 ਜਾਂ 10,000 ਸੀਗਾ ਜੀ, ਉਹਨਾਂ ਨੂੰ ਪਾਕਿਸਤਾਨ 'ਚੋਂ ਸਮਾਨ ਆਇਆ ਸੀ ਜੀ, ਉੱਥੋਂ ਆਇਆ ਸੀਗਾ ਜੀ। ਤੇ ਹਾਲਾਂਕਿ ਜਿਹੜੀ ਅਸਲੀਅਤ ਆ ਉਹ ਇਹਨਾਂ ਨੂੰ ਆਪਣੇ ਤੋਂ ਵੱਧ ਪਤਾ ਅੰਕੜੇ ਆਪਣੇ ਕੋਲ, ਕਿ ਇਹਨਾਂ ਨੇ ਲਾਸ਼ਾਂ ਸਾਂਭੀਆਂ, ਜਿਹੜੀਆਂ ਡੈੱਡ ਬੋਡੀ ਸਾਰਿਆਂ ਦੀਆਂ ਸਰਕਾਰ ਨੇ, ਫੌਜ ਨੇ ਖੁਦ ਸਾਂਭੀਆਂ। ਉਹਨਾਂ ਕੋਲ ਤਾਂ ਇੱਕ ਦੀ ਨਿਸ਼ਾਨੀ ਅਜੇ ਤੱਕ ਮੇਰੇ ਖਿਆਲ 'ਚ ਪਈ ਹੋਣੀ ਆ, ਬੇਸ਼ੱਕ ਸਾਡੇ ਲੀਡਰਾਂ ਨੇ ਮੰਗਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਦੇ। ਤਾਂ ਤੁਹਾਨੂੰ ਕੀ ਲੱਗਦਾ ਜਿਹੜੇ ਵਧਾ ਚੜਾ ਕੇ ਗੱਲਾਂ ਕੀਤੀਆਂ ਗਈਆਂ ਤਾਂ ਸੰਤ ਜਰਨੈਲ ਸਿੰਘ ਜੀ ਦੇ ਜਿਹੜਾ ਕਿ ਕਰੈਕਟਰ ਬਾਰੇ, ਸ਼ਖਸੀਅਤ ਬਾਰੇ, ਪ੍ਰਕਰਮਾਂ ਦੇ ਵਿੱਚ ਹੁੰਦੇ ਕੰਮਾਂ ਬਾਰੇ, ਉੱਥੇ ਇਹ ਸੀ, ਉੱਥੇ ਗਲਤ ਕੰਮ ਹੁੰਦਾ ਸੀ, ਇਹ ਸਾਰੇ ਜਿਹੜੇ ਝੂਠ ਫਰੇਬ ਬਣਾਏ ਗਏ ਆ, ਇਹਦੇ ਵਿੱਚ ਸਾਡਿਆਂ ਦਾ ਇੱਕ ਪਾਸੇ ਤਾਂ ਬੇਗਾਨੇ ਨੇ ਜਿਹਨਾਂ ਨੂੰ ਕਹਿ ਲਓ, ਜਿਨ੍ਹਾਂ ਨੇ ਹਮਲਾ ਕੀਤਾ, ਤੋਹਫਾ ਲੈ ਕੇ ਚਾੜੀਆਂ, ਇੱਕ ਪਾਸੇ ਉਹ ਜਿਹੜੇ ਉੱਥੋਂ ਹੱਥ ਖੜੇ ਕਰਕੇ ਆਏ ਸੀ, ਉਹ ਤੁਹਾਨੂੰ ਲੱਗਦਾ ਇਹਨਾਂ ਦਾ ਕਿੰਨਾ ਕਸੂਰ ਆ? ਦੇਖੋ, ਜਿਹੜੀ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ ਆ ਨਾ ਜੀ, ਉਹ ਇੱਕ ਧਾਰਮੀ ਪੁਰਸ਼ ਸੀ। ਜਿਹੜੀ ਧਾਰਮਿਕ ਸ਼ਖਸੀਅਤ ਹੁੰਦੀ ਆ ਉਹਦੇ ਕੋਲੇ ਨੈਤਿਕਤਾ ਹੁੰਦੀ ਆ, ਉਹਦੇ ਕੋਲੇ ਝੂਠ ਨਹੀਂ ਹੁੰਦਾ। ਤੇ ਬਾਬਾ ਜਰਨੈਲ ਸਿੰਘ ਤਾਂ ਇੰਨਾ ਸੱਚਾ ਸੀ, ਉਹ ਇੰਨਾ ਸੱਚਾ ਸੀ ਕਿ ਅਕਾਲੀ ਤਾਂ ਕਦੇ ਸੋਚ ਹੀ ਨਹੀਂ ਸੀ ਸਕਦੇ ਕਿ ਇੰਨਾ ਸੱਚੇ ਬੰਦੇ ਵੀ ਹੁੰਦੇ ਆ। ਤੋ ਇਹਨਾਂ ਦੀ ਸਿਆਸਤ, ਇਹਨਾਂ ਦਾ ਸਾਰਾ ਕੁਝ ਝੂਠ ਦੇ ਆਧਾਰ ਤੇ ਚੱਲਦਾ। ਤੋ ਇਹਨਾਂ ਦਾ ਹਰ ਵਾਰੀ ਏਜੰਡਾ ਇੰਨਾ ਕੁ ਹੁੰਦਾ ਸੀ ਕਿ ਮੋਰਚਾ ਲਾ ਲਓ ਤੇ ਸਿੱਖ ਜਜ਼ਬਾਤਾਂ ਨੂੰ ਭੜਕਾ ਲਓ, ਜਦੋਂ ਇਲੈਕਸ਼ਨਾਂ ਆਉਣਗੀਆਂ ਉਦੋਂ ਇਲੈਕਸ਼ਨਾਂ ਜਿੱਤਾਂਗੇ। ਤੇ ਹਰ ਵਾਰੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਇਹ ਮਾਹੌਲ ਬਣਾਉਂਦੇ ਸੀ, ਉਹਦੇ ਵਿੱਚ ਐਂ ਲੱਗਣ ਲਾ ਦਿੰਦੇ ਸੀ ਬਈ ਜੇਕਰ ਅਸੀਂ ਐਤਕੀ ਇਲੈਕਸ਼ਨ ਜਿੱਤ ਲਈ, ਸਰਕਾਰ ਸਾਡੀ ਬਣ ਗਈ ਨਾ, ਬਸ ਸਿੱਖਾਂ ਦਾ ਰਾਜ ਹੀ ਆ ਜਾਣਾ, ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿਓ, ਸਿੱਖਾਂ ਦਾ ਰਾਜ ਆ ਜਾਣਾ। ਇਹ ਗੱਲ ਕਹਿ ਕੇ ਝੂਠ ਸੀ। ਇਹ ਗੱਲ ਬਾਰ-ਬਾਰ ਕਹਿ ਕੇ ਉਹ ਜਦੋਂ ਜਿੱਤਦੇ ਸੀ ਤਾਂ ਥੋੜ੍ਹੇ ਟਾਈਮ ਬਾਅਦ ਦਿੱਲੀ ਵਾਲੇ ਸਰਕਾਰ ਜਿਹੜੀ ਸੀ ਉਹ ਸੁੱਟ ਦਿੰਦੇ ਸੀ। ਹਰ ਵਾਰ ਸਰਕਾਰ ਇਹਨਾਂ ਦੀ ਬਣਦੀ ਸੀ ਪੰਥ ਕਰਕੇ, ਪੰਥਕ ਜਜ਼ਬੇ ਕਰਕੇ, ਤੇ ਦਿੱਲੀ ਵਾਲੇ ਸਰਕਾਰ ਸੁੱਟ ਦਿੰਦੇ ਆ। ਹੁਣ ਇਹ ਗੱਲ ਗਰੰਟੀ ਸ਼ੁਦਾ ਤਰੀਕੇ ਨਾਲ ਸੰਗਤ ਨੂੰ, ਆਪਦੇ ਪੰਥ ਨੂੰ, ਆਪਦੀ ਕੌਮ ਨੂੰ ਕਹਿ ਦੇਣ ਵਿੱਚ ਕਿੱਡੀ ਕਹਾਣੀ ਆ ਕਿ ਭਾਈ ਭਾਰਤੀ ਹਕੂਮਤੀ ਮਸ਼ੀਨਰੀ ਨੇ ਸਾਨੂੰ ਚੱਲਣ ਨਹੀਂ ਜੇ ਦੇਣਾ, ਤੁਸੀਂ ਸਾਡੀ ਸਰਕਾਰ ਬਣਾ ਦਿੰਦੇ ਹੋ, ਗਾਂ ਸਾਨੂੰ ਚੱਲਣ ਨਹੀਂ ਦਿੰਦੇ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਕਰਾਉਂਦੇ ਆ, ਇਸ ਕਰਕੇ ਆਓ ਆਪਾਂ ਕੋਈ ਇਹਦਾ ਰਾਹ ਲੱਭੀਏ। ਪਰ ਇਹਨਾਂ ਨੇ ਉਲਟ ਕੰਮ ਲੱਭਿਆ ਸੀ। ਤਾਂ 1982 'ਚ ਜਿਹੜਾ ਧਰਮ ਯੁੱਧ ਮੋਰਚਾ ਲੱਗਿਆ, ਉਹ ਵੀ ਇਹਨਾਂ ਨੇ ਉਸੇ ਰਵਾਇਤ ਵਿੱਚੋਂ ਲਾਇਆ ਸੀ। ਪਰ ਬਾਬਾ ਜਰਨੈਲ ਸਿੰਘ ਦੇ ਨਿਸ਼ਾਨੇ ਕੁਝ ਹੋਰ ਸੀ, ਤੇ ਇਹਨਾਂ ਲਈ ਉਹ ਬਿਪਤਾ ਬਣ ਗਈ ਕਿ
ਹੁਣ ਬਾਬਾ ਜਰਨੈਲ ਸਿੰਘ ਤੋਂ ਖਹਿੜਾ ਕਿਵੇਂ ਛਡਾਈਏ। ਤੋ ਇੱਕ ਥਾਂ ਦੇ ਉੱਤੇ ਸਥਿਤੀ ਉਹ ਬਣ ਗਈ ਜਿੱਥੇ ਦਿੱਲੀ ਦਰਬਾਰ ਤੇ ਅਕਾਲੀ ਦਲ ਦਾ ਜਿਹੜਾ ਮੇਨ ਜਿਹੜੀ ਉਸ ਟਾਈਮ ਦੀ ਬਾਡੀ ਸੀ ਉਹਨਾਂ ਦਾ ਜਿਹੜਾ ਆਪਸ ਵਿੱਚ ਹੀ ਏਕਤਾ ਬਣਦੀ ਸੀ ਕਿ ਬਾਬਾ ਜਰਨੈਲ ਸਿੰਘ ਤੋਂ ਖਹਿੜਾ ਕਿਵੇਂ ਛਡਵਾਈ। ਤੇ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਜਿੱਦਣ ਸਰਦਾਰ ਸੁਰਿੰਦਰ ਸਿੰਘ ਸੋਢੀ ਦਾ ਇਹਨਾਂ ਨੇ ਸ਼ਹੀਦ ਕੀਤਾ, ਜਿੱਦਣ ਉਹਨਾਂ ਨੂੰ, ਉਦੋਂ ਬਾਬਾ ਜਰਨੈਲ ਸਿੰਘ ਨੂੰ ਕਲੀਅਰ ਕੱਟ ਪਤਾ ਸੀ ਕਿ ਇਹਨਾਂ ਨੇ ਮੈਨੂੰ ਮਰਵਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ। ਜਿਹੜਾ ਲੌਂਗੋਵਾਲ ਦਾ ਸਕੱਤਰ ਸੀਗਾ ਗੁਰਚਰਨ, ਉਹ ਬਿਲਕੁਲ ਨੰਗਾ ਚਿੱਟਾ ਉਹਨਾਂ ਦਿਨਾਂ 'ਚ ਪਤਾ ਸੀ ਔਰ ਸ਼ਰੇਆਮ ਪਤਾ ਸੀਗਾ ਕਿ ਉਹਨੂੰ ਕੌਣ ਪ੍ਰੋਟੈਕਟ ਕਰ ਰਿਹਾ। ਸਰਦਾਰ ਸੁਰਿੰਦਰ ਸਿੰਘ ਸੋਢੀ ਦੇ ਮਰਡਰ ਤੋਂ ਬਾਅਦ ਕੋਈ ਭਰਮ ਭੁਲੇਖਾ ਨਹੀਂ ਸੀ ਰਹਿ ਗਿਆ ਬਾਬਾ ਜਰਨੈਲ ਸਿੰਘ ਨੂੰ ਕਿ ਇਹ ਕਿੱਥੇ ਖੜੇ ਆ। ਤੇ ਜਿਹੜੇ ਜਥੇਦਾਰ ਸੀ ਉਸ ਟਾਈਮ ਦੇ, ਉਹ ਵੀ ਬਿਲਕੁਲ ਬਾਰ-ਬਾਰ ਬਾਬਾ ਜਰਨੈਲ ਸਿੰਘ ਦੇ ਸੱਚ ਦੇ ਸਾਹਮਣੇ ਝੂਠੇ ਸਿੱਧ ਹੋਏ ਸੀ। ਤੇ ਅੱਜ ਜਿਹੜਾ ਮਾਹੌਲ ਅੱਜ ਦਾ, ਉਹਦੇ ਵਿੱਚ ਵੀ ਇਹਨਾਂ ਨੂੰ ਬਾਬਾ ਜਰਨੈਲ ਸਿੰਘ ਦਾ ਜਿਹੜਾ ਫਲਸਫਾ, ਉਹਦੀ ਘਾਲ ਕਮਾਈ ਤੇ ਬਾਬਾ ਜਰਨੈਲ ਸਿੰਘ ਦੀ ਗੱਲ ਕਰਨ ਵਾਲੇ ਇਹਨਾਂ ਲੋਕਾਂ ਨੂੰ ਅੱਜ ਵੀ ਉਹ ਪ੍ਰਵਾਨ ਨਹੀਂ ਹੈ। ਤੇ ਪਰ ਬਾਬਾ ਜਰਨੈਲ ਸਿੰਘ ਦੀ ਕੱਦ, ਉਹਦੀ ਪਰਸਨੈਲਿਟੀ, ਉਹਦੀ ਘਾਲਣਾ ਕਰਕੇ ਪੰਥਕ ਸਤਿਕਾਰ ਇੰਨਾ ਜ਼ਿਆਦਾ ਵੱਡਾ ਹੋ ਗਿਆ ਕਿ ਅੱਜ ਉਹਨਾਂ ਦੇ ਖਿਲਾਫ ਉਵੇਂ ਸ਼ਰੇਆਮ ਤਾਂ ਨਹੀਂ ਬੋਲਦੇ, ਪਰ ਇਹਨਾਂ ਦੇ ਦਿਲ ਦੇ ਵਿੱਚ ਅੰਦਰ ਪਾਪ ਆ, ਕਿਉਂਕਿ ਇਹ ਸਿਆਸੀ ਫਾਇਦਿਆਂ ਵਾਲੇ ਬੰਦੇ ਨੇ। ਆਪਣੇ ਸਾਹਮਣੇ ਆ ਕਿ 1984 ਦੇ ਘੱਲੂ ਘਾਰੇ ਤੋਂ ਬਾਅਦ ਜਦੋਂ ਪੂਰੇ ਦਾ ਪੂਰਾ ਪੰਥ ਜਿਹੜਾ ਸੀ ਉਹ ਹਿੰਦੁਸਤਾਨ ਜਿੰਦਾਬਾਦ ਕਹਿਣੋਂ ਹਟ ਗਿਆ ਸੀ ਤੇ ਉਹ ਖਾਲਿਸਤਾਨ ਜਿੰਦਾਬਾਦ ਕਹਿਣ ਵਾਲੇ ਪਾਸੇ ਨੂੰ ਤੁਰ ਰਿਹਾ ਸੀ। ਇਹਨਾਂ ਨੇ 1985 ਦੀ ਇਲੈਕਸ਼ਨ ਲੜੀ, ਫਿਰ ਉਸ ਤੋਂ ਬਾਅਦ ਵਿੱਚ ਉਸੇ ਭਾਰਤੀ ਹਕੂਮਤੀ ਮਸ਼ੀਨਰੀ ਵਿੱਚ ਸਿੱਖਾਂ ਦਾ ਦੁਬਾਰਾ ਵਿਸ਼ਵਾਸ ਕਾਇਮ ਕਰਨ ਦੇ ਸਾਰੇ ਇੰਡੀਅਨ ਪ੍ਰੋਸੈਸ ਦਾ ਹਿੱਸਾ ਬਣ ਕੇ ਜਦੋਂ ਇਹਨਾਂ ਨੇ ਹੁਣ 3 ਵਾਰੀ ਬਾਦਲ ਸਾਹਿਬ ਸਰਕਾਰ ਹੰਢਾ ਚੁੱਕੇ ਆ, ਤੇ ਜਿੰਨਾ ਨੁਕਸਾਨ ਕਾਂਗਰਸ ਦੇ ਰਾਜ ਵਿੱਚ ਸਾਡਾ ਹੁੰਦਾ ਓਨਾ ਹੀ ਇਹਨਾਂ ਦੇ ਰਾਜ ਵਿੱਚ ਹੁੰਦਾ। ਸੋ ਇਹ ਇੱਕ ਸਿਆਸੀ ਗਧੀਗੇੜ ਵਾਲੇ ਬੰਦੇ ਨੇ, ਇਹਨਾਂ ਕੋਲ ਧਰਮ ਦੀ ਕੋਈ ਆਸ ਨਹੀਂ। ਤੇ ਬਾਬਾ ਜਰਨੈਲ ਸਿੰਘ ਹੀ ਸੀ, ਉਹਨਾਂ ਦੇ ਤਾਂ ਇਹ ਕਿਸੇ ਹਾਣ ਤਾਣ ਦੇ ਹੋ ਹੀ ਨਹੀਂ ਸਕਦੇ। ਬਿਲਕੁਲ, ਜਿਹੜੀ ਕਿ ਖਾਲਸਾ ਜਿਹੜਾ ਅਕਾਲ ਪੁਰਖ ਦੀ ਫੌਜ ਆ, ਔਰ ਖਾਲਸਾ ਕਿਸੇ ਵੀ ਰਾਜੇ ਜਾਂ ਕਿਸੇ ਦੇਸ਼ ਜਾਂ ਕਿਸੇ ਵੀ ਮੰਤਰੀ ਸੰਤਰੀ ਦੇ ਅੰਡਰ ਚੱਲਣ ਵਾਲਾ ਜਿਹੜਾ ਕੋਈ ਉਸ ਤਰ੍ਹਾਂ ਦਾ ਸਿਪਾਹੀ ਨਹੀਂ ਹੈ। ਖਾਲਸਾ ਜਿਹੜਾ ਅਕਾਲ ਪੁਰਖ ਦੀ ਫੌਜ ਆ, ਔਰ ਪ੍ਰਮਾਤਮਾ ਦੀ ਮੌਜ ਦੇ ਵਿੱਚੋਂ ਜਿਹੜਾ ਪ੍ਰਗਟ ਹੋਇਆ ਖਾਲਸਾ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਣ ਜਾਂ ਉਹਨਾਂ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਸ਼ਹੀਦ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ, ਜਾਂ ਉਹਨਾਂ ਤੋਂ ਬਾਅਦ ਜਿੰਨੇ ਵੀ ਯੋਧੇ ਲੱਖਾਂ ਜਿਹੜੇ ਕਿ ਸਿੱਖ ਕੌਮ ਦੇ ਵਿੱਚ ਯੋਧੇ ਹੋਏ ਨੇ, ਜਿੰਨੇ ਵੀ ਜੂਝ ਕੇ ਸ਼ਹੀਦ ਹੋਏ ਗੁਰੂ ਪਾਤਸ਼ਾਹ ਦੇ ਪਿਆਰ ਖਾਤਰ, ਸਿੱਖੀ ਸਿਧਾਂਤਾਂ ਖਾਤਰ, ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ, ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੁਤੰਤਰ ਸਿੱਖ ਰਾਜ ਦੀ ਸੋਚ, ਜਿਹਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਦੇ ਵਾਸਤੇ ਮੁੜ ਤੋਂ ਜਿਹੜਾ ਅੱਗੇ ਤੋਰਿਆ, ਔਰ ਅੱਜ ਵੀ ਚੱਲਦੀ ਪਈ ਆ। ਅੱਜ ਵੀ ਸੰਤ ਜਰਨੈਲ ਸਿੰਘ ਦੀ ਜਿਹੜੀ ਤਸਵੀਰ ਤੋਂ ਡਰ ਜਿਹੜਾ ਉਹ ਸਲਤਨਤ ਨੂੰ ਕਿਉਂ ਲੱਗਦਾ, ਕੁਛ ਨਾ ਕੁਛ ਉਹ ਗੱਲ ਖੜਕਦੀ ਆ ਵੀ ਕਿਤੇ ਸੰਤ ਜਰਨੈਲ ਸਿੰਘ ਦੀ ਸੋਚ ਆ ਜਿਹੜੀ ਨੌਜਵਾਨਾਂ ਦੇ ਵਿੱਚ ਆ ਨਾ ਜਾਵੇ। ਖੈਰ, ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ 36 ਸਾਲਾ ਜਿਹੜਾ ਕਿ ਅਸੀਂ ਘੱਲੂਘਾਰਾ ਜੂਨ 1984 ਦੀ ਵਰ੍ਹੇਗੰਢ ਮਨਾ ਰਹੇ ਹਾਂ। ਉਸ ਵਕਤ ਜੂਝ ਕੇ ਸ਼ਹੀਦੀਆਂ ਪਾਉਣ ਵਾਲੇ ਜਿਹੜੇ ਕਿ ਯੋਧਿਆਂ ਨੂੰ ਸਾਡਾ ਰੋਮ ਸਿਜਦਾ ਸੀ, ਘਰਾਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਯਾਦ ਕਰੀਏ, ਉਹਨਾਂ ਨੂੰ ਸਿਜਦਾ ਕਰੀਏ, ਉਹਨਾਂ ਦੀਆਂ ਕਥਾ ਕਹਾਣੀਆਂ ਵਾਰਾਂ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਜਿਹੜੇ ਕੁਝ ਬੋਲ ਸਾਨੂੰ ਇੰਟਰਨੈਟ ਦੇ ਮਾਧਿਅਮ ਰਾਹੀਂ ਮਿਲਦੇ ਨੇ ਸੀ, ਉਹਨਾਂ ਨੂੰ ਸੁਣੀਏ। ਆਖਰ ਕਿਉਂ ਸੰਤ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਜਿਹੜੀ ਵਿਲੱਖਣ ਸੀ, ਕੀ ਫਰਕ ਸੀ ਸੰਤ ਜਰਨੈਲ ਸਿੰਘ ਤੇ ਬਾਕੀ ਸੰਤਾਂ ਦੇ ਵਿੱਚ ਜਿਹੜੇ ਉਸ ਵਕਤ ਵੀ ਬਰਾਬਰ ਤੇ, ਬੇਸ਼ੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਵੇ ਜਾਂ ਦੂਜੇ ਤੀਜੇ ਜਿਹੜੇ ਸਿੱਖ ਲੀਡਰ ਹੋਣ। ਧਰਮ ਯੁੱਧ ਮੋਰਚਾ ਇਕੱਲੇ ਸੰਤ ਜਰਨੈਲ ਸਿੰਘ ਜੀ ਨੇ ਨਹੀਂ ਲਾਇਆ, ਬਰਾਬਰ ਤੇ ਜਿਹਨਾਂ ਨੇ ਰਲ ਕੇ ਲਾਇਆ ਸੀ ਉਹਨਾਂ 'ਚ ਤੇ ਸੰਤ ਜਰਨੈਲ ਸਿੰਘ ਜੀ ਦੇ ਵਿੱਚ ਕੀ ਫਰਕ ਸੀ? ਦੇਖਣ ਨੂੰ ਇੱਕੋ ਜਿਹਾ ਸੀ, ਕੁਝ ਬਹੁਤਾ ਫਰਕ ਨਹੀਂ ਹੋਇਆ। ਉਸ ਤਰ੍ਹਾਂ ਦਾ ਦਾੜਾ ਸੀ, ਉਸ ਤਰ੍ਹਾਂ ਦੀ ਪੱਗ ਹੋਏਗੀ, ਉਸ ਤਰ੍ਹਾਂ ਦਾ ਚੋਲਾ ਵੀ ਬਥੇਰਿਆਂ ਨੇ ਪਾਇਆ ਸੀ, ਪਰ ਹੱਥ ਖੜੇ ਕਰਕੇ ਮੁੜਨ ਵਾਲੇ ਤੇ ਉੱਥੇ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਜਿਹੜੇ ਆ ਜੂਝਣ ਵਾਲਿਆਂ ਦੇ ਵਿੱਚ ਫਰਕ ਜਿਹੜਾ ਉਹ ਜ਼ਮੀਰ ਦਾ ਹੁੰਦਾ। ਗੁਰੂ ਪਾਤਸ਼ਾਹ ਨੇ ਉਹ ਬਖਸ਼ਿਸ਼ ਕੀਤੀ ਔਰ ਸੰਤ ਜਰਨੈਲ ਸਿੰਘ ਜੀ ਦੀ ਉਸ ਸ਼ਹਾਦਤ ਨੂੰ, ਜਰਨੈਲ ਜਿਹੜਾ ਹੁੰਦਾ ਉਹ ਹਮੇਸ਼ਾ ਉਹਨੂੰ ਅਸੀਂ ਯਾਦ ਕਰਦੇ ਹਾਂ। ਔਰ ਜਿਹੜੀ ਸਮੁੱਚੀ ਫੌਜ ਜਿੰਨੀ ਵੀ ਲੜੀ, ਜਿਨ੍ਹਾਂ ਦੇ ਨਾਮ ਇਸ ਡਾਇਰੈਕਟਰੀ ਦੇ ਵਿੱਚ ਦਲ ਖਾਲਸਾ ਨੇ ਛਾਪੇ, ਔਰ ਜਿਨ੍ਹਾਂ ਦੇ ਨਾਮ ਅਜੇ ਨਹੀਂ ਵੀ ਛਾਪ ਸਕੇ ਜਾਂ ਜਿਨ੍ਹਾਂ ਦਾ ਹੋ ਸਕਦਾ ਕਈ ਵਾਰੀ, ਕਿਉਂਕਿ ਬਹੁਤ ਸਾਰੀਆਂ ਤਕਰੀਬਨ ਸਾਰੀਆਂ ਲਾਸ਼ਾਂ ਜਿਹੜੀਆਂ ਸੀ ਉਹ ਫੌਜ ਨੇ ਆਪਣੇ ਕਬਜ਼ੇ ਵਿੱਚ ਕੀਤੀਆਂ, ਉਹਨਾਂ ਦੇ ਸੰਸਕਾਰ ਕੀਤੇ ਗਏ ਜਾਂ ਨਹੀਂ ਕੀਤੇ ਗਏ, ਵੀ ਬਹੁਤ ਸਾਰੇ ਸਵਾਲ ਨੇ। ਕੋਸ਼ਿਸ਼ ਕਰਾਂਗੇ ਇਹਨਾਂ 'ਤੇ ਵੀ ਫਿਰ ਅਸੀਂ ਲੰਮੇ ਸਮੇਂ ਤੱਕ ਜਿਹੜੀ ਆ ਉਹ ਚਰਚਾ ਕਰੀਏ। ਪਰ ਜੋ ਜ਼ਖਮ ਉਸ ਵਕਤ ਭਾਰਤੀ ਸਲਤਨਤ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖਾਂ ਦੇ ਮੁਕੱਦਸ ਅਸਥਾਨ, ਸਿੱਖਾਂ ਦੇ ਮੱਕੇ ਦੇ ਉੱਤੇ ਹਮਲਾ ਕਰਕੇ ਸਿੱਖਾਂ ਦੇ ਦਿਲ ਦੇ ਉੱਤੇ ਉਹ ਜ਼ਖਮ ਜਿਹੜੇ ਛੱਡੇ ਆ, ਉਹ ਕਦੇ ਜਿਹੜਾ ਉਹ ਭੁੱਲਣ ਵਾਲੇ ਨਹੀਂ ਹੈਗੇ। ਹੋਰ ਤੁਸੀਂ ਜਾਂਦੇ ਕੀ ਕਹਿਣਾ ਚਾਹੁੰਦੇ ਕੁਮਾਰ ਸਾਹਿਬ? ਇਹ ਨਾ ਇੱਕ ਜੰਗ ਵਾ
ਜੰਗ ਦੀਆਂ ਬਹੁਤ ਸਾਰੀਆਂ ਨਿੱਕੇ ਮੋਰਚੇ ਹੁੰਦੇ ਆ। ਇੱਕ ਮੋਰਚਾ ਸੀ ਜਿਹੜਾ ਲਿਖਤਾਂ ਰਾਹੀਂ ਮੀਡੀਆ ਰਾਹੀਂ ਲੜ ਰਹੇ ਆ, ਉਹ ਹੈਗਾ ਭਈ ਸਾਡੀ ਯਾਦ ਰੱਖਣ ਦੀ ਜਿੱਦ ਵਾ ਤੇ ਉਹਨਾਂ ਦੀ ਭੁਲਾ ਦੇਣ ਦੀ ਜਿੱਦ ਵਾ। ਜਦੋਂ ਅਸੀਂ ਨੈਵਰ ਫੋਰਗੇਟ 84 ਕਹਿੰਦੇ ਆ, ਸਾਡੀ ਜਿਹੜੀ ਅੱਜ ਦੀ ਨਵੀਂ ਜਨਰੇਸ਼ਨ ਆ, ਉਹ ਜਦੋਂ ਕਹਿ ਰਹੀ ਹੁੰਦੀ ਆ ਤਾਂ ਉਹ ਇੰਡੀਆ ਦੇ ਉਸ ਅਰਬਾਂ ਖਰਬਾਂ ਖਰਚੇ ਹੋਏ ਸਰਮਾਏ ਨੂੰ ਚੈਲੰਜ ਕਰ ਰਹੀ ਹੁੰਦੀ ਆ, ਜਿਸ ਸਰਮਾਏ ਦੇ ਸਿਰ ਤੇ, ਜਿਸ ਮੀਡੀਆ ਦੇ ਸਿਰ ਦੇ ਉੱਤੇ, ਜਿਸ ਤਾਕਤ ਦੇ ਸਿਰ ਤੇ ਉਹ ਕਹਿੰਦੇ ਆ ਕਿ ਇਹਨੂੰ ਭੁਲਾ ਦੇਵਾਂਗੇ। ਤਾਂ ਜੇਕਰ ਅਸੀਂ ਆਪਦੀ ਇਸ ਜਿੱਦ ਨੂੰ ਬਰਕਰਾਰ ਰੱਖਣਾ, ਇਹ ਜੰਗ ਨੂੰ ਜਿੱਤਣਾ, ਇਸ ਮੋਰਚੇ ਨੂੰ ਵੀ ਜਿੱਤਣਾ, ਤਾਂ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਭੁੱਲੀਏ ਨਾ ਤੇ ਨਾਲੇ ਕਹੀਏ ਕਿ ਨਾ ਭੁੱਲਿਆ ਨਾ ਭੁੱਲਣ ਦਿਆਂਗੇ। ਹਰ ਸਾਲ ਜਦੋਂ 6 ਜੂਨ ਦਾ ਦਿਹਾੜਾ ਆਉਂਦਾ, ਜਿਸ ਤਰੀਕੇ ਨਾਲ ਭਾਰਤੀ ਖੁਫੀਆ ਏਜੰਸੀਆਂ, ਜਿਸ ਤਰੀਕੇ ਨਾਲ ਇਹ ਸਾਰਾ ਇੰਡੀਅਨ ਮੀਡੀਆ ਹਿੰਦੂਤਵਾ ਏਜੰਡੇ ਨੂੰ ਲੈ ਕੇ ਚੱਲ ਰਹੇ ਲੋਕ ਪੱਬਾਂ ਭਾਰ ਹੋ ਜਾਂਦੇ ਆ, ਮੈਨੂੰ ਲੱਗਦਾ ਕਿ ਖਾਲਸੇ ਨੇ ਇਹਨਾਂ ਨੂੰ ਕੰਮ ਲਾਇਆ ਹੋਇਆ। ਇਹ ਇਹਨਾਂ ਦਿਨਾਂ ਦੇ ਵਿੱਚ ਮੈਂ ਇੱਥੇ ਫਿਰ ਦੱਸਣਾ ਚਾਹੁੰਦਾ, ਮੇਰੇ ਆਲੇ ਦੁਆਲੇ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਨੇ ਜਿਨ੍ਹਾਂ ਨੂੰ ਇਹਨਾਂ ਦਿਨਾਂ 'ਚ ਏਜੰਸੀਆਂ, ਪੁਲਿਸ ਵਾਲੇ ਫੋਨ ਕਰ ਰਹੇ ਨੇ, ਉਹਨਾਂ ਨੂੰ ਪੁੱਛ ਰਹੇ ਨੇ ਤੁਹਾਡਾ ਕੀ ਪ੍ਰੋਗਰਾਮ ਆ, ਜੇ ਆ ਬੋ ਆ। ਇਹ ਸਾਡੀ ਜਿੱਤ ਵਾ ਕਿ ਅਸੀਂ ਅੱਜ ਵੀ ਇੰਡੀਆ ਨੂੰ ਕੰਮ ਲਾਈ ਰੱਖਦੇ ਹਾਂ। ਦੂਜੀ ਗੱਲ, ਜਦੋਂ ਇਹ ਡਾਇਰੈਕਟਰੀ ਪਹਿਲੀ ਵਾਰ ਛਪੀ ਸੀ, ਉਦੋਂ ਤੋਂ ਹੁਣ ਤੱਕ ਇਹ ਤਕਰੀਬਨ ਸੰਗਤਾਂ ਦੇ ਸਹਿਯੋਗ ਨਾਲ ਛਪਦੀ ਰਹੀ ਤੇ ਅਸੀਂ ਇਹਨੂੰ ਭੇਟਾ ਰਹਿਤ ਸੰਗਤਾਂ ਕੋਲ ਪਹੁੰਚਾਉਂਦੇ ਰਹੇ। ਹੁਣ ਇਹ ਉਸ ਦੌਰ ਵਿੱਚ ਅਸੀਂ ਪਹੁੰਚ ਗਏ ਹਾਂ ਜਿੱਥੇ ਅਸੀਂ ਇਹ ਮੰਨ ਲਿਆ ਹੈ ਕਿ ਜਿੰਨਾ ਵੇਰਵਾ ਅਸੀਂ ਦੇ ਸਕਦੇ ਸੀ ਉਹ ਸਾਰਾ ਆ ਗਿਆ। ਫਿਰ ਵੀ ਅੱਜ ਅਸੀਂ ਫੇਰ ਪ੍ਰੋਗਰਾਮ ਦੇ ਰਾਹੀਂ KTV ਦੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਭੈਣ ਭਰਾ ਕੋਲ ਕਿਸੇ ਇਹੋ ਜਿਹੀ ਜਾਣਕਾਰੀ ਹੋਵੇ ਜਿਹੜੀ ਕਿ ਜੂਨ 84 ਵਿੱਚ ਜੂਝ ਕੇ ਸ਼ਹੀਦ ਹੋਏ ਸਿੰਘ ਦੇ ਬਾਰੇ ਹੋਵੇ, ਉਹ ਸਾਨੂੰ ਜ਼ਰੂਰ ਦੱਸੇ ਤਾਂ ਕਿ ਅਸੀਂ ਉਹਦਾ ਵੇਰਵਾ ਇਹਦੇ ਵਿੱਚ ਛਾਪ ਸਕੀਏ। ਦੂਸਰੀ ਜਿਹੜੀ ਗੱਲ ਆ, ਜਿਹੜੇ ਸ਼ਹੀਦਾਂ ਦੇ ਵੇਰਵੇ ਪਹਿਲਾਂ ਛਪੇ ਹੋਏ ਨੇ, ਉਹਨਾਂ ਨੇ ਜੇ ਕੋਈ ਕਰੈਕਸ਼ਨ ਕਰਾਉਣੀ ਹੋਵੇ, ਕੋਈ ਫੋਟੋ ਬਾਅਦ ਵਧੀਆ ਮਿਲ ਗਈ ਹੋਵੇ, ਕਿਉਂਕਿ ਸਾਡੇ ਉਹਨਾਂ ਵੇਲੇ 'ਚ ਜਦੋਂ ਅਸੀਂ ਕੰਮ ਕੀਤਾ ਉਦੋਂ ਫੋਟੋਆਂ, ਵੈਸੇ ਵੀ ਉਦੋਂ ਫੋਟੋਆਂ ਖਿਚਾਉਣ ਦਾ ਰਿਵਾਜ ਬਹੁਤ ਘੱਟ ਸੀ ਜਦੋਂ 1983 ਤੋਂ ਪਹਿਲਾਂ, ਪਰ ਸਾਨੂੰ ਬਹੁਤ ਸਾਰੀਆਂ ਫੋਟੋਆਂ ਮਿਲੀਆਂ ਹੀ ਨਹੀਂ ਤੇ ਕਈ ਇਹੋ ਜਿਹੀਆਂ ਮਿਲੀਆਂ ਜਿਹੜੀਆਂ ਲਾਉਣ ਦੇ ਯੋਗ ਵੀ ਨਹੀਂ ਹੈਗੀਆਂ। ਤਾਂ ਅਸੀਂ ਇਹ ਸਮਝਦੇ ਹਾਂ ਕਿ ਜੇ ਕੌਮ ਨੇ ਇਹ ਇੱਕ ਜਿੱਦ ਰੱਖੀ ਹੋਈ ਆ ਕਿ ਆਪਾਂ ਭੁੱਲਣਾ ਨਹੀਂ ਸ਼ਹੀਦਾਂ ਨੂੰ, ਤਾਂ ਸਾਡਾ ਸਾਥ ਦਿਓ। ਹਰੇਕ ਮੋਰਚੇ ਦੇ ਵਿੱਚ ਅੱਡ ਅੱਡ ਬੰਦੇ ਹੁੰਦੇ ਆ ਜਿਨ੍ਹਾਂ ਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਆ। ਇਹ ਜ਼ਿੰਮੇਵਾਰੀ ਅਸੀਂ ਨਿਭਾ ਰਹੇ ਹਾਂ, ਡਾਟਾ ਇਕੱਠਾ ਕਰਨਾ ਤੇ ਇਹਨੂੰ ਛਾਪਣਾ। ਅਸੀਂ ਐਤਕੀ ਸੋਚਿਆ ਹੋਇਆ ਸੀ ਕਿ 6 ਜੂਨ ਨੂੰ ਇਹਦਾ ਚੌਥਾ ਐਡੀਸ਼ਨ ਦੇ ਦੇਣਾ, ਕਿਉਂਕਿ ਪਿਛਲੇ ਸਾਲ ਜਦੋਂ ਅਸੀਂ ਚਰਚਾ ਕਰਦੇ ਸੀ ਡਾਇਰੈਕਟਰੀ ਬਾਰੇ ਤੇ ਉਦੋਂ ਕਿਸੇ ਸਿੰਘ ਨੇ ਕਿਹਾ ਕਿ ਥੋੜ੍ਹੇ ਬਹੁਤੀ ਮੈਂ ਸਹਾਇਤਾ ਕਰਦਾ, ਬਾਕੀ ਤੁਸੀਂ ਆਪਦੇ ਵਾਲਿਓ ਕਰੋ। ਅਸੀਂ ਇਹ ਸੋਚਿਆ ਹੋਇਆ ਸੀਗਾ ਕਿ ਜਿੰਨੀ ਕਮਾਇਆ ਸਾਡੇ ਕੋਲ ਹੈ ਉਹਦੇ ਹਿਸਾਬ ਨਾਲ ਇੱਕ ਵਾਰੀ ਪਲੇਟਾਂ ਬਣਾ ਲਈਏ ਤੇ ਪਲੇਟਾਂ ਬਣਾ ਕੇ ਬਾਅਦ ਵਿੱਚ ਅਸੀਂ ਮੀਡੀਆ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਅੱਡ-ਅੱਡ ਥਾਵਾਂ ਤੇ ਜਿਹੜੇ ਬਾਹਰ ਸਾਡੇ ਗੁਰਦੁਆਰਾ ਸਾਹਿਬਾਨ ਨੇ, ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਸਾਡੀ ਕੌਮ ਉੱਤੇ, ਉਹਨਾਂ ਨੂੰ ਕਹੀਏ ਕਿ ਭਾਈ ਜਿੰਨੇ ਤੁਸੀਂ ਆਪਦੇ ਗੁਰਦੁਆਰਾ ਸਾਹਿਬ ਲਈ ਪੀਸ ਚਾਹੀਦੇ ਆ ਸਾਨੂੰ ਦੱਸ ਦਿਓ, ਪੈਸਾ ਭੇਜੋ, ਅਸੀਂ ਤੁਹਾਨੂੰ ਛਪਵਾ ਕੇ ਇੱਥੇ ਭੇਜ ਦਿਆਂਗੇ। ਤਾਂ ਇਹ ਡਾਇਰੈਕਟਰੀ ਹਰੇਕ ਸਿੱਖ ਦੇ ਘਰ ਉਹਦੇ ਟੇਬਲ ਤੇ ਪਈ ਹੋਣੀ ਚਾਹੀਦੀ ਹੈ ਤਾਂ ਕਿ ਉਹਦੇ ਰਿਸ਼ਤੇਦਾਰੀ ਚੋਂ ਕੋਈ ਆਵੇ, ਕੋਈ ਅਨੋਪੜ ਬੰਦਾ ਆਵੇ, ਉਹਦੇ ਬੱਚੇ ਉਹਦੇ ਪਰਿਵਾਰ ਦੇ ਵਿੱਚੋਂ ਚੱਕ ਕੇ ਹਰੇਕ ਬੰਦਾ ਦੇਖ ਸਕੇ। ਇਹ ਡਾਇਰੈਕਟਰੀ ਆਮ ਜੇ ਬੰਦਿਆਂ ਦੀ ਆਮ ਜੀ ਦਾਸਤਾਨ ਨਹੀਂ ਹੈ। ਇਸ ਡਾਇਰੈਕਟਰੀ ਦਾ ਇੱਕ ਬਹੁਤ ਵੱਡਾ ਹਿਸਟੋਰੀਕਲ ਇਹਦਾ ਅਹਿਮ ਜਿਹੜਾ ਪ੍ਰਭਾਵ ਆ ਸਦੀਆਂ ਤੱਕ ਰਹਿਣਾ। ਤਾਂ ਮੈਂ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਭੈਣ ਭਰਾ ਇਸ ਡਾਇਰੈਕਟਰੀ ਦੇ ਵਿੱਚ ਕਿਸੇ ਤਰੀਕੇ ਦਾ ਰੋਲ ਪਲੇ ਕਰ ਸਕਦੇ ਆ ਉਹ ਜ਼ਰੂਰ ਕਰਨ, ਕਿਉਂਕਿ ਜੰਗ ਜਿਹੜੀ ਆ ਉਹ ਇਕੱਲੇ ਹਥਿਆਰਾਂ ਨਾਲ ਨਹੀਂ, ਉਹ ਵਿਚਾਰਾਂ ਨਾਲ ਵੀ ਲੜਨੀ ਪੈਂਦੀ ਆ। ਉਹ ਆ ਵੀ ਹਥਿਆਰ ਨੇ ਜਿਨ੍ਹਾਂ ਨਾਲ ਅਸੀਂ ਆਪਦੀ ਹਿਸਟਰੀ ਨੂੰ ਸਾਂਭਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਤਿਹਾਸ ਨੂੰ ਜਿਹੜਾ ਸਾਂਭਣਾ ਉਹ ਬਹੁਤ ਜ਼ਰੂਰੀ ਹੈ ਔਰ ਸਭ ਤੋਂ ਕੀਮਤੀ ਹੈ ਇਸ ਅਣਮੁੱਲੇ ਇਤਿਹਾਸ ਨੂੰ ਸਾਂਭਣਾ। ਔਰ ਭੁੱਲਣ ਤੋਂ ਯਾਦ ਆ ਗਈ, ਬਹੁਤ ਸਾਰੇ ਜਿਹੜੇ ਕੁਛ ਲੋਕ ਨੇ ਉਹ ਕਹਿੰਦੇ ਵੀ ਭੁੱਲ ਜਾਓ 84, ਚਲੋ ਜੀ ਛੱਡੋ ਜੀ, ਜੋ ਹੋ ਗਿਆ ਹੋ ਗਿਆ। ਹਾਲਾਂਕਿ ਕਦੇ ਭੁੱਲਿਆ ਨਹੀਂ ਜਾਂਦਾ। ਉੱਥੇ ਬਹੁਤ ਸਾਰੇ ਸੱਜਣ ਜਿਹੜਾ ਕਿ ਕਮੈਂਟ ਕਰਦੇ ਹੁੰਦੇ ਵੀ ਅਸੀਂ ਹਰ ਸਾਲ ਦੇਖਦੇ ਹਾਂ ਦੁਸਹਿਰਾ ਇੱਕ ਹਿੰਦੂ ਮਿੱਥ ਦਾ ਪ੍ਰਤੀਕ ਤਿਉਹਾਰ ਆ, ਉਹ ਹਰ ਸਾਲ 10-20 ਲੱਖ ਰੁਪਈਆ ਲਾ ਕੇ 5 ਲੱਖ ਦਾ ਜਿੰਨਾ ਕੁ ਵੀ ਵਿੱਤ ਹੁੰਦੀ ਆ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ, ਕਈ ਥਾਵਾਂ 'ਤੇ ਤਾਂ ਕਰੋੜਾਂ ਵੀ ਲੱਗਦਾ, ਉਹ ਇੱਕ ਬੁੱਤ ਬਣਾ ਕੇ ਪਟਾਕਿਆਂ ਦਾ ਕਾਗਜ਼ ਦਾ ਉਹਨੂੰ ਸਾੜਿਆ ਜਾਂਦਾ। ਔਰ ਉਹ ਮਿੱਥ ਆ, ਜੇ ਹੈ ਵੀ ਤਾਂ ਕਈ ਸਾਲ ਪੁਰਾਣੀ ਗੱਲ ਆ। ਜੇ ਤੁਸੀਂ ਉਹ ਨਹੀਂ ਭੁੱਲੇ ਤੇ ਹਜੇ ਹੋਈ 36 ਸਾਲ, ਅਸੀਂ ਨਹੀਂ ਭੁੱਲ ਸਕਦੇ, ਨਾ ਅਸੀਂ ਭੁੱਲਣ ਦਿਆਂਗੇ। ਬਿਲਕੁਲ ਸਾਕੇ ਕਦੇ ਭੁੱਲਣ ਯੋਗ ਨਹੀਂ ਹੁੰਦੇ। ਸ਼ੁਕਰੀਆ, ਜੁੜੇ ਰਹੋ KTV ਗਲੋਬਲ ਦੇ ਨਾਲ। ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।